ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਪੋਲਿਟੀ ਦੀ ਕਲਾਸ ਨੰਬਰ 26 ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਤੁਹਾਡੇ ਲਈ ਆਪਾਂ ਕੌਨਸਟੀਟਿਊਸ਼ਨਲ ਬਾਡੀਜ਼ ਤੇ ਨਾਨ ਕੌਨਸਟੀਟਿਊਸ਼ਨਲ ਬਾਡੀਜ਼ ਦਾ ਪੂਰਾ ਜ਼ਿਕਰ ਕਰਾਂਗੇ। ਇਹਦੇ ਵਿੱਚ ਨਾ ਕੁਝ ਇਦਾਂ ਦੀਆਂ ਬਾਡੀਜ਼ ਹੁੰਦੀਆਂ ਨੇ ਜਿਹਦੇ ਵਿੱਚ ਕਿ ਆਪਣੇ ਪੇਪਰ ਦੇ ਵਿੱਚੋਂ ਕੁਐਸਚਨ ਸਿੱਧੇ ਡਾਇਰੈਕਟ ਪੁੱਛੇ ਜਾਂਦੇ ਨੇ। ਜੇਕਰ ਤੁਸੀਂ PPSC ਦੇ ਪੇਪਰ ਪੁਰਾਣੇ ਜਾ ਕੇ ਦੇਖ ਲਓ ਤਾਂ ਉਹ ਤਾਂ ਬਹੁਤ ਹੀ ਜ਼ਿਆਦਾ ਕਨਸੈਪਚੁਅਲ ਬੇਸ ਦੇ ਉੱਤੇ ਵੀ ਕੁਐਸਚਨ ਪੁੱਛ ਲੈਂਦਾ ਕੌਨਸਟੀਟਿਊਸ਼ਨਲ ਬਾਡੀਜ਼ ਤੋਂ। ਤਾਂ ਇਹਦੇ ਵਿੱਚ ਆਪਾਂ ਪੰਜਾਬ ਪੁਲਿਸ ਹੋ ਗਿਆ, ਚਾਹੇ PPSC ਹੋ ਗਿਆ, ਚਾਹੇ PSSB ਹੋ ਗਿਆ, ਕੋਈ ਵੀ ਤੁਸੀਂ ਐਗਜ਼ਾਮ ਦੇਣਾ, ਚਾਹੇ ਤੁਸੀਂ ਸੈਂਟਰ ਦਾ ਵੀ ਕੋਈ ਐਗਜ਼ਾਮ ਦੇਣਾ, ਉਹਦੇ ਵਿੱਚ ਵੀ ਇਹਦੇ ਵਿੱਚੋਂ ਬਹੁਤ ਹੀ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਇਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ, ਠੀਕ ਹੈ ਜੀ। ਹੁਣ ਆਪਾਂ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਤਾਂ ਜੀ ਸਭ ਤੋਂ ਪਹਿਲਾਂ ਤਾਂ ਜੀ ਚੈਨਲ ਨੂੰ ਤੁਸੀਂ ਇਸ ਤੋਂ ਪਹਿਲਾਂ ਜੇਕਰ ਤੁਸੀਂ 25 ਵੀਡੀਓਜ਼ ਨਹੀਂ ਦੇਖੀਆਂ ਆਪਣੀਆਂ ਉਹ ਜ਼ਰੂਰ ਦੇਖੋ, ਠੀਕ ਹੈ ਜੀ। ਪੂਰੀ ਪੋਲਿਟੀ ਆਪਾਂ ਡਿਟੇਲ ਦੇ ਵਿੱਚ ਕਰ ਰਹੇ ਹਾਂ। ਤੁਸੀਂ ਪੰਜਾਬ ਦੇ ਪੁਰਾਣੇ ਪੇਪਰ ਜਾ ਕੇ ਦੇਖ ਲਓ, ਚਾਹੇ ਪੰਜਾਬ ਪੁਲਿਸ, ਚਾਹੇ PPSC, ਚਾਹੇ PSSB, ਆਪਣੇ ਬਹੁਤ ਸਾਰੇ ਕੁਐਸਚਨ ਇਹਨਾਂ ਕਲਾਸਾਂ ਦੇ ਵਿੱਚੋਂ ਕਵਰ ਹੋ ਰਹੇ ਨੇ। ਸੋ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਸ ਸੈਸ਼ਨ ਨੂੰ ਸ਼ੇਅਰ ਕਰਨਾ। ਮੈਂ ਸ਼ੁਰੂ ਕਰਦੇ ਹਾਂ ਜੀ ਆਪਾਂ ਕੌਨਸਟੀਟਿਊਸ਼ਨਲ ਬਾਡੀਜ਼। ਹਾਂ ਜੀ, ਕੌਨਸਟੀਟਿਊਸ਼ਨਲ ਬਾਡੀਜ਼ ਹੁੰਦੀਆਂ ਕੀ ਨੇ? ਸਭ ਤੋਂ ਪਹਿਲਾਂ ਦੇਖੋ ਜੀ, ਇੱਕ ਚੀਜ਼ ਹੁੰਦੀ ਆ ਨਾ ਆਪਣੇ ਸੰਵਿਧਾਨ ਦੇ ਵਿੱਚ ਲਿਖੀ ਹੋਈ ਆ, ਮਤਲਬ ਉਹਨੂੰ ਇੱਕ ਆਰਟੀਕਲ ਦਿੱਤਾ ਕਿ ਹਾਂਜੀ ਆਹ ਵਾਲੀ ਚੀਜ਼ ਆ ਜਿਹੜੀ ਆਪਣੀ, ਮੰਨ ਲਓ ਕਿ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ, ਅਟਾਰਨੀ ਜਨਰਲ ਆਫ ਇੰਡੀਆ, ਹਾਈਐਸਟ ਲਾਅ ਆਫੀਸਰ ਜਿਹਨੂੰ ਆਪਾਂ ਕਹਿ ਦਿੰਦੇ ਆ ਭਾਰਤ ਦਾ, ਠੀਕ ਆ। ਉਹਦੇ ਵਿੱਚ ਉਹਨਾਂ ਨੇ ਸੰਵਿਧਾਨ ਦੇ ਵਿੱਚ ਲਿਖਤਾ ਹੋਇਆ ਵਾ ਕਿ ਹਾਂਜੀ ਇਹਦੇ ਵਿੱਚ ਆਰਟੀਕਲ 76 ਦੇ ਵਿੱਚ ਇਹ ਚੀਜ਼ ਦਰਜ ਆ ਕਿ ਭਾਰਤ ਦਾ ਇੱਕ ਅਟਾਰਨੀ ਜਨਰਲ ਆਫ ਇੰਡੀਆ ਹੋਊਗਾ। ਤਾਂ ਉਸ ਤੋਂ ਬਾਅਦ ਜਿਹੜੇ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਕੌਨਸਟੀਟਿਊਸ਼ਨਲ ਬਾਡੀਜ਼ ਦੇ ਵਿੱਚ ਹੀ ਕਵਰ ਹੁੰਦੀਆਂ, ਜਿਹਦਾ ਉਲੇਖ ਜਿਹਨੂੰ ਆਪਾਂ ਵਰਣਨ ਕਹਿ ਦਿੰਦੇ ਆ ਕਿ ਸੰਵਿਧਾਨ ਦੇ ਵਿੱਚ ਹੈਗਾ ਵਾ, ਠੀਕ ਆ। ਹੁਣ ਜੀ ਨਾਨ ਕੌਨਸਟੀਟਿਊਸ਼ਨਲ ਬਾਡੀਜ਼ ਕੀ ਹੁੰਦੀਆਂ? ਉਹ ਹੁੰਦੀਆਂ ਨੇ ਜਿਹੜੀਆਂ ਕਿ ਸੰਵਿਧਾਨ ਦੇ ਵਿੱਚ ਨਹੀਂ ਲਿਖੀਆਂ, ਮਤਲਬ ਉਹਨੂੰ ਕੋਈ ਆਰਟੀਕਲ ਨਹੀਂ ਦਿੱਤਾ ਹੋਇਆ, ਉਹਨੂੰ ਆਪਾਂ ਨਾਨ ਕੌਨਸਟੀਟਿਊਸ਼ਨਲ ਬਾਡੀਜ਼ ਕਹਿ ਦਿੰਦੇ ਆ। ਅੱਗੇ ਆਪਾਂ ਪੜਾਂਗੇ ਨਾਨ ਕੌਨਸਟੀਟਿਊਸ਼ਨਲ ਬਾਡੀਜ਼ ਵਿੱਚ ਵੀ ਇਸੇ ਕਲਾਸ ਦੇ ਵਿੱਚ ਕਿ ਉਹਦੇ ਵਿੱਚ ਤੇ ਇਹਦੇ ਵਿੱਚ ਫਰਕ ਕੀ ਹੁੰਦਾ ਵਾ। ਸ਼ੁਰੂ ਕਰਦੇ ਹਾਂ ਜੀ ਹੁਣ ਆਪਾਂ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਇਹਦੇ ਆਰਟੀਕਲ, ਖਾਸ ਕਰ PSSB ਦੇ ਪੇਪਰ ਜਿਨ੍ਹਾਂ ਨੇ ਦੇਣੇ ਆ ਜਾਂ ਪੰਜਾਬ ਪੁਲਿਸ ਦਾ ਵੀ ਪੇਪਰ ਦੇਣਾ, ਉਹ ਸਿੱਧਾ ਡਾਇਰੈਕਟ ਆਰਟੀਕਲ ਦੇ ਵਿੱਚੋਂ ਕੁਐਸਚਨ ਹੁੰਦੇ ਆ, ਠੀਕ ਹੈ ਜੀ। PPSC ਥੋੜਾ ਜਿਹਾ ਲੈਵਲ ਅਪ ਰੱਖਦਾ ਵਾ ਇਹਦੇ ਵਿੱਚ ਕਿਉਂਕਿ ਸਟੇਟਮੈਂਟ ਬੇਸਡ ਕੁਐਸਚਨ ਪਾਉਂਦਾ, ਪਰ ਪੰਜਾਬ ਪੁਲਿਸ ਹੋ ਗਿਆ ਜਾਂ PSSB ਹੋ ਗਿਆ, ਉਹਦੇ ਵਿੱਚ ਡਾਇਰੈਕਟ ਕੁਐਸਚਨ ਬਹੁਤ ਹੀ ਸੌਖੇ ਕੁਐਸਚਨ ਬਣਦੇ ਨੇ ਜਿਹੜੇ ਕਿ ਆਰਾਮ ਦੇ ਨਾਲ ਤੁਹਾਨੂੰ 2 ਤੋਂ 3 ਨੰਬਰ ਦੇ ਕੇ ਜਾਣਗੇ ਪੇਪਰ ਦੇ ਵਿੱਚ। ਸ਼ੁਰੂ ਕਰਦੇ ਹਾਂ ਜੀ। ਦੇਖੋ ਜੀ, ਅਟਾਰਨੀ ਜਨਰਲ ਆਫ ਇੰਡੀਆ ਦਾ 76 ਨੰਬਰ ਆਰਟੀਕਲ ਆ। ਸਿੱਧਾ ਕੁਐਸਚਨ ਬਣੂਗਾ ਕਿ ਅਟਾਰਨੀ ਜਨਰਲ ਆਫ ਇੰਡੀਆ ਦਾ ਉਲੇਖ ਕਿਹੜੇ ਆਰਟੀਕਲ 'ਚ ਆ? 76 ਨੰਬਰ। ਬਹੁਤ ਸੌਖਾ ਵਾ, ਬਹੁਤ ਵਾਰ ਪੇਪਰ ਦੇ ਵਿੱਚ ਇਹ ਰਿਪੀਟ ਹੋਇਆ ਵਾ, ਠੀਕ ਆ। ਹਾਈਐਸਟ ਲਾਅ ਆਫੀਸਰ ਆਫ ਇੰਡੀਆ ਜਾਂ ਫਸਟ ਲਾਅ ਆਫੀਸਰ ਆਫ ਇੰਡੀਆ ਆਪ ਕਹਿ ਦਿੰਦੇ ਆ ਇਹਨੂੰ ਆਪਾਂ, ਠੀਕ ਹੈ ਜੀ। ਇਹਨੂੰ ਆਪਾਂ ਕਹਿੰਦੇ ਆ ਫਸਟ ਲਾਅ ਆਫੀਸਰ ਆਫ ਇੰਡੀਆ, ਠੀਕ ਹੈ ਜੀ। ਨੈਕਸਟ ਕਰਦੇ ਹਾਂ। ਹਾਂ ਜੀ, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, ਜਿਹੜਾ ਕਿ ਖਾਤਿਆਂ ਨੂੰ ਵਗੈਰਾ ਆਡੀਟਿੰਗ ਵਗੈਰਾ ਕਰਦਾ, ਉਹਦੇ ਲਈ ਕਿਹੜਾ ਉਲੇਖ ਆ ਜੀ? 148 ਨੰਬਰ ਆਰਟੀਕਲ ਦੇ ਵਿੱਚ ਇਹ ਚੀਜ਼ ਦਰਜ ਆ। ਸਿੱਧਾ ਆਰਟੀਕਲ ਯਾਦ ਹੋਣੇ ਚਾਹੀਦੇ। ਮੈਂ ਬਾਰ-ਬਾਰ ਕਹਿ ਰਿਹਾ, ਇਹ ਆਰਟੀਕਲ ਤੁਹਾਨੂੰ ਯਾਦ ਕਰਨੇ ਹੀ ਪੈਣੇ ਨੇ। ਜਿਹੜੇ ਮੈਂ ਤੁਹਾਨੂੰ ਉੱਪਰ ਕਹਿ ਦਿੰਦਾ ਹੁੰਦਾ ਬਾਕੀ ਕਲਾਸਾਂ 'ਚ ਕਿ ਛੱਡ ਦਿਓ, ਉਹਨੂੰ ਬੇਸ਼ੱਕ ਛੱਡ ਦਿਓ, ਪਰ ਇਹ ਆਰਟੀਕਲ ਸਾਰੇ ਇੰਪੋਰਟੈਂਟ ਨੇ। ਐਡਵੋਕੇਟ ਜਨਰਲ, ਜਿਹੜਾ ਕਿ ਸਟੇਟ ਦਾ, ਜਿੱਦਾਂ ਕਿ ਆਪਾਂ ਅਟਾਰਨੀ ਜਨਰਲ ਨੂੰ ਕਹਿ ਦਿੰਦੇ ਹੁੰਦੇ ਆ ਨਾ ਕਿ ਅਟਾਰਨੀ ਜਨਰਲ ਦੇ ਜੋ ਕੰਮ ਕਾਰਜ ਹੁੰਦੇ ਨੇ ਉਹ ਸੇਮ ਕਾਰਜ ਆਪਣਾ ਸਟੇਟ ਦੇ ਵਿੱਚ, ਇਹ ਸੈਂਟਰ ਲੈਵਲ ਤੇ ਕਰਦਾ ਅਟਾਰਨੀ ਜਨਰਲ, ਇਹ ਕਿਹੜੇ ਲੈਵਲ ਤੇ ਕਰਦਾ? ਸਟੇਟ ਲੈਵਲ ਦੇ ਉੱਤੇ ਕਰਦਾ ਵਾ। ਤੇ ਇਹਦਾ ਆਰਟੀਕਲ ਕਿੰਨਾ? 165 ਨੰਬਰ ਆਰਟੀਕਲ। ਸਟੇਟ ਦਾ ਫਾਈਨੈਂਸ ਕਮਿਸ਼ਨ ਆ, ਠੀਕ ਆ। ਜਿਹੜੇ ਸਾਰਾ ਕੁਝ ਇਹ ਪੂਰਾ ਡਿਟੇਲ ਦੇ ਵਿੱਚ ਆਪਾਂ ਕਰਾਂਗੇ ਅੱਗੇ। ਮੈਂ ਪੂਰੀਆਂ ਸਲਾਈਡਾਂ ਤੁਹਾਡੇ ਲਈ ਐਡ ਕਰਕੇ ਆਇਆ। 243 I ਦੇ ਵਿੱਚ ਦਰਜ ਆ ਸਟੇਟ ਫਾਈਨੈਂਸ ਕਮਿਸ਼ਨ ਦਾ, ਠੀਕ ਆ ਜੀ। ਸਟੇਟ ਇਲੈਕਸ਼ਨ ਕਮਿਸ਼ਨ 243 K, ਠੀਕ ਆ। 243 ਆਰਟੀਕਲ ਆਪਾਂ ਨੂੰ ਪਤਾ ਵਾ ਨਾ ਪੰਚਾਇਤੀ ਰਾਜ ਲਈ ਆ, ਤਾਂ ਪੰਚਾਇਤੀ ਰਾਜ ਦੇ ਵਿੱਚ ਅਮੈਂਡਮੈਂਟ ਕਰਕੇ ਸਾਰੀਆਂ ਚੀਜ਼ਾਂ ਇਹ ਐਡ ਕੀਤੀਆਂ ਹੋਈਆਂ ABCD। ਇੱਕ ਚੀਜ਼ ਹੋਰ ਯਾਦ ਰੱਖਣੀ ਆ ਇਹਦੇ ਵਿੱਚ ਨਾ, ਜਿੱਦਾਂ ਕਿ ਕੌਨਸਟੀਟਿਊਸ਼ਨਲ ਬਾਡੀਜ਼ ਦੇ ਵਿੱਚ ਜ਼ਰੂਰੀ ਨਹੀਂ ਕਿ ਸਾਰੀਆਂ ਬਾਡੀਜ਼, ਜਦੋਂ ਆਪਣਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਸੀ ਉਦੋਂ ਹੀ ਸੀ, ਜਿਹਦੇ ਪਿੱਛੇ ਤੁਹਾਡੇ ABCDEFGHI ਇਦਾਂ ਦਾ ਕੋਈ ਵੀ ਵਰਡ ਲੱਗ ਜਾਵੇ ਤਾਂ ਇਹਦਾ ਮਤਲਬ ਉਹ ਅਮੈਂਡ ਕਰਕੇ ਐਡ ਕੀਤਾ, ਪਰ ਇਹਦਾ ਮਤਲਬ ਉਹ ਨਹੀਂ ਕਿ ਉਹ ਕੌਨਸਟੀਟਿਊਸ਼ਨ ਬਾਡੀਜ਼ ਨਹੀਂ ਆ, ਬਾਅਦ ਵਿੱਚ ਹੋ ਕੇ ਵੀ ਐਡ ਕੀਤੀਆਂ ਜਾ ਸਕਦੀਆਂ ਨੇ। ਹਾਂ ਜੀ, ਸਟੇਟ ਫਾਈਨੈਂਸ ਕਮਿਸ਼ਨ ਲਈ ਆਪਾਂ ਤੁਹਾਨੂੰ ਕਰਾਤਾ। ਸਟੇਟ ਇਲੈਕਸ਼ਨ ਕਮਿਸ਼ਨ ਲਈ 243 K ਆ। ਡਿਸਟ੍ਰਿਕਟ ਦੀ ਇੱਕ ਪਲੈਨਿੰਗ ਕਮੇਟੀ ਹੁੰਦੀ ਆ, ਉਹਨੂੰ 243 ZD ਆ, ਠੀਕ ਹੈ। ਮੈਟਰੋਪੋਲੀਟਨ ਪਲੈਨਿੰਗ ਕਮੇਟੀ, ਇਹ ਆ ਰਹੀਆਂ ਨੇ ਨਾ। ਇਹਦੇ ਵਿੱਚ ਤੁਸੀਂ ਸਿੱਧੇ ਤੁਸੀਂ ਸਿਰਫ ਆਰਟੀਕਲ ਯਾਦ ਕਰ ਲਓ ਕਿਉਂਕਿ ਇਹਦੇ ਵਿੱਚ ਜ਼ਿਆਦਾ ਕੁਐਸਚਨ ਨਹੀਂ ਪੁੱਛੇ ਜਾਂਦੇ, ਪਰ ਆ ਜਿਹੜੇ ਉੱਪਰ ਵਾਲੇ ਆ ਇਹਦੇ ਵਿੱਚੋਂ ਜ਼ਿਆਦਾਤਰ ਕੁਐਸਚਨ ਡੀਪ ਪੁੱਛੇ ਜਾਂਦੇ ਨੇ। ਉਹ ਆਪਾਂ ਅੱਗੇ ਤੁਹਾਨੂੰ ਸਾਰਾ ਕਰਵਾਵਾਂਗੇ ਇਸ ਕਲਾਸ। ਇੰਟਰ ਸਟੇਟ ਕੌਂਸਲ ਵੀ ਮੈਂ ਤੁਹਾਨੂੰ ਕਰਵਾ ਚੁੱਕਿਆ, 263 ਨੰਬਰ ਆਰਟੀਕਲ ਦੇ ਵਿੱਚ ਦਰਜ ਆ, ਠੀਕ ਆ। ਫਾਈਨੈਂਸ ਕਮਿਸ਼ਨ, ਠੀਕ ਆ ਜੀ, 280 ਨੰਬਰ। ਬਹੁਤ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਰਿਪੀਟ ਹੋਇਆ ਵਾ, ਠੀਕ ਆ ਜੀ। ਫਾਈਨੈਂਸ ਕਮਿਸ਼ਨ ਲਈ ਕਿੰਨਾ ਨੰਬਰ ਆਰਟੀਕਲ ਆ? 280 ਨੰਬਰ ਆਰਟੀਕਲ ਆ ਜੀ। ਗੁੱਡਸ ਐਂਡ ਸਰਵਿਸ ਟੈਕਸ ਐਂਡ ਕੌਂਸਲ GST ਲਈ, GST ਕੌਂਸਲ ਲਈ ਇੱਕ ਕਿਹੜਾ ਆਰਟੀਕਲ ਦਰਜ ਆ? 279A। ਇਹ ਵੀ ਮੋਸਟ ਇੰਪੋਰਟੈਂਟ ਆਰਟੀਕਲ ਆ, ਠੀਕ ਆ ਜੀ। GST ਦਾ ਆਰਟੀਕਲ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ, ਠੀਕ ਹੈ ਜੀ। ਤਾਂ UPSC ਦੇਖੋ ਜੀ, ਇਹ ਵੀ ਅਮੈਂਡਮੈਂਟ ਕਰਕੇ ਹੋਇਆ ਸੀ, ਠੀਕ ਆ। ਆਪਾਂ ਨੂੰ ਸਾਰੇ ਇਹ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ ਨੇ।
ਹੁਣ ਜੀ ਨੈਕਸਟ ਆ ਗਿਆ ਸਾਡੇ ਕੋਲੇ यूपीएससी ਬਾਰੇ ਸਾਰਿਆਂ ਨੂੰ ਪਤਾ, यूपीएससी ਹੋ ਗਿਆ ਚਾਹੇ ਸਟੇਟ PCS ਹੋ ਗਿਆ, ਠੀਕ ਆ। ਤਾਂ ਉਹਦੇ ਲਈ 215 ਤੋਂ 315 ਤੋਂ ਲੈ ਕੇ 323 ਨੰਬਰ ਆਰਟੀਕਲ ਆ। ਕਈ ਵਾਰ ਨਾ ਡਾਇਰੈਕਟ यूपीएससी ਦਾ ਆਰਟੀਕਲ ਪੁੱਛ ਲੈਂਦੇ ਆ ਕਿ ਕਿੰਨੇ ਨੰਬਰ 'ਚ ਦਰਜ ਆ, ਤਾਂ ਜ਼ਿਆਦਾਤਰ 315 ਹੀ ਲਿਖਿਆ ਆਊਗਾ ਤੁਹਾਨੂੰ, ਠੀਕ ਆ। ਸੋ ਇਹਦੇ ਵਿੱਚ ਸਾਰੀਆਂ ਪਾਵਰਸ ਵਗੈਰਾ ਸਾਰਾ ਕੁਝ 315 ਤੋਂ ਲੈ ਕੇ 323 ਤੱਕ ਦਰਜ ਹੈ। हाँ जी स्टेट पब्लिक सर्विस कमीशन ये भी सारा कुछ दर्ज है 315 तो लैके 323 तक। इलैक्शन कमीशन ऑफ इंडिया बहुत 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 क्वेश्चन पूछे जाते हैं ये जी, सीधा सीधा आर्टिकल भी पूछ लेंगे ने। PSSB के हुणे जेल वार्डन के सीधा सीधा आर्टिकल पूछ लिया उन्होंने, ठीक है जी। 324 नंबर आर्टिकल नैशनल कमीशन ऑफ SC, ठीक है जी, शेड्यूल कास्ट का, यदा 338 नंबर आ भी पेपर के क्वेश्चन बनया होया, तुहानूं याद होना चाहिए। हुण देखो जी ये थोड़ा जिहा फर्क आ, ध्यान नाल देख लिओ। जिद्दां कि पहलां SC का नैशनल कमीशन सी, इस तरह नैशनल कमीशन ST शेड्यूल ट्राइब्स का 338A ਦੇ ਵਿੱਚ ਦਰਜ ਆ। ਨੈਸ਼ਨਲ ਕਮਿਸ਼ਨ ਫॉर ਬੈਕਵਰਡ ਕਲਾਸਿਸ ਦਾ 338B ਦੇ ਵਿੱਚ ਦਰਜ ਆ। ਇਹ ਯਾਦ ਹੋਣੇ ਚਾਹੀਦੇ ਨੇ। ਹੁਣ ਜੀ ਸ਼ਡਿਊਲ ਏਰੀਆ ਤੇ ਸ਼ਡਿਊਲ ਟ੍ਰਾਈਬਸ ਦੇ ਵੀ ਇੱਕ ਕਮਿਸ਼ਨ ਬਣਿਆ ਹੋਇਆ, ਠੀਕ ਆ। ਇਹ ਏਰੀਆ ਤੇ ਟ੍ਰਾਈਬਸ ਦੀ ਗੱਲ ਹੋ ਰਹੀ ਆ ਤੇ ਇਹਦੇ ਲਈ ਬਣਿਆ ਹੋਇਆ ਜੀ ਆਪਣਾ ਇਹ ਨੈਸ਼ਨਲ ਕਮਿਸ਼ਨ ਆ ਇਹ, ਠੀਕ ਆ। ਸ਼ਡਿਊਲ ਏਰੀਆ ਨੇ ਸ਼ਡਿਊਲ ਟ੍ਰਾਈਬਸ ਕਮਿਸ਼ਨ ਇਹ 339 ਚ ਦਰਜ ਆ। ਬੈਕਵਰਡ ਕਲਾਸ ਤੇ ਕਮਿਸ਼ਨ ਦੇ ਉੱਤੇ 340 ਚ, ਮਤਲਬ ਇਹ ਦੋਨੇ ਇੱਕ ਦੇ ਵਿੱਚ ਦਰਜ ਆ ਤੇ ਬੈਕਵਰਡ ਕਲਾਸ 340 ਚ। ਇਹ ਸਾਰੇ ਯਾਦ ਹੋਣੇ ਚਾਹੀਦੇ ਆ ਤੁਹਾਨੂੰ। 20 ਦੇ 20 ਤੁਹਾਨੂੰ ਕਨਸਟੀਟਿਊਸ਼ਨਲ ਬੋਡੀਜ਼ ਯਾਦ ਹੋਣੀਆਂ ਚਾਹੀਦੀਆਂ। ਇਹਦੇ ਆਰਟੀਕਲ ਯਾਦ ਹੋਣੇ ਚਾਹੀਦੇ। ਅਫੀਸ਼ੀਅਲ ਲੈਂਗੁਏਜ ਕਮਿਸ਼ਨ ਐਂਡ ਅਫੀਸ਼ੀਅਲ ਲੈਂਗੁਏਜ ਕਮੇਟੀ ਜਿਹੜਾ ਪਾਰਲੀਮੈਂਟ ਦਾ, ਮੈਂ ਤੁਹਾਨੂੰ ਪਿਛਲੀ ਕਲਾਸ 'ਚ ਵੀ ਕਰਾਤਾ ਸੀ, 344 ਨੰਬਰ ਆਰਟੀਕਲ ਦੇ ਵਿੱਚ ਦਰਜ ਆ, ਠੀਕ ਆ। ਅਫੀਸ਼ੀਅਲ ਲੈਂਗੁਏਜ ਬਾਰੇ ਸਾਰਾ ਕੁਝ ਡਿਟੇਲ ਦੇ ਵਿੱਚ ਆ। ਸਪੈਸ਼ਲ ਆਫਿਸ ਆਫ ਲਿੰਗੁਇਸਟਿਕ ਮਾਈਨੋਰਿਟੀ ਲਈ 350B ਆਰਟੀਕਲ ਦਰਜ ਆ, ਠੀਕ ਹੈ ਜੀ। ਸੋ ਇਹ ਯਾਦ ਹੋਣਾ ਚਾਹੀਦਾ। ਹੁਣ ਆਪਾਂ ਅੱਗੇ ਕਰਦੇ ਹਾਂ ਜੀ, ਹੁਣ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। हाँ जी ਅਟਾਰਨੀ ਜਨਰਲ ਆਫ ਇੰਡੀਆ ਬਹੁਤ ਵਾਰ ਪੇਪਰ ਦੇ ਵਿੱਚੋਂ ਇਹਦੇ ਚੋਂ ਕੁਐਸਚਨ ਪੁੱਛੇ ਜਾਂਦੇ ਨੇ। ਇੰਨੇ ਵਧੀਆ ਪੁਆਇੰਟ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਿ ਪੇਪਰ ਦੇ ਵਿੱਚ ਜੇਕਰ ਇਹਦੇ ਵਿੱਚੋਂ ਕੋਈ ਵੀ ਕੁਐਸਚਨ ਆਊਗਾ ਉਹ ਆਪਣੀ ਇਸ ਕਲਾਸ ਚੋਂ ਬਾਹਰ ਨਹੀਂ ਜਾਊਗਾ, ਚਾਹੇ ਜਿੰਨਾ ਮਰਜ਼ੀ ਔਖਾ ਕੁਐਸਚਨ ਪੁੱਛ ਲਵੇ, ਠੀਕ ਹੈ ਜੀ। हाँ जी पहला मैं ਤੁਹਾਨੂੰ कराता कि 76 नंबर ਜਿਹੜਾ ਵਾ ਆਰਟੀਕਲ ਦੇ ਉੱਤੇ ਦਰਜ ਆ ਆਪਣਾ ਅਟਾਰਨੀ ਜਨਰਲ ਆਫ ਇੰਡੀਆ ਲਈ। ਪਹਿਲਾਂ ਹੀ ਕਰਾਤਾ ਤੁਹਾਨੂੰ ਕਿ ਹਾਈਐਸਟ ਲਾਅ ਆਫੀਸਰ ਜਿਹੜਾ ਵਾ ਉਹ ਕੰਟਰੀ ਦਾ ਕੌਣ ਆ ਜੀ, ਆਪਣਾ ਅਟਾਰਨੀ ਜਨਰਲ ਆਫ ਇੰਡੀਆ। ਇਹਦੇ ਵਿੱਚ ਬਿਲਕੁਲ ਵੀ ਕਨਫਿਊਜ਼ ਨਾ ਹੋਵੇ, ਠੀਕ ਆ। ਐਡਵੋਕੇਟ ਜਨਰਲ ਆਫ ਸਟੇਟ ਅਲੱਗ ਆ ਤੇ ਅਟਾਰਨੀ ਜਨਰਲ ਆਫ ਇੰਡੀਆ ਅਲੱਗ ਆ, ਠੀਕ ਆ। ਹੀ ਇਜ਼ ਦਾ ਪਾਰਟ ਆਫ ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚ ਆ। ਕਈ ਵਾਰ ਨਾ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਇਸ ਹਿਸਾਬ ਨਾਲ ਘੁਮਾ ਕੇ ਪੁੱਛਦੇ ਨੇ ਕਿ ਸਟੇਟਮੈਂਟ ਬੇਸ ਤੁਹਾਨੂੰ ਦੇ ਦੇਣਗੇ। PSSB ਦੇ ਪੇਪਰ ਦੇ ਵਿੱਚ ਰਿਪੀਟ ਹੋਇਆ ਕੁਐਸਚਨ ਆ। ਕਈ ਵਾਰ ਨਾ ਤੁਹਾਨੂੰ ਉਹ ਸਾਰੇ ਕੁਝ ਕਰਕੇ ਮਤਲਬ ਇਸ ਤਰ੍ਹਾਂ ਨਹੀਂ ਕਿ ਹਾਂਜੀ ਪ੍ਰਾਈਮ ਮਿਨਿਸਟਰ ਨਹੀਂ ਦੇਣਗੇ ਐਡ ਜਾਂ ਕੌਂਸਲ ਆਫ ਮਿਨਿਸਟਰ ਨਹੀਂ ਦੇਣਗੇ ਐਡ। ਇਹਦੇ ਵਿੱਚ ਜ਼ਰੂਰੀ ਯਾਦ ਰੱਖਣਾ ਇਹ ਜੀ ਆਪਣਾ ਯੂਨੀਅਨ ਐਗਜ਼ੀਕਿਊਟਿਵ ਆ, ਇਹ ਯਾਦ ਰੱਖਣਾ, ਠੀਕ ਆ। ਇਹ ਕੋਈ ਪਬਲਿਕ ਉਹ ਨਹੀਂਗਾ। ਤਾਂ ਇਹਦੇ ਵਿੱਚ ਕਿਹੜੇ ਆਉਂਦੇ ਨੇ ਆਪਣੇ ਪ੍ਰੈਜ਼ੀਡੈਂਟ ਆਉਂਦਾ, ਵਾਈਸ ਪ੍ਰੈਜ਼ੀਡੈਂਟ ਵੀ ਯੂਨੀਅਨ ਐਗਜ਼ੀਕਿਊਟਿਵ ਆ। ਮੈਂ ਤੁਹਾਨੂੰ ਕਰਵਾਇਆ ਹੋਇਆ ਇਹਦੇ ਜੋ ਡਾਇਰੈਕਟ ਮੈਂ PSSB ਦਾ ਇੱਕ ਪੇਪਰ ਚੱਕ ਲਓ, ਉਹ 'ਚ ਡਾਇਰੈਕਟ ਇਹ ਚੀਜ਼ ਪਾਈ ਹੋਈ ਸੀ ਉਹਨਾਂ ਨੇ ਤੇ ਨਾਲ ਉਹਨਾਂ ਨੇ ਐਂ ਦਿੱਤੇ ਹੋਏ ਸੀ। ਦੇਖੋ ਜੀ ਇੱਕ ਦੇ ਵਿੱਚ ਉਹਨਾਂ ਨੇ ਦਿੱਤਾ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਤੇ ਕੌਂਸਲ ਆਫ ਮਿਨਿਸਟਰ, ਅਟਾਰਨੀ ਜਨਰਲ ਆਫ ਇੰਡੀਆ। ਹੁਣ ਕਈ ਕੈਂਡੀਡੇਟ ਉਹਦੇ 'ਚ ਕਨਫਿਊਜ਼ ਹੋਏ ਕਿ ਅਟਾਰਨੀ ਜਨਰਲ ਆਫ ਇੰਡੀਆ ਵੀ ਵਿੱਚ ਦੇ ਵਿੱਚ ਉਹਨਾਂ ਦੇ ਵਿੱਚ ਕਿਸੇ ਆਪਸ਼ਨ ਦੇ ਵਿੱਚ ਨਹੀਂ ਦਿੱਤਾ ਹੋਇਆ ਸੀ। ਉਹਨਾਂ ਨੂੰ ਲੱਗਿਆ ਕਿ ਹਾਂਜੀ ਇਹ ਤਾਂ ਯੂਨੀਅਨ ਐਗਜ਼ੀਕਿਊਟਿਵ ਹੋ ਨਹੀਂ ਸਕਦਾ ਕਿਉਂਕਿ ਇਹ ਤਾਂ ਸਿਰਫ ਕੌਂਸਲ ਆਫ ਮਿਨਿਸਟਰ ਤੱਕ ਖਤਮ ਹੋ ਗਿਆ, ਪਰ ਇਹ ਵੀ ਹੈਗਾ, ਇਹ ਯਾਦ ਰੱਖਣਾ, ਠੀਕ ਆ। ਇਹ ਯੂਨੀਅਨ ਐਗਜ਼ੀਕਿਊਟਿਵ ਦਾ ਹੀ ਹਿੱਸਾ ਵਾ ਅਟਾਰਨੀ ਜਨਰਲ ਆਫ ਇੰਡੀਆ, ਠੀਕ ਹੈ ਜੀ। ਇਹ ਸਾਰੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਇਹ ਸਾਰੇ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਕਰਾਏ ਹੋਇਆ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਕੌਂਸਲ ਆਫ ਮਿਨਿਸਟਰ, ਉਹਨਾਂ ਦੀ ਲੋਕ ਸਭਾ, ਰਾਜ ਸਭਾ, ਜਿਹੜੇ ਆਪਣੇ ਲੈਜਿਸਲੇਟਿਵ ਜਿਹੜਾ ਸੈਂਟਰ ਦੀਆਂ ਨੇ, ਸਾਰਾ ਪੂਰੀ ਡਿਟੇਲ ਦੇ ਵਿੱਚ ਆਪਣਾ ਕੀਤਾ ਹੋਇਆ ਵਾ। ਕਲਾਸਾਂ ਜ਼ਰੂਰ ਦੇਖੋ, ਮੈਂ ਬਾਰ-ਬਾਰ ਕਹਿ ਰਿਹਾ, ਅਜੇ ਤੱਕ ਹੋਏ ਜਿੰਨੇ ਵੀ ਪੰਜਾਬ ਦੇ ਪੇਪਰ ਹੋਏ ਨੇ, ਪੋਲਿਟਿਕਸ 'ਚ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ। ਚਾਹੇ ਤੁਸੀਂ ਪੰਜਾਬ ਪੁਲਿਸ ਦੇ ਪੇਪਰ ਜਾ ਕੇ ਦੇਖ ਲਓ, ਪੇਪਰ ਦੇ ਵਿੱਚ ਇਹਦੇ 'ਚੋਂ ਕੁਐਸਚਨ 101% ਆਉਣੇ ਹੀ ਆਉਣੇ ਆ ਤੇ ਇਹ ਤੁਹਾਡੇ ਬਿਨਾਂ ਥਿਊਰੀ ਕੀਤੇ ਕੰਮ ਨਹੀਂ ਬਣਨਾ। ਕੱਲਾ ਤੁਸੀਂ MCQ ਸਟੈਟਿਕ GK ਦੇ ਜੇ ਤੁਸੀਂ ਇਕੱਲੇ MCQ ਕਰ ਲਓਗੇ ਉਹਦੇ 'ਚ ਤੁਹਾਡਾ ਗੁਜ਼ਾਰਾ ਹੋ ਸਕਦਾ ਵਾ, ਪਰ ਇਹ ਸਬਜੈਕਟ ਇਹੋ ਜਿਹਾ ਬਿਨਾਂ ਥਿਊਰੀ ਪੜ੍ਹੇ ਤੁਹਾਨੂੰ ਇਹਦੇ 'ਚੋਂ ਕੁਐਸਚਨ ਤੁਸੀਂ ਜ਼ਿਆਦਾ ਸਹੀ ਨਹੀਂ ਕਰ ਸਕਦੇ, ਠੀਕ ਆ। ਸੋ ਥਿਊਰੀ ਕਰੋ, ਉਸ ਤੋਂ ਬਾਅਦ ਆਪਣਾ ਕਰੋ, ਠੀਕ ਆ ਜੀ। ਨੈਕਸਟ ਆ ਗਿਆ ਜੀ ਸਾਡਾ ਇੱਕ ਵਿਅਕਤੀ। ਹੁਣ ਦੇਖੋ ਜੀ ਕਿਹੜਾ ਵਿਅਕਤੀ ਆ। ਹੁਣ ਕਈ ਵਾਰ ਪੇਪਰ 'ਚ ਆਊਗਾ ਜੀ ਕੌਣ ਆਪਣਾ ਅਟਾਰਨੀ ਜਨਰਲ ਆਫ ਇੰਡੀਆ ਦੇ ਦਫ਼ਤਰ ਲਈ ਯੋਗ ਹੁੰਦਾ। ਸਿੱਧੀ ਗੱਲ ਆ, ਜਿਹੜੀਆਂ ਯੋਗਤਾਵਾਂ ਸੁਪਰੀਮ ਕੋਰਟ ਦੇ ਜੱਜ ਦੀਆਂ ਹੋਣੀਆਂ ਚਾਹੀਦੀਆਂ ਨੇ ਉਹ ਯੋਗ ਹੁੰਦਾ ਬਸ, ਠੀਕ ਹੈ ਜੀ। ਸੁਪਰੀਮ ਕੋਰਟ ਆਪਾਂ ਤੁਹਾਨੂੰ ਕਰਾਇਆ ਹੋਇਆ, ਉਹਦੇ ਜੱਜ ਦੀਆਂ ਯੋਗਤਾਵਾਂ ਕਿੰਨੀਆਂ ਹੁੰਦੀਆਂ ਨੇ, ਕਿਹਦੇ ਵਿੱਚ ਕਿੰਨੇ ਸਾਲ ਦੇ ਵਿੱਚ ਉਹਦੀ ਕਿਹੜੇ ਕੋਰਟ ਦੇ ਵਿੱਚ ਕਿੰਨੀ ਪ੍ਰੈਕਟਿਸ ਹੋਣੀ ਚਾਹੀਦੀ ਆ, ਕਿੰਨੇ ਸਾਲ ਉਹ ਜੱਜ ਰਹਿਣਾ ਚਾਹੀਦਾ, ਸਾਰਾ ਡਿਟੇਲ ਦੇ ਵਿੱਚ ਮੇਰਾ ਕਰਾਇਆ। ਸੇਮ ਟੂ ਸੇਮ ਸੁਪਰੀਮ ਕੋਰਟ ਦਾ ਜੱਜ ਦੇ ਤੌਰ ਦੇ ਉੱਤੇ ਜਿਹੜਾ ਬੰਦਾ ਨਿਯੁਕਤ ਹੋਣ ਲਈ ਯੋਗ ਹੁੰਦਾ, ਉਹ ਬੰਦਾ ਆਪਣਾ ਅਟਾਰਨੀ ਜਨਰਲ ਆਫ ਇੰਡੀਆ ਲਈ ਨਿਯੁਕਤ ਕਰ ਸਕਦੀ ਆ ਭਾਰਤ ਸਰਕਾਰ। ਸਿੱਧੀ ਗੱਲ ਆ ਜੀ, ਰਾਸ਼ਟਰਪਤੀ ਨਿਯੁਕਤ ਕਰਦਾ ਇਹਨੂੰ, ਪ੍ਰੈਜ਼ੀਡੈਂਟ ਸਿੱਧਾ ਨਿਯੁਕਤ ਕਰਦਾ ਵਾ, ਠੀਕ ਆ ਜੀ। ਪ੍ਰੈਜ਼ੀਡੈਂਟ ਨਿਯੁਕਤ ਕਰਦਾ ਤੇ ਉਹਦੀ ਖੁਸ਼ੀ ਦੇ ਦੌਰਾਨ, ਠੀਕ ਆ ਜੀ। ਆਪਣੀ ਉਹਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਇਹ ਚੀਜ਼ ਨਹੀਂ ਲਿਖੀ ਹੋਈ ਕਿ ਇਹਨੂੰ ਕਿੰਨੇ ਟਾਈਮ ਲਈ ਨਿਯੁਕਤ ਕੀਤਾ ਜਾ ਸਕਦਾ। ਰਾਸ਼ਟਰਪਤੀ ਦੀ ਖੁਸ਼ੀ ਦੇ ਨਾਲ, ਉਹਦੇ ਪਲੇਜ਼ਰ ਦੇ ਨਾਲ ਹੀ ਉਹ ਆਪਣਾ ਅਹੁਦਾ ਸੰਭਾਲੇ ਰੱਖਦਾ, ਠੀਕ ਹੈ। ਅਪਾਇੰਟ ਕੌਣ ਕਰਦਾ? ਰਾਸ਼ਟਰਪਤੀ ਕਰਦਾ। ਦੁਬਾਰਾ ਉਹਦੀ ਰੀਅਪਾਇੰਟਮੈਂਟ ਹੋ ਸਕਦੀ ਹੈ, ਮੰਨ ਲਓ ਅੱਜ ਉਹਦੀ ਹੋਈ ਆ ਤੇ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਮੰਨ ਲਓ ਉਹਨੂੰ ਰੀਅਪਾਇੰਟ ਕੀਤਾ ਜਾ ਸਕਦਾ ਕਿ ਨਹੀਂ? ਯੈਸ, ਕੀਤਾ ਜਾ ਸਕਦਾ, ਠੀਕ ਹੈ ਜੀ।
ਹਾਂਜੀ, ਭਾਰਤ ਦੇ ਅਟਾਰਨੀ ਜਨਰਲ ਨੂੰ ਭਾਰਤ ਦਾ ਰਾਸ਼ਟਰਪਤੀ ਰਿਮੂਵ ਕਰਦਾ। ਸਿੱਧੀ ਸਿੱਧੀ ਗੱਲ ਆ ਜੀ, ਰਾਸ਼ਟਰਪਤੀ ਰਿਮੂਵ ਕਰ, ਰਾਸ਼ਟਰਪਤੀ ਨੂੰ ਹੀ ਅਸਤੀਫਾ ਸੌਂਪਦਾ। ਬਸ ਸਾਰਾ ਦਾ ਸਾਰਾ ਲਿੰਕ ਪ੍ਰੈਜ਼ੀਡੈਂਟ ਨਾਲ ਜੁੜ ਗਿਆ। ਅਟਾਰਨੀ ਜਨਰਲ ਆਫ ਇੰਡੀਆ ਜਿੱਥੇ ਤੁਹਾਡਾ ਆ ਗਿਆ, ਪ੍ਰੈਜ਼ੀਡੈਂਟ ਇੱਕ ਕਰ ਦਿਓ ਬਸ, ਠੀਕ ਹੈ। ਚਾਹੇ ਉਹਦਾ ਰਾਸ਼ਟਰਪਤੀ, ਚਾਹੇ ਉਹਨੂੰ ਅਪਾਇੰਟ ਕਰਨ ਤੇ ਆ ਜਾਵੇ, ਚਾਹੇ ਉਹਨੂੰ ਰਿਮੂਵ ਕਰਨ ਤੇ ਆ ਜਾਵੇ, ਚਾਹੇ ਅਸਤੀਫਾ ਆ ਜਾਵੇ, ਰਾਸ਼ਟਰਪਤੀ ਲਾਉਣਾ ਤੁਸੀਂ ਬਸ, ਠੀਕ ਹੈ ਜੀ। ਰਵਾਇਤੀ ਤੌਰ ਤੇ ਉਹ ਅਸਤੀਫਾ ਜਦੋਂ ਦਿੰਦਾ ਹੈ, ਇੱਕ ਚੀਜ਼ ਹੋਰ ਯਾਦ ਰੱਖਣਾ, ਜਦੋਂ ਮੰਨ ਲਓ ਸਰਕਾਰ ਜਿਹੜੀ ਕਿ ਮੰਤਰੀਆਂ ਦੀ ਕੌਂਸਲ ਆਫ ਮਿਨਿਸਟਰ ਮੰਨ ਲਓ ਅਸਤੀਫਾ ਦਿੰਦੀ ਆ ਜਾਂ ਬਦਲੀ ਜਾਂਦੀ ਆ, ਮੰਨ ਲਓ ਉਹਨੂੰ ਉਦੋਂ ਉਸ ਟਾਈਮ ਦੇ ਉੱਤੇ ਵੀ ਅਸਤੀਫਾ ਦੇਣਾ ਪੈਂਦਾ, ਕਿਉਂਕਿ ਉਹ ਯੂਨੀਅਨ ਐਗਜ਼ੀਕਿਊਟਿਵ ਦਾ ਪਾਰਟ ਆ, ਤਾਂ ਕਰਕੇ ਉਹਨੂੰ ਅਸਤੀਫਾ ਤਾਂ ਦੇਣਾ ਹੀ ਪਏਗਾ। ਜੋ ਸਰਕਾਰ ਇੱਕ ਵਾਰ ਅਸਤੀਫਾ ਦੇ ਰਹੀ ਆ ਜਾਂ ਬਦਲੀ ਜਾ ਰਹੀ ਆ, ਕਿਉਂਕਿ ਉਸ ਦੀ ਸਲਾਹ ਤੇ ਹੀ ਇਹ ਨਿਯੁਕਤ ਕੀਤਾ ਜਾਂਦਾ। ਆਪਾਂ ਸਾਰਾ ਕੁਝ ਪੜ੍ਹਿਆ ਸੀ ਨਾ, ਜਦੋਂ ਆਪਣੀ ਪ੍ਰਾਈਮ ਮਿਨਿਸਟਰ ਜਾਂ ਕੌਂਸਲ ਆਫ ਮਿਨਿਸਟਰ ਪੜ੍ਹਿਆ ਸੀ, ਉਹ ਸਾਰਾ ਆਪਾਂ ਪੜ੍ਹਿਆ ਸੀ ਹਨਾ, ਵੀ ਹਾਂਜੀ ਕਿਹਦੀ ਸਲਾਹ ਦੇ ਉੱਤੇ ਰਾਸ਼ਟਰਪਤੀ ਨਿਯੁਕਤ ਜ਼ਰੂਰ ਕਰਦਾ ਹੁੰਦਾ ਵਾ, ਅਪਾਇੰਟ ਜ਼ਰੂਰ ਕਰਦਾ ਹੁੰਦਾ ਕਈ ਚੀਜ਼ਾਂ ਨੂੰ, ਪਰ ਤੁਸੀਂ ਇਹ ਚੀਜ਼ ਦੇਖਿਆ ਕਿ ਉਹਦੇ ਵਿੱਚ ਵੀ ਆਪਣੀ ਪ੍ਰਧਾਨ ਮੰਤਰੀ ਕੌਂਸਲ ਆਫ ਮਿਨਿਸਟਰ ਦੀ ਸਲਾਹ ਦੇ ਉੱਤੇ, ਏਡ ਐਂਡ ਐਡਵਾਈਸ ਦੇ ਉੱਤੇ ਹੀ ਨਿਯੁਕਤ ਕਰਦਾ ਹੁੰਦਾ ਹੈ, ਠੀਕ ਆ। ਵੈਸੇ ਪੇਪਰ ਦੇ ਵਿੱਚ ਜ਼ਿਆਦਾਤਰ ਕੁਐਸਚਨ ਇਹੀ ਪੁੱਛਿਆ ਜਾਂਦਾ ਵਾ ਕਿ ਹਾਂਜੀ ਕੌਣ ਅਪਾਇੰਟ ਕਰਦਾ, ਸਿੱਧੀ ਸਿੱਧੀ ਗੱਲ ਆ, ਪ੍ਰੈਜ਼ੀਡੈਂਟ ਆਊਗਾ। ਤਾਂ ਜੀ ਅਟਾਰਨੀ ਜਨਰਲ ਨੂੰ ਹਟਾਉਣ ਦੀ ਪ੍ਰਕਿਰਿਆ ਅਤੇ ਅਧਿਕਾਰ, ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹਦੇ ਵਿੱਚ ਹਟਾਉਣ ਦਾ ਕੋਈ ਵੀ ਪ੍ਰਕਿਰਿਆ ਨਹੀਂ ਦਿੱਤੀ, ਵੀ ਹਾਂ ਵੀ ਇਹਦੇ ਵਿੱਚ ਤੁਹਾਨੂੰ ਉਹ ਕਰਨਾ ਪੈਣਾ ਵਾ, ਕੋਈ ਮਤਲਬ ਇਹਦੇ ਵਿੱਚ ਰਿਮੂਵਲ ਦਾ ਪ੍ਰੋਸੈਸ ਚਲਾਉਣਾ ਪੈਣਾ, ਕੋਈ ਪਾਸ ਕਰਨਾ ਪੈਣਾ ਬਿੱਲ ਵਗੈਰਾ, ਸੋ ਇਹਦਾ ਕੁਝ ਨਹੀਂ ਲਿਖਿਆ ਹੋਇਆ। ਇਹਨੂੰ ਬਸ ਰਾਸ਼ਟਰਪਤੀ ਦੇ ਨਾਲ ਹੀ ਤਾਲੁਕਾਤ ਹੈ ਇਹਦਾ, ਬਸ ਰਾਸ਼ਟਰਪਤੀ ਇਹਨੂੰ ਹਟਾ ਸਕਦਾ ਵਾ। ਹਾਂਜੀ, ਆਰਟੀਕਲ ਜੇਕਰ ਆਪਾਂ ਗੱਲ ਕਰੀਏ, ਇੱਕ ਨਾ ਮੰਨ ਲਓ ਸੁਪਰੀਮ ਕੋਰਟ, ਮਤਲਬ ਕਿ ਰਾਸ਼ਟਰਪਤੀ ਦੁਆਰਾ ਸੁਪਰੀਮ ਕੋਰਟ ਨੂੰ ਦਿੱਤੇ ਹਵਾਲਿਆਂ ਵਿੱਚ ਗਵਰਨਮੈਂਟ ਆਫ ਇੰਡੀਆ ਦੀ ਨੁਮਾਇੰਦਗੀ ਕਰਦਾ ਹੈ, ਠੀਕ ਹੈ ਜੀ। ਗਵਰਨਮੈਂਟ ਆਫ, ਆਪਾਂ ਨੂੰ ਪਤਾ ਕਿ ਗਵਰਨਮੈਂਟ ਆਫ ਇੰਡੀਆ ਦੀ ਨੁਮਾਇੰਦਗੀ ਕਰੂਗਾ ਇਹ, ਠੀਕ ਹੈ ਜੀ। ਧਾਰਾ 343 ਦੇ ਵਿੱਚ ਜਿਹੜੀ ਚੀਜ਼ ਲਿਖੀ ਹੋਈ ਆ ਸੁਪਰੀਮ ਕੋਰਟ ਦੇ ਵਿੱਚ, ਮੈਂ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਕਰਵਾਈ ਹੋਈ ਆ, ਸੋ ਆਪਾਂ ਇਹਦੇ ਉੱਤੇ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਹੈਗਾ। ਹਾਂਜੀ, ਰਾਸ਼ਟਰਪਤੀ ਦੁਆਰਾ ਉਹਨਾਂ ਨੂੰ ਭੇਜੇ ਗਏ ਕਾਨੂੰਨੀ ਮਾਮਲਿਆਂ ਉੱਤੇ ਸਰਕਾਰ ਨੂੰ ਸਲਾਹ ਦਿੰਦਾ। ਦੇਖੋ ਜੀ, ਕਿਉਂਕਿ ਹੁਣ ਉਹੀ ਆ ਨਾ, ਹਾਈਐਸਟ ਲਾਅ ਆਫੀਸਰ ਹੋ ਗਿਆ ਤਾਂ ਸਲਾਹ ਦਊਗਾ ਹੀ ਉਹ, ਹਨਾ, ਕੋਈ ਵੀ ਕਾਨੂੰਨੀ ਮਾਮਲਾ ਹੋਊਗਾ, ਸੋ ਇਹ ਤਾਂ ਨਾਰਮਲੀ ਗੱਲ ਆ, ਹਨਾ, ਇਹਦੇ ਵਿੱਚ ਤਾਂ ਤੁਹਾਨੂੰ ਯਾਦ ਕਰਨ ਦੀ ਜ਼ਰੂਰਤ ਹੀ ਨਹੀਂਗੀ। ਹੁਣ ਜੀ ਸਰਕਾਰ ਨਾਲ ਸੰਬੰਧਿਤ ਸਾਰੇ ਮਾਮਲੇ, ਜਿਵੇਂ ਕਿ ਸੁਪਰੀਮ ਕੋਰਟ ਦੇ ਵਿੱਚ ਮੰਨ ਲਓ ਗਵਰਨਮੈਂਟ ਆਫ ਇੰਡੀਆ ਦੀ ਤਰਫੋਂ ਪੇਸ਼ ਹੁੰਦਾ, ਮੰਨ ਲਓ ਕਿ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਕੋਈ ਵੀ ਮਾਮਲਾ ਦਰਜ ਆ, ਕੋਈ ਵੀ ਕੇਸ ਆ ਜਾਂ ਕੋਈ ਵੀ ਪ੍ਰੋਬਲਮ ਚੱਲ ਰਹੀ ਆ, ਤਾਂ ਸੁਪਰੀਮ ਕੋਰਟ ਦੇ ਵਿੱਚ ਉਹ ਮੰਨ ਲਓ ਮਾਮਲਾ ਚਲਾ ਗਿਆ ਗਵਰਨਮੈਂਟ ਆਫ ਇੰਡੀਆ ਤੇ ਕੇਸ ਹੋ ਗਿਆ, ਤਾਂ ਕੌਣ ਇਹਦੀ ਨੁਮਾਇੰਦਗੀ ਕੌਣ ਕਰੂਗਾ? ਮੰਨ ਲਓ ਕਿ ਇਹਨਾਂ ਦੇ ਬਿਹਾਫ ਤੋਂ ਕੌਣ ਜਾਊਗਾ? ਆਪਣਾ ਇਹਨੂੰ ਜਾਊਗਾ ਆਪਣਾ ਅਟਾਰਨੀ ਜਨਰਲ ਆਫ ਇੰਡੀਆ, ਠੀਕ ਆ ਜੀ। ਲੋੜ ਪੈਣ ਤੇ ਉਹ ਗਵਰਨਮੈਂਟ, ਮੰਨ ਲਓ ਗਵਰਨਮੈਂਟ ਆਫ ਇੰਡੀਆ ਤੇ ਹਾਈ ਕੋਰਟ ਦੇ ਵਿੱਚ ਵੀ ਕਈ ਵਾਰ ਮਾਮਲਾ ਆ ਜਾਂਦਾ ਵਾ, ਹਨਾ, ਵੀ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਹੋ ਗਿਆ, ਤਾਂ ਉਹ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਵੀ ਵੱਲੋਂ ਹਾਈ ਕੋਰਟ ਦੇ ਵਿੱਚ ਵੀ ਜਾ ਸਕਦਾ, ਠੀਕ ਆ। ਜ਼ਰੂਰੀ ਨਹੀਂ ਵੀ ਇਕੱਲੇ ਸੁਪਰੀਮ ਕੋਰਟ ਦੇ ਵਿੱਚ ਹੀ ਉਹ ਨੁਮਾਇੰਦਗੀ ਕਰੂਗਾ, ਬਹੁਤ ਪਾਵਰਸ ਦਿੱਤੀਆਂ ਹੋਈਆਂ ਨੇ ਇਹਨੂੰ। ਹਾਂਜੀ, ਨੈਕਸਟ ਰਾਈਟਸ, ਅਧਿਕਾਰ ਦੇਖੋ ਜੀ, ਸਿੱਧੀ ਗੱਲ ਆ ਜੀ। ਅਟਾਰਨੀ ਜਨਰਲ ਭਾਰਤ ਦੇ ਖੇਤਰ ਦੇ ਵਿੱਚ, ਪੂਰੀ ਇੰਡੀਆ ਦੇ ਵਿੱਚ ਚਾਹੇ ਕੋਈ ਵੀ ਅਦਾਲਤ ਹੋਵੇ, ਉਹਦੇ 'ਚ ਉਹ ਰਾਈਟ ਟੂ ਆਡੀਅੰਸ, ਮਤਲਬ ਹਾਜ਼ਰ ਰਹਿ ਸਕਦਾ, ਹਾਜ਼ਰ ਰਹਿ ਕੇ ਦੇਖ ਸਕਦਾ ਸਾਰਾ ਪ੍ਰੋਸੈਸ ਕਿ ਹਾਂਜੀ ਕਿਵੇਂ ਹੋ ਰਿਹਾ ਵਾ, ਠੀਕ ਆ। ਇਹ ਚੀਜ਼ ਆ, ਇਹ PPSC ਨਾਇਬ ਤਹਿਸੀਲਦਾਰ 2022 ਦੇ ਵਿੱਚ ਕੁਐਸਚਨ ਪੁੱਛਿਆ ਹੋਇਆ ਸੀਗਾ ਕਿ ਆਪਣਾ ਅਟਾਰਨੀ ਜਨਰਲ ਆਫ ਇੰਡੀਆ ਕਿੱਥੇ ਕਿੱਥੇ ਭਾਗ ਲੈ ਸਕਦਾ ਵਾ। ਦੇਖੋ ਹੁਣ ਆਹ ਦੇਖੋ ਜੀ, ਇਹਦੇ ਵਿੱਚ ਸਾਰਾ ਆਹ ਨਿੱਕਾ ਜਿਹਾ ਪੁਆਇੰਟ ਹੈ, ਇਹ 'ਚ 3 ਪੁਆਇੰਟ 4 ਪੁਆਇੰਟ ਮਾਰ ਕੇ ਨਾ ਇਹਨਾਂ ਨੇ ਚੁੱਪ ਕਰਕੇ ਤੁਹਾਨੂੰ ਉਹ ਕੁਐਸਚਨ ਪਾ ਦਿੱਤਾ ਸੀ, ਤੇ ਇਹ ਜੇ ਕੁਐਸਚਨ ਪੱਕੇ ਸਿੱਧੇ ਨੰਬਰ ਦੇ ਕੇ ਜਾਂਦੇ ਆ ਜੀ। ਹੀ ਇਜ਼ ਦਾ ਰਾਈਟ ਟੂ ਸਪੀਕ ਐਂਡ ਟੇਕ ਪਾਰਟ ਇਨ ਪਾਰਲੀਮੈਂਟਰੀ ਪ੍ਰੋਸੀਡਿੰਗ, ਪਾਰਲੀਮੈਂਟ ਦੇ ਵਿੱਚ ਕੋਈ ਵੀ ਪ੍ਰੋਸੀਡਿੰਗ ਹੋ ਰਹੀ ਆ ਤਾਂ ਇਹ ਪਾਰਟ ਲੈ ਸਕਦਾ, ਚਾਹੇ ਉਹ ਲੋਕ ਸਭਾ ਚਾਹੇ ਰਾਜ ਸਭਾ। ਹੁਣ ਦੇਖੋ ਜੀ, ਉਹਨਾਂ ਨੇ ਕੁਐਸਚਨ ਪੁੱਛਿਆ ਹੋਇਆ ਸੀ ਕੀ ਉਹ ਬੋਲ ਸਕਦਾ ਪਾਰਲੀਮੈਂਟ ਦੇ ਵਿੱਚ? ਹਾਂਜੀ ਬੋਲ ਸਕਦਾ, ਰਾਈਟ ਟੂ ਸਪੀਕ ਉਹਨੂੰ ਹੈਗਾ ਵਾ। ਇਹ ਵਾਲੇ ਤਿੰਨ ਆਪਸ਼ਨਾਂ ਦਿੱਤੀਆਂ ਹੋਈਆਂ ਸੀਗੀਆਂ, ਤਾਂ ਰਾਈਟ ਟੂ ਸਪੀਕ ਹੈਗਾ, ਬਿਲਕੁਲ ਸਹੀ ਆ ਜੀ। ਆਪਣੀ ਪਾਰਲੀਮੈਂਟ ਦੇ ਵਿੱਚ ਕੋਈ ਵੀ ਪ੍ਰੋਸੀਡਿੰਗ ਹੋ ਰਹੀ ਆ ਤਾਂ ਸੈਸ਼ਨ ਦੇ ਵਿੱਚ ਇਹ ਬੋਲ ਸਕਦਾ, ਭਾਗ ਵੀ ਲੈ ਸਕਦਾ ਵਾ, ਠੀਕ ਆ, ਟੇਕ ਪਾਰਟ ਲੈ ਸਕਦਾ। ਦੂਜੀ ਆਪਸ਼ਨ ਉਹਨਾਂ ਨੇ ਦਿੱਤੀ ਸੀ ਕਿ ਲੋਕ ਸਭਾ ਦਿੱਤਾ ਹੋਇਆ ਸੀ, ਉਹਨਾਂ ਨੇ ਰਾਜ ਸਭਾ ਨਹੀਂ ਸੀ ਦਿੱਤਾ, ਤਾਂ ਉਹਨਾਂ ਨੇ ਕਿਹਾ ਜੀ ਲੋਕ ਸਭਾ ਦੇ ਵਿੱਚ ਕੀ ਉਹ ਮੰਨ ਲਓ ਕਿ ਕੋਈ ਕਮੇਟੀ ਬਣੀ ਆ ਤਾਂ ਉਹ ਕਮੇਟੀ ਦਾ ਮੈਂਬਰ ਬਣ ਸਕਦਾ, ਬਿਲਕੁਲ ਬਣ ਸਕਦਾ ਜੀ। ਅਟਾਰਨੀ ਜਨਰਲ ਆਫ ਇੰਡੀਆ ਪਾਰਲੀਮੈਂਟ ਦੀ ਕੋਈ ਵੀ ਕਮੇਟੀ ਬਣੀ ਆ ਤਾਂ ਉਹਦਾ ਮੈਂਬਰ ਬਣਾਇਆ ਜਾ ਸਕਦਾ ਵਾ। ਪਰ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਆ, ਪਰ ਉਹ ਕਿਸੇ ਵੀ ਮਾਮਲੇ ਦੇ ਵਿੱਚ ਮੰਨ ਲਓ ਕੋਈ ਵੋਟਿੰਗ ਹੁੰਦੀ ਆ ਕੋਈ ਬਿੱਲ ਨੂੰ ਲੈ ਕੇ ਜਾਂ ਕਿਸੇ ਹੋਰ ਮੁੱਦੇ ਨੂੰ ਲੈ ਕੇ, ਤਾਂ ਉਹਦੇ ਵਿੱਚ ਉਹ ਵੋਟਿੰਗ ਨਹੀਂ ਕਰ ਸਕਦਾ, ਵੋਟਿੰਗ ਦਾ ਅਧਿਕਾਰ ਨਹੀਂ ਹੁੰਦਾ, ਸਿਰਫ ਟੇਕ ਪਾਰਟ, ਠੀਕ ਆ ਜੀ, ਸਿਰਫ ਹਿੱਸਾ ਲੈ ਸਕਦਾ, ਉਹਨਾਂ ਚੀਜ਼ਾਂ 'ਚ ਬੋਲ ਸਕਦਾ ਵਾ, ਪਾਰਟੀ ਦਾ ਮੈਂਬਰ ਬਣ ਸਕਦਾ, ਪਰ ਉਹ ਵੋਟ ਨਹੀਂ ਕਰ ਸਕਦਾ। ਮੋਸਟ ਇੰਪੋਰਟੈਂਟ ਲਾਈਨ ਆ ਇਹ, ਠੀਕ ਆ। ਇਹੀ ਚੀਜ਼ ਦਿੱਤੀ ਹੋਈ ਸੀਗੀ ਉਹਨਾਂ ਨੇ, ਸਿਰਫ ਇੱਕ ਪੁਆਇੰਟ ਆ ਪਾਇਆ ਹੋਇਆ ਸੀ ਕਿ ਉਹ ਵੋਟ ਵੀ ਕਰ ਸਕਦਾ ਵਾ, ਉਹ ਗਲਤ ਹੋ ਗਿਆ, 1 2 3 ਸਹੀ ਹੋ ਗਿਆ ਸੀਗਾ। ਨੈਕਸਟ ਚੱਲਦੇ ਹਾਂ ਜੀ। ਹਾਂਜੀ, ਸੰਸਦ ਦੇ ਮੈਂਬਰ ਨੂੰ ਉਪਲਬਧ ਸਾਰੇ ਵਿਸ਼ੇਸ਼ ਅਧਿਕਾਰ ਅਤੇ ਛੋਟ ਐਡਵੋਕੇਟ ਜਨਰਲ, ਅਟਾਰਨੀ ਜਨਰਲ ਨੂੰ ਦਿੱਤੀ ਜਾਂਦੀ ਹੈ, ਠੀਕ ਹੈ ਜੀ। ਅਟਾਰਨੀ ਜਨਰਲ, ਐਡਵੋਕੇਟ ਜਨਰਲ ਮੂੰਹ ਚੋਂ ਨਿਕਲ ਗਿਆ। ਹਾਂਜੀ, ਆਰਟੀਕਲ, ਬਸ ਹੁਣ ਇਹਦੇ ਵਿੱਚ ਜ਼ਿਆਦਾ ਆਪਾਂ ਨੂੰ ਉਹ ਕਰਨ ਦੀ ਲੋੜ ਨਹੀਂ। ਆਰਟੀਕਲ 76 ਸਿੱਧਾ ਕਹਿੰਦਾ ਜੀ ਅਟਾਰਨੀ ਜਨਰਲ ਆਫ ਇੰਡੀਆ ਹੋਊਗਾ। 88 ਦੇ ਵਿੱਚ ਰਾਈਟ ਦਿੱਤੇ ਹੋਏ ਅਟਾਰਨੀ ਜਨਰਲ ਦੇ ਪਾਰਲੀਮੈਂਟ ਦੇ ਤੇ ਇਹਦੀ ਕਮੇਟੀਆਂ ਦੇ ਵਿਰੁੱਧ, ਜਿਹੜੇ ਆਪਾਂ ਉੱਪਰ ਪੜ੍ਹੇ ਆ। 88 ਨੰਬਰ ਆਰਟੀਕਲ, ਕਈ ਵਾਰ ਆਰਟੀਕਲ ਪੁੱਛਦੇ ਨੇ, ਇਹ ਆਰਟੀਕਲ ਮੈਂ ਉਹੀ ਐਡ ਕੀਤੇ ਆ ਜਿਹੜੇ ਇਹਦੇ ਨਾਲ ਤਾਲੁਕਾਤ ਰੱਖਦੇ ਆ। 105 ਨੰਬਰ ਆਰਟੀਕਲ ਦੇ ਵਿੱਚ ਪਾਵਰ, ਪ੍ਰਿਵਿਲੇਜ ਐਂਡ ਇਮਿਊਨਿਟੀਜ਼ ਆਫ ਅਟਾਰਨੀ ਜਨਰਲ ਹੁੰਦਾ। ਬਸ ਸਿੰਪਲ ਆ, 3 ਆਰਟੀਕਲ ਯਾਦ ਕਰ ਲਓ। ਹੁਣ ਆਪਾਂ ਨੈਕਸਟ ਆਪਣੀ ਕਨਸਟੀਟਿਊਸ਼ਨਲ ਬੋਡੀ ਕਰਦੇ ਹਾਂ। ਹੁਣ ਆ ਗਏ ਜੀ ਆਪਾਂ ਰਾਜ ਦੇ ਐਡਵੋਕੇਟ ਜਨਰਲ ਦੇ। ਇਹ ਜਦੋਂ ਆਪਾਂ ਨਾ ਸਟੇਟ ਲੈਜਿਸਲੇਚਰ ਜਾਂ ਸਟੇਟ ਐਗਜ਼ੀਕਿਊਟਿਵ ਕੀਤੇ ਸੀ, ਇਹਦੇ ਵਿੱਚ ਮੈਂ ਤੁਹਾਨੂੰ ਵੈਸੇ ਕਵਰ ਕਰਾਤਾ ਸੀ, ਸੋ ਇਹਦੇ ਵਿੱਚ ਵੀ ਹੁਣ ਆਪਾਂ ਕਵਰ ਕਰ ਲੈਂਦੇ ਹਾਂ, ਠੀਕ ਆ। ਇਹ ਵੀ ਇੱਕ ਕਨਸਟੀਟਿਊਸ਼ਨਲ ਬੋਡੀ ਆ।
ਆਰਟੀਕਲ ਯਾਦ ਹੋਣਾ ਚਾਹੀਦਾ ਜੀ, ਰਾਜਾਂ ਦੇ ਵਿੱਚ ਇੱਕ ਐਡਵੋਕੇਟ ਜਨਰਲ ਹੋਣਾ ਚਾਹੀਦਾ। ਆਰਟੀਕਲ 165 ਇੱਕ ਕੁਐਸਚਨ ਤੁਹਾਡੇ ਲਈ ਜੀ, ਪਹਿਲਾਂ ਦੱਸੋ ਜੀ ਇਸ ਟਾਈਮ ਦੇ ਉੱਤੇ ਆਪਣਾ ਅਟਾਰਨੀ ਜਨਰਲ ਕੌਣ ਆ? ਇਸ ਟਾਈਮ ਦੇ ਉੱਤੇ ਕਰੰਟ ਅਟਾਰਨੀ ਜਨਰਲ ਆਫ ਇੰਡੀਆ ਕੌਣ ਆ ਜੀ? ਇਹ ਤੁਸੀਂ ਤੁਹਾਡਾ ਹੋਮਵਰਕ ਆ, ਤੁਸੀਂ ਆਨਸਰ ਦੇਣਾ ਵਾ, ਠੀਕ ਆ। ਕਮੈਂਟ ਪੇਪਰ 'ਚ ਕੁਐਸਚਨ ਆਏਗਾ, ਅੱਗੇ ਵੀ ਪੁੱਛਿਆ ਹੋਇਆ। ਹੁਣ ਇਸ ਟਾਈਮ ਦੇ ਪ੍ਰੈਜ਼ੈਂਟ ਦੇ ਵਿੱਚ 1 ਸਤੰਬਰ 2 ਸਤੰਬਰ ਨੂੰ ਕੌਣ ਆ ਇਸ ਟਾਈਮ ਦੇ ਅਟਾਰਨੀ ਜਨਰਲ ਆਫ ਇੰਡੀਆ, ਠੀਕ ਆ ਜੀ, ਦੱਸਣਾ ਤੁਸੀਂ। ਤੇ ਰਾਜ ਦਾ ਐਡਵੋਕੇਟ ਜਨਰਲ, ਹੁਣ ਜੀ ਐਡਵੋਕੇਟ ਜਨਰਲ ਵੀ ਤੁਸੀਂ ਤੇ ਮੈਨੂੰ ਦੱਸਣਾ ਕਿ ਇਸ ਟਾਈਮ ਪੰਜਾਬ ਰਾਜ ਦਾ ਐਡਵੋਕੇਟ ਜਨਰਲ ਕੌਣ ਆ, ਹੈਗਾ ਵੀ ਆ ਕਿ ਨਹੀਂ ਹੈਗਾ, ਠੀਕ ਹੈ ਜੀ, ਦੇਖ ਕੇ ਦੱਸਣਾ ਵਾ। ਸੋ ਸੰਵਿਧਾਨ ਦੀ ਧਾਰਾ ਕਹਿੰਦੀ ਜੀ 165 ਨੰਬਰ ਆਰਟੀਕਲ ਦੇ ਵਿੱਚ ਕਹਿ ਰਹੀ ਆ ਜੀ ਉਹ ਕਿ ਐਡਵੋਕੇਟ ਜਨਰਲ ਹੋਣਾ ਚਾਹੀਦਾ ਸਟੇਟ ਦਾ। ਉਹਨਾਂ ਨੂੰ ਸੂਬੇ ਦਾ ਹਾਈਐਸਟ ਲਾਅ ਆਫੀਸਰ ਇਨ ਦੀ ਸਟੇਟ, ਉਹ ਪੂਰੀ ਕੰਟਰੀ ਦਾ ਹੁੰਦਾ ਅਟਾਰਨੀ ਜਨਰਲ ਆਫ ਇੰਡੀਆ। ਐਡਵੋਕੇਟ ਜਨਰਲ ਆਫ ਇੰਡੀਆ ਸਟੇਟ ਦਾ, ਮਤਲਬ ਰਾਜ ਦਾ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਕੋਈ ਵੀ ਆ, ਠੀਕ ਆ ਜੀ, ਉਹ ਰਾਜ ਦਾ ਹੋਏਗਾ, ਠੀਕ ਆ ਜੀ, ਸਟੇਟ ਦਾ ਆਪਣਾ ਹਾਈਐਸਟ ਲਾਅ ਆਫੀਸਰ। ਮਤਲਬ ਜਿਹੜੇ ਕੰਮ ਉਹ ਸੈਂਟਰ ਦੇ ਵਿੱਚ ਕਰਦਾ ਗੌਰਮੈਂਟ ਆਫ ਇੰਡੀਆ ਵੱਲੋਂ, ਉਹੀ ਗੌਰਮੈਂਟ ਆਫ ਪੰਜਾਬ ਵੱਲੋਂ ਇਹ ਕਰੂਗਾ ਆਪਣਾ ਹਾਈਐਸਟ ਲਾਅ ਆਫੀਸਰ, ਜਿਹਨੂੰ ਆਪਾਂ ਸਟੇਟ ਦਾ ਕਹਿ ਸਕਦੇ ਹਾਂ ਕਿ ਐਡਵੋਕੇਟ ਜਨਰਲ ਆਫ ਦਾ ਸਟੇਟ। ਹੁਣ ਜੀ ਜਿਵੇਂ ਆਪਾਂ ਪੜ੍ਹਿਆ ਸੀ ਕਿ ਅਟਾਰਨੀ ਜਨਰਲ ਦੀ ਜਿਹੜੀ ਨਿਯੁਕਤੀ ਕੌਣ ਕਰਦਾ ਹੁੰਦਾ ਵਾ? ਪ੍ਰੈਜ਼ੀਡੈਂਟ ਕਰਦਾ ਹੁੰਦਾ। ਇਹਦੇ ਵਿੱਚ ਆਪਾਂ ਨੂੰ ਪਤਾ ਵੀ ਪ੍ਰੈਜ਼ੀਡੈਂਟ ਦੇ ਬਹੁਤ ਸਾਰੇ ਕੰਮ 70-80% ਕੰਮ ਜਿਹੜੇ ਪ੍ਰੈਜ਼ੀਡੈਂਟ ਸੈਂਟਰ ਦੇ ਵਿੱਚ ਕਰਦਾ, ਗਵਰਨਰ ਸਟੇਟ ਦੇ ਵਿੱਚ ਕਰਦਾ। ਤਾਂ ਸਿੱਧੀ ਜੀ ਗੱਲ ਆ ਜੀ, ਐਡਵੋਕੇਟ ਜਨਰਲ ਨੂੰ ਗਵਰਨਰ ਅਪਾਇੰਟ ਕਰੂਗਾ, ਠੀਕ ਹੈ ਜੀ। ਹੋਲਡ ਦਾ ਆਫਿਸ ਆਫ ਦਾ ਡਿਊਰਿੰਗ ਆਫ ਦਾ ਪਲੇਜ਼ਰ, ਜਿਵੇਂ ਉਹਦੇ ਵਿੱਚ ਆਪਾਂ ਪੜ੍ਹਿਆ ਸੀ ਅਟਾਰਨੀ ਜਨਰਲ ਆਫ ਇੰਡੀਆ 'ਚ ਕਿ ਪ੍ਰੈਜ਼ੀਡੈਂਟ ਦੇ ਪਲੇਜ਼ਰ ਦੇ ਨਾਲ ਹੀ ਉਹ ਆਪਦਾ ਅਹੁਦਾ ਸੰਭਾਲਦਾ ਵਾ ਜਾਂ ਰੱਖ ਸਕਦਾ ਵਾ, ਠੀਕ ਆ ਅਹੁਦਾ। ਤਾਂ ਇਸੇ ਤਰ੍ਹਾਂ ਸੇਮ ਟੂ ਸੇਮ ਇੱਥੇ ਗਵਰਨਰ ਆ ਜਾਂਦਾ ਵਾ ਪ੍ਰੈਜ਼ੀਡੈਂਟ ਦੀ ਜਗ੍ਹਾ ਤੇ। ਨੈਕਸਟ ਚੱਲਦੇ ਹਾਂ ਜੀ ਆਪਾਂ ਪੁਆਇੰਟ ਤੇ ਜੀ, ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਹੋਣ ਲਈ ਯੋਗ ਵਿਅਕਤੀ, ਠੀਕ ਆ ਜੀ। ਉਹਦੇ ਵਿੱਚ ਸੀਗਾ ਜੀ ਜਿਹੜਾ ਬੰਦਾ ਮਤਲਬ ਕਿ ਕੋਈ ਵੀ ਪਰਸਨ ਆ ਉਹ ਕੁਆਲੀਫਾਈ ਹੋਣਾ ਚਾਹੀਦਾ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਯੋਗ। ਤਾਂ ਇਸੇ ਤਰ੍ਹਾਂ ਨਾਲ ਸੇਮ ਜੇਕਰ ਐਡਵੋਕੇਟ ਜਨਰਲ ਆਫ ਦਾ ਸਟੇਟ ਨੂੰ ਅਪਾਇੰਟ ਕਰਨਾ ਵਾ ਪੰਜਾਬ ਗਵਰਨਮੈਂਟ ਵੱਲੋਂ, ਤਾਂ ਉਹਨੂੰ ਕੌਣ ਕਰੇਗਾ? ਆਪਣਾ ਗਵਰਨਰ ਕਰੇਗਾ। ਤੇ ਉਹ ਜਿਹੜਾ ਬੰਦਾ ਹੋਣਾ ਚਾਹੀਦਾ ਵਾ ਐਡਵੋਕੇਟ ਜਨਰਲ ਆਫ ਸਟੇਟ, ਉਹ ਜੱਜ ਵਜੋਂ ਯੋਗ ਹੋਣਾ ਚਾਹੀਦਾ ਕਿ ਹਾਈ ਕੋਰਟ ਦੇ ਜੱਜ ਲਈ ਉਹਦੀ ਐਲੀਜੀਬਿਲਟੀ ਬਣਨੀ ਚਾਹੀਦੀ ਆ, ਤਾਂ ਉਹਨੂੰ ਅਪਾਇੰਟ ਕਰਨਗੇ। ਹੁਣ ਜੀ ਨੈਕਸਟ ਆ ਗਿਆ ਜੀ, ਉਹ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਦਾ। ਸਿੱਧੀ ਜੀ ਗੱਲ ਆ ਜੀ, ਜਦੋਂ ਹੁਣ ਉਹਨੇ ਅਪਾਇੰਟ ਕੀਤਾ, ਗਵਰਨਰ ਨੇ ਅਪਾਇੰਟ ਕੀਤਾ, ਤਾਂ ਗਵਰਨਰ ਨੂੰ ਉਹ ਰੈਜ਼ਿਗਨੇਸ਼ਨ ਦੇ ਦੂਗਾ। ਹੀ ਰਿਜ਼ਾਈਨ, ਜਦੋਂ ਕੌਂਸਲ ਆਫ ਮਿਨਿਸਟਰ, ਸਟੇਟ ਦੀ ਕੌਂਸਲ ਆਫ ਮਿਨਿਸਟਰੀ ਰਿਜ਼ਾਈਨ ਕਰੂਗੀ, ਤਾਂ ਉਹ ਆਪਣੇ ਆਪ ਨੂੰ ਰਿਜ਼ਾਈਨ ਕਰਨਾ ਹੀ ਪੈਣਾ ਵਾ, ਠੀਕ ਹੈ ਜੀ, ਕਿਉਂਕਿ ਐਗਜ਼ੀਕਿਊਟਿਵ ਦਾ ਹਿੱਸਾ ਵਾ, ਐਗਜ਼ੀਕਿਊਟਿਵ ਪਾਰਟ ਹੋ ਗਿਆ ਨਾ ਇਹ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਸਟੇਟ ਦੇ ਵਿੱਚ। ਹੁਣ ਜੀ ਐਡਵੋਕੇਟ ਜਨਰਲ ਦੇ ਕਰਤੱਵ ਅਤੇ ਅਧਿਕਾਰ, ਡਿਊਟੀਜ਼, ਇਹ ਜੀ ਐਡਵਾਈਜ਼ ਕਰਦਾ ਵਾ ਗਵਰਨਮੈਂਟ ਆਫ ਦੀ ਸਟੇਟ ਨੂੰ। ਕੋਈ ਵੀ ਮੈਟਰ ਆਇਆ ਵਾ ਗਵਰਨਰ ਦੇ ਵੱਲੋਂ, ਠੀਕ ਹੈ ਜੀ, ਮਤਲਬ ਰਾਜਪਾਲ ਦੁਆਰਾ ਉਹਨਾਂ ਦੇ ਹਵਾਲੇ ਕੀਤੇ ਮਾਮਲਿਆਂ ਤੇ, ਰਾਜਪਾਲ ਨੇ ਉਹਨਾਂ ਦੇ ਹਵਾਲੇ ਕੋਈ ਮਾਮਲੇ ਕੀਤੇ ਤਾਂ ਰਾਜ ਸਰਕਾਰ ਦੀ ਸਲਾਹ ਦੇਣ ਲਈ ਉਹਨਾਂ ਨੂੰ ਨਿਯੁਕਤ ਕੀਤਾ ਗਿਆ। ਭਾਰਤ ਦੇ ਸੰਵਿਧਾਨ ਦੁਆਰਾ ਉਹਨਾਂ ਨੂੰ ਪ੍ਰਦਾਨ ਕੀਤੇ ਗਏ ਕਾਰਜਾਂ ਨੂੰ ਨਿਭਾਉਣ ਲਈ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਜਿਹੜੀ ਚੀਜ਼ ਦਰਜ ਆ, ਠੀਕ ਹੈ ਜੀ, ਵੀ ਹਾਂਜੀ ਤੁਹਾਨੂੰ ਇਹ ਅਧਿਕਾਰ ਨੇ ਜਾਂ ਇਹ ਤੁਹਾਡੇ ਫਰਜ਼ ਨੇ, ਇਹ ਤੁਸੀਂ ਨਿਭਾਉਣੇ ਨੇ, ਉਸ ਨੂੰ ਬੋਲਣ ਅਤੇ ਸਟੇਟ ਲੈਜਿਸਲੇਚਰ ਦੇ ਦੋਵਾਂ ਸਦਨਾਂ ਦੀ ਕਾਰਵਾਈ 'ਚ ਹਿੱਸਾ ਲੈਣ ਦਾ ਅਧਿਕਾਰ ਹੈ। ਹਾਲਾਂਕਿ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਬਸ ਸਿੱਧੀ ਗੱਲ ਆ, ਆਪਾਂ ਉਹਦੇ ਵਿੱਚ ਪੜ੍ਹਿਆ ਸੀ ਕਿ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਉਹਦੇ ਵਿੱਚ ਉਹ ਹਿੱਸਾ ਲੈ ਸਕਦਾ ਹੁੰਦਾ ਵਾ ਅਟਾਰਨੀ ਜਨਰਲ ਆਫ ਇੰਡੀਆ। ਇਸੇ ਤਰ੍ਹਾਂ ਐਡਵੋਕੇਟ ਜਨਰਲ ਆਫ ਇੰਡੀਆ ਵਾ, ਇਹ ਆਪਣਾ ਸਟੇਟ ਲੈਜਿਸਲੇਚਰ ਵਿਧਾਨ ਸਭਾ ਦੇ ਕਿਸੇ ਵੀ ਸਦਨ ਦੇ ਵਿੱਚ ਹਿੱਸਾ ਲੈ ਸਕਦਾ ਵਾ, ਤੇ ਹਿੱਸਾ ਲੈ ਕੇ ਪਰ ਉਹਨੂੰ ਵੋਟ ਨਹੀਂ ਪਾ ਸਕਦਾ। ਵੋਟ ਜ਼ਰੂਰ ਯਾਦ ਰੱਖ ਲਿਓ ਕਿਉਂਕਿ ਪੇਪਰ ਦੇ ਵਿੱਚ ਜ਼ਿਆਦਾਤਰ ਕਨਫਿਊਜ਼ ਤੁਹਾਨੂੰ ਵੋਟ ਹੀ ਕਰੂਗੀ, ਠੀਕ ਹੈ ਜੀ। ਸੋ ਆ ਵੀ ਹੋ ਗਿਆ ਆਪਣਾ, ਠੀਕ ਹੈ, ਰਾਈਟ ਟੂ ਸਪੀਕ ਕਰ ਸਕਦਾ। ਹੁਣ ਬਸ ਹੋਰ ਕੁਛ ਨਹੀਂ ਗਾ ਇਹਦੇ ਵਿੱਚ, ਆਰਟੀਕਲ 2 ਯਾਦ ਕਰ ਲਓ, ਇਹਦੇ 2 ਆਰਟੀਕਲ ਇੰਪੋਰਟੈਂਟ ਬਣਦੇ ਨੇ। 165 ਨੰਬਰ ਆਰਟੀਕਲ ਐਡਵੋਕੇਟ ਜਨਰਲ ਆਫ ਦੀ ਸਟੇਟ ਨਾਲ ਹੋਣਾ, ਸਿੱਧਾ ਕੁਐਸਚਨ ਬਣਦਾ, ਇੱਕ ਪੇਪਰ ਦੇ ਵਿੱਚ ਪੁੱਛਿਆ ਵੀ ਗਿਆ ਵਾ। 177 ਨੰਬਰ ਆਰਟੀਕਲ ਰਾਈਟ ਦਿੰਦਾ ਐਡਵੋਕੇਟ ਜਨਰਲ ਨੂੰ ਕਿ ਹਾਊਸ ਆਫ ਦਾ ਸਟੇਟ ਲੈਜਿਸਲੇਚਰ ਐਂਡ ਇਟਸ ਕਮੇਟੀ, ਸੇਮ ਟੂ ਸੇਮ ਜਿਵੇਂ ਆਪਾਂ ਉਹਦੇ ਵਿੱਚ ਪੜ੍ਹਿਆ ਸੀਗਾ ਅਟਾਰਨੀ ਜਨਰਲ ਆਫ ਇੰਡੀਆ ਦੇ ਵਿੱਚ। ਹਾਂ ਜੀ, ਕੰਟਰੋਲਰ ਐਂਡ ਆਡੀਟਰ ਜਨਰਲ, ਪੀਪੀਐਸਸੀ ਦਾ ਫੇਵਰਟ ਟੌਪਿਕ ਆ। ਪੀਪੀਐਸਸੀ ਇਹਦੇ ਵਿੱਚੋਂ ਕੁਐਸਚਨ ਹਮੇਸ਼ਾ ਪੁੱਛਦੀ ਆਉਂਦੀ ਆ, ਠੀਕ ਆ। ਕੋਆਪਰੇਟਿਵ ਇੰਸਪੈਕਟਰ ਵਾਲੇ ਜਿਹੜੇ ਕੈਂਡੀਡੇਟ ਥੋੜਾ ਧਿਆਨ ਨਾਲ ਕਰ ਲਿਓ ਕਨਸਟੀਟਿਊਸ਼ਨਲ ਬੋਡੀਜ਼, ਇਹਦੇ ਵਿੱਚੋਂ ਪੇਪਰ ਦੇ ਵਿੱਚ ਕੋਆਪਰੇਟਿਵ ਪੀਪੀਐਸਸੀ ਹੋ ਗਿਆ, ਪੀਪੀਐਸਸੀ ਬਹੁਤ ਵਧੀਆ ਲੈਵਲ ਦੇ ਕੁਐਸਚਨ ਪੁੱਛਦੀ ਆ ਇਹਦੇ ਵਿੱਚੋਂ, ਠੀਕ ਆ, ਪੋਲਿਟੀ ਦੇ ਵਿੱਚੋਂ। ਹਾਂ ਜੀ, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, ਦੇਖੋ ਜੀ ਸੰਵਿਧਾਨ ਦੀ 148 ਕਹਿੰਦੀ ਆ ਜੀ ਭਾਰਤ ਦਾ ਕੰਟਰੋਲਰ ਐਂਡ ਆਡੀਟਰ ਜਨਰਲ ਦਾ ਇੱਕ ਸੁਤੰਤਰ ਦਫ਼ਤਰ ਇੰਡੀਪੈਂਡੈਂਟ ਆਫਿਸ ਇਹ ਪ੍ਰਦਾਨ ਕਰਦੀ ਆ, ਠੀਕ ਆ ਜੀ। ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਵਾ 148 ਨੰਬਰ ਆਰਟੀਕਲ 'ਚ, ਸਿੱਧਾ ਇੱਕ ਕੁਐਸਚਨ ਕਵਰ ਹੋ ਗਿਆ। ਹੁਣ ਜੀ ਕੈਗ ਨੂੰ ਗਾਰਡੀਅਨ ਆਫ ਦਾ ਪਬਲਿਕ ਪਰਸ ਵੀ ਕਿਹਾ ਜਾਂਦਾ, ਗਵਰਨਮੈਂਟ ਮਨੀ ਦਾ ਪੂਰਾ ਗਾਰਡੀਅਨ ਕਿਹਾ ਜਾਂਦਾ ਜੀ। ਸੁਪਰੀਮ ਕੋਰਟ, ਚੋਣ ਕਮਿਸ਼ਨ, ਯੂਪੀਐਸਸੀ ਦੇ ਨਾਲ ਕੈਗ ਦੇ ਦਫ਼ਤਰ ਨੂੰ ਲੋਕਤੰਤਰੀ ਪ੍ਰਣਾਲੀ ਦੇ ਇੱਕ ਬਲਵਰਕ ਵਜੋਂ ਵਰਤਿਆ ਜਾਂਦਾ ਵਾ, ਠੀਕ ਆ। ਬਹੁਤ ਵਧੀਆ ਤਰੀਕੇ ਨਾਲ ਇਹਦੀ ਵੀ ਪੋਸਟ ਨੂੰ ਸਿਕਿਉਰ ਕੀਤਾ ਹੋਇਆ ਵਾ, ਠੀਕ ਆ। ਨੈਕਸਟ ਆਪਾਂ ਦੇਖਦੇ ਹਾਂ ਜੀ ਨਿਯੁਕਤੀ। ਦੇਖੋ ਜੀ ਭਾਰਤ ਦਾ ਰਾਸ਼ਟਰਪਤੀ ਇਹਨੂੰ ਨਿਯੁਕਤ ਕਰਦਾ ਕੈਗ ਨੂੰ, ਠੀਕ ਆ। ਵਾਰੰਟ ਅੰਡਰ ਹਿਜ਼ ਹੈਂਡ ਐਂਡ ਸੀਲ ਦਾ ਕੈਗ ਸਬਮਿਟ ਹਿਜ਼ ਰੈਜ਼ਿਗਨੇਸ਼ਨ ਟੂ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਨੇ ਅਪਾਇੰਟ ਕੀਤਾ, ਪ੍ਰੈਜ਼ੀਡੈਂਟ ਨੂੰ ਹੀ ਇਹਨੇ ਆਪਣਾ ਰੈਜ਼ਿਗਨੇਸ਼ਨ ਸੌਂਪਦਾ। ਦੇਖੋ ਜੀ ਹੁਣ ਇਹਦੇ ਉਮਰ ਦੀ ਜਿਹੜੀ ਸੀਮਾ ਰੱਖੀ ਆ, ਇਹਦੀ ਉਮਰ ਸੀਮਾ ਹੈਗੀ ਜੀ 6 ਸਾਲ ਜਾਂ 65 ਸਾਲ ਦੀ ਉਮਰ ਤੱਕ ਜੋ ਵੀ ਪਹਿਲਾਂ ਹੋਵੇ ਉਹ ਅਹੁਦਾ ਸੰਭਾਲਦਾ ਹੋਵੇ। ਮਤਲਬ ਕਿ ਉਹਦੀ ਸਿੱਧੀ ਗੱਲ ਆ ਵੀ 6 ਸਾਲ ਲਈ ਜਾਂ ਉਹ ਕਰੂਗਾ
ਜਾਂ ਉਹ 65 ਸਾਲ ਤੋਂ ਮਤਲਬ ਉਹਦੀ ਵੱਧ ਉਮਰ ਨਹੀਂ ਹੋਣੀ ਚਾਹੀਦੀ, ਤਾਂ ਉਹਨਾਂ ਦੀ ਜਿਹੜੀ ਵੀ ਅਰਲੀ ਆ ਉਹ ਬਾਅਦ ਵਿੱਚ ਆਪਣਾ ਹਟ ਜਾਏਗਾ। ਹੁਣ ਜੀ ਕੈਗ ਨੂੰ, ਇੱਕ ਚੀਜ਼, ਕੈਗ ਨੂੰ ਭਾਰਤ ਦੇ ਰਾਸ਼ਟਰਪਤੀ ਉਸਦੇ ਅਹੁਦੇ ਤੋਂ ਉਸੇ ਤਰ੍ਹਾਂ ਹਟਾਇਆ ਜਾ ਸਕਦਾ ਜਿਵੇਂ ਸੁਪਰੀਮ ਕੋਰਟ ਦੇ ਜੱਜ ਨੂੰ ਜਿਵੇਂ ਰਿਮੂਵ ਕੀਤਾ ਜਾਂਦਾ ਵਾ ਨਾ, ਜਿਵੇਂ ਆਪਾਂ ਉੱਪਰ ਪੜ੍ਹਿਆ ਸੀ ਨਾ ਅਟਾਰਨੀ ਜਨਰਲ ਆਫ ਇੰਡੀਆ, ਉਹਨੂੰ ਤਾਂ ਰਿਮੂਵ ਕਰਨ ਲਈ ਪ੍ਰੈਜ਼ੀਡੈਂਟ ਦੇ ਪਲੇਜ਼ਰ ਦੇ ਨਾਲ ਕਰਦਾ ਸੀ, ਪਰ ਇਹ ਪ੍ਰੈਜ਼ੀਡੈਂਟ ਦੇ ਪਲੇਜ਼ਰ ਦੇ ਨਾਲ ਆਪਦਾ ਅਹੁਦਾ ਸੰਭਾਲੀ ਨਹੀਂ ਰੱਖਦਾ ਗਾ, ਇਹਨੂੰ ਅਪਾਇੰਟ ਜ਼ਰੂਰ ਪ੍ਰੈਜ਼ੀਡੈਂਟ ਕਰਦਾ ਵਾ, ਪਰ ਇਹਨੂੰ ਜੇਕਰ ਹਟਾਉਣਾ ਵਾ, ਜੇਕਰ ਇਹਨੂੰ ਰਿਮੂਵ ਕਰਨਾ, ਜਿਵੇਂ ਇੱਕ ਸੁਪਰੀਮ ਕੋਰਟ ਦੇ ਜੱਜ ਨੂੰ ਰਿਮੂਵ ਕਰੀਦਾ ਹੁੰਦਾ ਉਵੇਂ ਰਿਮੂਵ ਕੀਤਾ ਜਾਊਗਾ। ਠੀਕ ਹੈ, ਇਹਨੂੰ ਇਹ ਚੀਜ਼ ਯਾਦ ਰੱਖਣਾ। ਕੈਗ ਭਾਰਤੀ ਲੇਖਾ ਅਤੇ ਲੇਖਾ ਵਿਭਾਗ ਦਾ, ਦੇਖੋ ਜੀ, ਆਡਿਟ ਐਂਡ ਅਕਾਊਂਟਸ ਡਿਪਾਰਟਮੈਂਟ ਦਾ ਹੈੱਡ ਹੁੰਦਾ ਵਾ ਇਹ, ਇੰਡੀਅਨ ਆਡਿਟ ਐਂਡ ਜਿੰਨੇ ਵੀ ਅਕਾਊਂਟ ਹੋ ਗਏ। ਹੁਣ ਜੀ ਕੈਗ ਦੀ ਤਨਖਾਹ ਅਤੇ ਹੋਰ ਸੇਵਾ ਸ਼ਰਤਾਂ ਦਾ ਫੈਸਲਾ ਸੰਸਦ ਦੁਆਰਾ ਕੀਤਾ ਜਾਂਦਾ। ਠੀਕ ਹੈ ਜੀ, ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਸਿੱਧਾ ਹੁੰਦਾ ਕਿ ਸੈਲਰੀ ਤੇ ਅਦਰ ਸਰਵਿਸ ਕੈਗ ਦੀਆਂ ਕੌਣ ਮਤਲਬ ਉਹ ਕਰਦੀ ਹੈ ਡਿਸਾਈਡ, ਪਾਰਲੀਮੈਂਟ, ਆਪਣੀ ਸੰਸਦ ਕਰਦੀ ਆ। ਠੀਕ ਹੈ ਜੀ, ਰਿਟਾਇਰਮੈਂਟ ਤੋਂ ਬਾਅਦ ਕੈਗ ਭਾਰਤ ਸਰਕਾਰ ਜਾਂ ਕਿਸੇ ਰਾਜ ਦੇ ਅਧੀਨ ਅਗਲੇ ਦਫ਼ਤਰ ਲਈ ਯੋਗ ਨਹੀਂ, ਮਤਲਬ ਉਹਦੀ ਫਰਦਰ ਉਹਦੀ ਅਪਾਇੰਟਮੈਂਟ ਨਹੀਂ ਹੋਏਗੀ। 65 ਸਾਲ ਦੇ ਵਿੱਚ ਉਹਦੀ ਮੰਨ ਲਓ ਉਹ ਹੋ ਗਈ, ਠੀਕ ਹੈ ਜੀ, ਰਿਟਾਇਰਮੈਂਟ ਹੋ ਗਈ, ਤਾਂ ਉਸ ਤੋਂ ਬਾਅਦ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਦੁਬਾਰੇ ਕੋਈ ਆਫਿਸ ਮਿਲ ਜਾਏਗਾ। ਠੀਕ ਹੈ, ਫਿਰ ਉਹਦੀ ਫਰਦਰ ਕੋਈ ਵੀ ਉਹ ਨਹੀਂ ਹੋਏਗੀ। ਠੀਕ ਹੈ ਜੀ, ਨੈਕਸਟ ਚੱਲਦੇ ਹਾਂ। ਹਾਂਜੀ, ਉਹਨੂੰ ਇੰਡੀਪੈਂਡੈਂਟ ਕੀ ਸੁਤੰਤਰਤਾ ਪ੍ਰਦਾਨ ਕੀਤੀ ਹੋਈ ਆ ਉਹਨੂੰ। ਪਹਿਲੀ ਗੱਲ ਤਾਂ ਜੀ ਉਹਨੂੰ ਸਿਕਿਉਰਿਟੀ ਆਫ ਟੇਨਰ, ਜਿਹੜਾ ਮੈਂ ਆਪਾਂ ਤੁਹਾਨੂੰ ਕਿਹਾ ਕਿ ਹਾਂਜੀ 65 ਸਾਲ ਦਿੱਤਾ ਹੋਇਆ ਵਾ ਉਹਨੂੰ, ਹਾਂਜੀ 65 ਸਾਲ ਤੱਕ ਉਹ ਕਰ ਸਕਦਾ ਵਾ। ਠੀਕ ਆ, ਜਾਂ ਜਦੋਂ ਤੱਕ ਉਹ ਰਿਜ਼ਾਈਨ ਨਹੀਂ ਕਰਦਾ, ਜਾਂ 6 ਸਾਲ ਜਿਹੜਾ ਆਪਾਂ ਉੱਪਰ ਪੜ੍ਹਿਆ ਹੀ ਹੋਇਆ ਹੈ ਨਾ, ਉਹ ਚੀਜ਼ ਆਪਾਂ ਤੁਹਾਨੂੰ ਯਾਦ ਹੋਣੀ ਚਾਹੀਦੀ ਆ। ਤਾਂ ਉਸਦੀ ਨਿਯੁਕਤੀ ਤੋਂ ਬਾਅਦ ਉਸਦੇ ਅਧਿਕਾਰਾਂ ਨੂੰ ਉਸਦੇ ਨੁਕਸਾਨ ਲਈ ਨਹੀਂ ਬਦਲਿਆ ਜਾ ਸਕਦਾ। ਠੀਕ ਹੈ ਜੀ, ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਲਾਈਨ ਬਣਦੀ ਗੀ। ਹੁਣ ਆ ਗਈ ਜੀ ਇੰਪੋਰਟੈਂਟ ਲਾਈਨ, ਜਿੰਨੇ ਵੀ ਐਕਸਪੈਂਸ ਹੋ ਗਏ ਕੈਗ ਦੇ ਦਫ਼ਤਰ ਦੇ ਸਾਰੇ ਖਰਚੇ ਭਾਰਤ ਦੇ ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ ਲਏ ਜਾਂਦੇ ਨੇ। ਪੇਪਰ 'ਚ ਕੁਐਸਚਨ ਆਊਗਾ ਕਿ ਕੈਗ ਦੇ ਦਫ਼ਤਰ ਦੇ ਜਿਹੜੇ ਕੋਈ ਵੀ ਐਕਸਪੈਂਸ ਚਾਰਜਸ ਹੁੰਦੇ ਨੇ ਉਹ ਕਿੱਥੋਂ ਲਏ ਜਾਂਦੇ? ਕੰਸੋਲੀਡੇਟਡ ਫੰਡ ਜਿਹੜਾ ਆਪਣਾ ਇੰਡੀਆ ਦਾ, ਇਹ ਵੀ ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ। ਠੀਕ ਹੈ ਜੀ, ਉਹਨਾਂ ਦੀ ਤਨਖਾਹ ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ ਹੁੰਦੀ ਹੈ। ਠੀਕ ਹੈ ਜੀ, ਬਸ ਨੈਕਸਟ ਚੱਲਦੇ ਹਾਂ ਜੀ ਆਪਾਂ। ਹੁਣ ਡਿਊਟੀਜ਼ ਕੀ ਨੇ ਜੀ ਕੈਗ ਦੀਆਂ, ਇਹ ਮੈਂ ਜ਼ਿਆਦਾ ਤਾਂ ਤੁਹਾਨੂੰ ਡਿਟੇਲ ਦੇ ਵਿੱਚ ਕਰਵਾ ਰਿਹਾ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ। ਅਗਲੇ ਜਿਹੜੇ ਆਪਣੇ ਚੈਪਟਰ ਨੇ ਜਿਹੜੇ ਹੋਰ ਕਨਸਟੀਟਿਊਸ਼ਨ ਬੋਡੀਜ਼ ਆ, ਉਹ ਆਪਾਂ ਜਸਟ ਡਿਟੇਲ ਦੇ ਵਿੱਚ ਟੂ ਦੀ ਪੁਆਇੰਟ ਪੜਾਂਗੇ ਕਿਉਂਕਿ ਇਹਦੇ ਵਿੱਚੋਂ ਇਹ ਸਾਰੇ ਕੁਐਸਚਨ ਦੇ ਵਿੱਚੋਂ ਪੇਪਰ ਦੇ ਵਿੱਚ ਚੀਜ਼ਾਂ ਫੈਕਟ ਬਣਦੇ ਨੇ, ਟੌਪਿਕ ਬਣਦੇ ਨੇ। ਹੁਣ ਡਿਊਟੀ ਦੱਸਣੀਆਂ ਜੀ ਕੈਗ ਦੀਆਂ, ਕੈਗ ਦੇ ਕਰਤੱਵਾਂ ਅਤੇ ਸ਼ਕਤੀਆਂ ਦਾ ਜ਼ਿਕਰ ਆਰਟੀਕਲ 49, ਠੀਕ ਹੈ ਜੀ, 148 ਦੇ ਵਿੱਚ ਉਹਦਾ ਆਫਿਸ ਦੱਸਦਾ ਵਾ ਕਿ ਹਾਂਜੀ ਕੈਗ ਹੋਣਾ ਚਾਹੀਦਾ, ਕੈਗ ਦਾ ਆਫਿਸ ਬਾਰੇ, ਪਰ ਉਹਦੀਆਂ ਡਿਊਟੀ ਤੇ ਪਾਵਰ 149 ਨੰਬਰ ਆਰਟੀਕਲ 'ਚ ਦਰਜ ਆ। ਠੀਕ ਹੈ ਜੀ, ਇਹ ਯਾਦ ਕਰ ਲਿਓ। ਤੇ ਜੀ ਹੁਣ ਜੀ ਜਿੰਨੇ ਵੀ ਅਕਾਊਂਟ ਰਿਲੇਟਡ ਹੁੰਦੇ ਨੇ, ਮੰਨ ਲਓ ਐਕਸਪੈਂਸ ਦੇ ਕੰਸੋਲੀਡੇਟਡ ਫੰਡ ਆਫ ਇੰਡੀਆ ਜਾਂ ਸਟੇਟ ਦਾ ਵੀ ਜਿਹੜਾ ਕੰਸੋਲੀਡੇਟਡ ਫੰਡ ਹੁੰਦਾ ਜਾਂ ਯੂਟੀ ਦਾ ਆਡਿਟਡ ਕਰਦਾ ਵਾ, ਕੌਣ ਕਰਦਾ? ਕੈਗ ਕਰਦਾ ਵਾ। ਆਲਸੋ ਦਾ ਐਕਸਪੈਂਡੀਚਰ ਆਫ ਕੰਟੀਜੈਂਸੀ ਫੰਡ ਐਂਡ ਪਬਲਿਕ ਅਕਾਊਂਟ ਆਫ ਇੰਡੀਆ ਐਂਡ ਸਟੇਟਸ ਬਾਏ ਆਡਿਟਡ ਬਾਏ ਕੈਗ, ਮਤਲਬ ਕੈਗ ਲਗਭਗ ਸਾਰੇ ਖਾਤਿਆਂ ਦੀ ਜਾਂਚ ਕਰਦਾ ਵਾ ਬਸ। ਹੁਣ ਜੀ ਕਿਸੇ ਵੀ ਮੰਨ ਲਓ ਨੈਟ ਪ੍ਰੋਸੀਡ ਆਫ ਐਨੀ ਟੈਕਸ ਔਰ ਡਿਊਟੀ ਆਰ ਅਸੈਂਟ ਐਂਡ ਸਰਟੀਫਿਕੇਟਡ ਬਾਏ ਕੈਗ, ਇਹ ਵੀ ਉਹ ਕਰਦਾ ਵਾ। ਠੀਕ ਆ, ਕੈਗ ਲੋਕ ਸਭਾ, ਹੁਣ ਮੰਨ ਲਓ ਜੀ ਕੈਗ ਐਕਟ ਕਰਦਾ ਵਾ ਇੱਕ ਗਾਈਡ, ਫਰੈਂਡ ਤੇ ਫਿਲੋਸਫਰ ਵਜੋਂ ਇੱਕ ਪਬਲਿਕ ਅਕਾਊਂਟ ਕਮੇਟੀ ਦਾ, ਇਹ ਵੀ ਚੀਜ਼ ਯਾਦ ਰੱਖ ਲਿਓ। ਠੀਕ ਆ, ਪੇਪਰ 'ਚ ਪੁੱਛੀ ਜਾਂਦੀ ਹੈ ਚੀਜ਼। ਤਾਂ ਜੀ ਜਿੰਨੇ ਵੀ ਮੰਨ ਲਓ ਆਲ ਦੀ ਰਿਸਿਪਟਸ ਐਂਡ ਐਕਸਪੈਂਡੀਚਰ, ਜਿੰਨੇ ਵੀ ਬੋਡੀਜ਼ ਹੋ ਰਹੀਆਂ ਫਾਈਨੈਂਸ ਦੀਆਂ ਸੈਂਟਰ ਜਾਂ ਸਟੇਟ 'ਚ, ਉਹਨੂੰ ਰੈਵਨਿਊ ਹੋ ਰਿਹਾ ਵਾ ਉਹਨੂੰ, ਹਨਾ, ਤਾਂ ਉਹ ਸਾਰੀ ਚੀਜ਼ ਨੂੰ ਕੈਗ ਆਡਿਟ ਕਰਦਾ। ਮਤਲਬ ਹਰੇਕ ਚੀਜ਼ ਨੂੰ ਆਡਿਟ ਹੁੰਦਾ ਜੀ, ਜਾਂਚ ਕਰਨਾ। ਮੈਂ ਜਾਂਚ ਕਰੂਗਾ ਵੀ ਹਾਂਜੀ ਆਹ ਚੀਜ਼ ਸਹੀ ਹੋ ਰਹੀ ਆ ਕਿ ਨਹੀਂ ਹੋ ਰਹੀ ਹੈ, ਇਹ 'ਚ ਘਪਲੇਬਾਜ਼ੀ ਵਗੈਰਾ ਤਾਂ ਨਹੀਂ ਹੋ ਰਹੀ ਜੀ, ਮਤਲਬ ਸਾਰੀ ਚੀਜ਼ ਆਡਿਟ ਕਰੂਗਾ, ਇਕੱਲੀ ਚੀਜ਼ ਚੈੱਕ ਕਰੂਗਾ ਵੀ ਕੀ ਇਹ ਚੀਜ਼ ਸਹੀ ਤਰੀਕੇ ਨਾਲ ਹੋ ਰਹੀ ਆ ਕਿ ਨਹੀਂ ਹੋ ਰਹੀ ਆ, ਜਿਹੜੇ ਖਰਚੇ ਆ ਰਹੇ ਆ, ਰੈਵਨਿਊ ਹੋ ਰਿਹਾ, ਜਿਹੜਾ ਸਾਰਾ ਕੁਝ ਹੋ ਰਿਹਾ ਵਾ, ਉਹ ਸਾਰੀਆਂ ਸੰਸਥਾਵਾਂ ਦੇ ਆਡਿਟ ਕਰੂਗਾ ਬਹੁਤ ਚੰਗੀ ਤਰ੍ਹਾਂ। ਹਾਂਜੀ, ਰਾਸ਼ਟਰਪਤੀ ਜਾਂ ਰਾਜਪਾਲ ਦੁਆਰਾ, ਮੰਨ ਲਓ ਜੇਕਰ ਰਾਸ਼ਟਰਪਤੀ ਜਾਂ ਰਾਜਪਾਲ ਉਹਨੂੰ ਬੇਨਤੀ ਕਰਦੀ ਆ ਤਾਂ ਕਿਸੇ ਹੋਰ ਸੰਸਥਾ, ਕੋਈ ਵੀ ਹੋਰ ਸੰਸਥਾ ਹੋਗੀ ਤਾਂ ਆਡਿਟ ਉਹਦਾ ਵੀ ਆਡਿਟ ਕਰ ਦੇਗਾ ਇਹ। ਠੀਕ ਹੈ, ਕੈਗ। ਸੋ ਇੰਨੇ ਜ਼ਿਆਦਾ ਉਹਨੂੰ ਪਾਵਰ ਦਿੱਤੀਆਂ ਹੋਈਆਂ। ਹੁਣ ਕੈਗ ਵੱਲੋਂ ਰਾਸ਼ਟਰਪਤੀ ਨੂੰ 3 ਰਿਪੋਰਟਾਂ ਸੌਂਪੀਆਂ ਜਾਂਦੀਆਂ। ਸਿੱਧਾ ਕੁਐਸਚਨ ਆਊਗਾ ਜੀ ਕੈਗ ਦੇ ਉੱਤੇ ਜੇਕਰ ਤੁਹਾਨੂੰ ਕੁਐਸਚਨ ਇਹ ਪੁੱਛਿਆ ਕਿ ਜਿਹੜੀਆਂ ਆਪਦੀਆਂ ਰਿਪੋਰਟਸ ਕਿਹਨੂੰ ਸਬਮਿਟ ਕਰਦਾ, ਕਿਹਨੂੰ ਕਰਦਾ ਜੀ? ਪ੍ਰੈਜ਼ੀਡੈਂਟ ਨੂੰ ਸਬਮਿਟ ਕਰਦਾ। ਕਿਹੜੀਆਂ ਹੁੰਦੀਆਂ ਨੇ? 3 ਤਰ੍ਹਾਂ ਦੀਆਂ ਰਿਪੋਰਟਾਂ ਹੁੰਦੀਆਂ ਨੇ। ਆਡਿਟ ਰਿਪੋਰਟ ਔਨ ਅਪਰੋਪਰੀਏਸ਼ਨ ਅਕਾਊਂਟਸ, ਤੇ ਨੈਕਸਟ ਆ ਗਿਆ ਜੀ ਸਾਡੇ ਕੋਲ ਆਡਿਟ ਰਿਪੋਰਟ ਔਨ ਫਾਈਨੈਂਸ਼ੀਅਲ ਅਕਾਊਂਟ, ਆਡਿਟ ਰਿਪੋਰਟ ਔਨ ਪਬਲਿਕ ਅੰਡਰਟੇਕਿੰਗ। ਇਹ 3 ਜਿਹੜੀਆਂ ਰਿਪੋਰਟਾਂ ਨੇ ਉਹ ਪ੍ਰੈਜ਼ੀਡੈਂਟ ਨੂੰ ਸਬਮਿਟ ਕਰਦਾ। ਪੇਪਰ 'ਚ ਕੁਐਸਚਨ ਆਉਂਦੇ ਆ। ਹੁਣ ਇਹਦੇ ਵਿੱਚ ਤੁਹਾਨੂੰ ਕਨਫਿਊਜ਼ ਕਰਨ ਲਈ ਤੁਹਾਨੂੰ ਮੈਂ ਦੱਸਦਾ ਕਿ ਕੀ ਉਹ ਕਰੇਗਾ, ਅੱਗੇ ਆਪਣੀ ਸਲਾਈਡ ਐਡ ਕੀਤੀ ਹੋਈ ਆ। ਹੁਣ ਜੀ ਕੈਗ ਰਾਜ ਸਰਕਾਰ ਦੇ ਖਾਤਿਆਂ ਨਾਲ ਸੰਬੰਧਿਤ ਰਿਪੋਰਟਾਂ ਜਿਹੜੀਆਂ ਵੀ ਨੇ ਰਾਜ ਦੇ ਰਾਵੇ, ਮਤਲਬ ਰਾਜ ਸਰਕਾਰ ਦੇ ਨਾਲ ਕੋਈ ਵੀ ਰਿਪੋਰਟ ਆ ਉਹ ਸਟੇਟ ਦੇ ਗਵਰਨਰ ਨੂੰ ਦੇ ਦੂਗਾ ਵੀ ਹਾਂਜੀ ਆ ਚੱਲੋ। ਠੀਕ ਹੈ ਜੀ, ਇਹ ਯਾਦ ਰੱਖਣਾ। ਹਾਂਜੀ, ਕੈਗ ਦੀ ਭੂਮਿਕਾ, ਇਹ ਦੇਖੋ ਜੀ, ਕੈਗ ਦਾ ਜਿਹੜਾ ਦਫ਼ਤਰ ਆ ਵਿੱਤੀ ਪ੍ਰਸ਼ਾਸਨ, ਠੀਕ ਹੈ ਜੀ, ਦੇ ਖੇਤਰ ਵਿੱਚ ਸੰਸਦ ਪ੍ਰਤੀ ਕਾਰਜਕਾਰਨੀ ਦੀ ਜਵਾਬਦੇਹੀ ਨੂੰ ਸੁਰੱਖਿਅਤ ਹੈ। ਠੀਕ ਹੈ ਜੀ,
ਤੇ ਕੈਗ ਜਿਹੜਾ ਹੁੰਦਾ ਇਹ ਐਕਟ ਕਰਦਾ ਐਜ਼ ਏ ਏਜੰਟ ਆਫ ਪਾਰਲੀਮੈਂਟ ਐਂਡ ਰਿਸਪੌਂਸੀਬਲ ਓਨਲੀ ਫॉर ਪਾਰਲੀਮੈਂਟ। ਆਪਾਂ ਪੜ੍ਹਿਆ ਸੀ ਨਾ, ਜਿਹੜੀ ਆਪਦੀ ਰਿਪੋਰਟ ਸਬਮਿਟ ਕਰੂਗਾ ਕੈਗ, ਆਪਦੀ ਰਿਪੋਰਟ ਕਿਹਨੂੰ ਸਬਮਿਟ ਕਰੂਗਾ? ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਕਰੂਗਾ। ਜੇਕਰ ਸਟੇਟ ਦੇ ਮਾਮਲੇ ਦੇ ਵਿੱਚ ਕੋਈ ਰਿਪੋਰਟ ਆ ਤਾਂ ਉਹ ਗਵਰਨਰ ਨੂੰ ਸਬਮਿਟ ਕਰਦਾ ਵਾ। ਪਰ ਜੇਕਰ ਉਹਨੂੰ ਪੁੱਛਿਆ ਜਾਵੇ ਕਿ ਰਿਸਪੌਂਸਿਬਿਲਟੀ ਉਹਦੀ ਕਿਹਦੇ ਵਿਰੁੱਧ ਬਣਦੀ ਆ, ਕਿਹਦੇ ਲਈ ਬਣਦੀ ਆ, ਤਾਂ ਉਹ ਪਾਰਲੀਮੈਂਟ ਲਈ ਬਣਦੀ ਆ। ਦੋਨੇ ਅਲੱਗ-ਅਲੱਗ ਕੁਐਸਚਨ ਆ, ਅਲੱਗ-ਅਲੱਗ ਤਰੀਕੇ ਨਾਲ ਇਹ ਪੁੱਛਿਆ ਜਾਂਦਾ ਵਾ, ਠੀਕ ਆ। ਜੇਕਰ ਆਪਦੀ ਰਿਪੋਰਟ ਸਬਮਿਟ ਕਰਦਾ ਤਾਂ ਪ੍ਰੈਜ਼ੀਡੈਂਟ ਨੂੰ ਕਰਦਾ, ਜੇਕਰ ਉਹ ਪੁੱਛੇ ਕਿ ਹਾਂਜੀ ਰਿਸਪੌਂਸਿਬਲ ਕਿਹਦੇ ਲਈ ਆ, ਉਹ ਪਾਰਲੀਮੈਂਟ ਲਈ ਆ। ਬਸ ਇਹ ਚੀਜ਼ ਯਾਦ ਕਰ ਲਓ, 2 ਪੁਆਇੰਟ। ਹਾਂਜੀ, ਕਾਨੂੰਨ ਅਤੇ ਰੈਗੂਲੇਟਰੀ ਆਡਿਟਾਂ ਦੇ ਨਾਲ ਕੈਗ ਪ੍ਰੋਪਰਾਈਟਰੀ ਆਡਿਟ ਵੀ ਕਰ ਸਕਦਾ। ਦੇਸ਼ ਦੇ ਰਾਸ਼ਟਰਪਤੀ ਨੂੰ ਖਾਤਿਆਂ ਦੇ ਸੰਬੰਧ ਵਿੱਚ ਸਲਾਹਕਾਰ ਕਾਰਜ, ਜਿਵੇਂ ਕੰਟਰੀ ਦੇ ਪ੍ਰੈਜ਼ੀਡੈਂਟ ਨੂੰ ਕੋਈ ਵੀ ਐਡਵਾਈਜ਼ਰੀ ਫੰਕਸ਼ਨ ਦੇਣਾ, ਉਹ ਵੀ ਇਹ ਕਰਦਾ ਵਾ। ਤਾਂ ਆ ਗਏ ਜੀ 4 ਆਰਟੀਕਲ ਯਾਦ ਕਰ ਦਿਓ, ਸਿੰਪਲ ਆਰਟੀਕਲ ਆ 48 ਤੋਂ ਲੈ ਕੇ 51 ਤੱਕ, ਸਿੱਧ ਗਿਆ 48 49 50 55, 4 ਆਰਟੀਕਲ ਯਾਦ ਕਰ ਲਓ। ਕੰਟਰੋਲਰ ਐਂਡ ਆਡੀਟਰ ਜਨਰਲ, ਸਿੱਧਾ ਕੁਐਸਚਨ, ਸਿੱਧਾ ਆਨਸਰ, ਬਹੁਤ ਵਾਰ ਰਿਪੀਟਡ ਕੁਐਸਚਨ ਆ। 49 ਦੇ ਵਿੱਚ ਡਿਊਟੀ ਤੇ ਪਾਵਰ ਦਿੱਤੀਆਂ ਹੋਈਆਂ ਨੇ ਕੈਗ ਦੀਆਂ, ਠੀਕ ਆ। ਫਾਰਮ ਆਫ ਅਕਾਊਂਟ ਐਂਡ ਯੂਨੀਅਨ ਆਫ ਦੀ ਸਟੇਟ, ਇਹ ਸਾਰਾ ਕੁਝ 50 ਚ ਦਿੱਤਾ ਹੋਇਆ। 51 ਚ ਉਹਦੀ ਆਡਿਟ ਰਿਪੋਰਟ ਬਾਰੇ ਸਾਰਾ ਕੁਝ ਜ਼ਿਕਰ ਕੀਤਾ ਹੋਇਆ। ਹੁਣ ਆ ਗਿਆ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਹੁਣ ਇਹ ਇਹੋ ਜਿਹੀ ਚੌਥੀ ਬੋਡੀ ਆ ਜਿਹਦੇ ਵਿੱਚੋਂ ਕਿ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ। ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੁੰਦਾ, ਇੱਕ ਇਲੈਕਸ਼ਨ ਕਮਿਸ਼ਨ ਆਫ ਸਟੇਟ ਹੁੰਦਾ। ਆਪਾਂ ਦੋਨਾਂ ਬਾਰੇ ਇਹਦੇ ਬਾਰੇ ਪੜਾਂਗੇ। ਹਾਂਜੀ, ਚੋਣ ਕਮਿਸ਼ਨ ਇੱਕ ਪਰਮਾਨੈਂਟ ਤੇ ਇੰਡੀਪੈਂਡੈਂਟ ਬੋਡੀ ਆ, ਸਿੱਧੀ ਜੀ ਗੱਲ ਆ। ਚੋਣ ਕਮਿਸ਼ਨ ਦਾ ਗਠਨ ਸੰਵਿਧਾਨ ਦੀ ਧਾਰਾ 324, ਸਿੱਧਾ ਆਰਟੀਕਲ ਆ। ਜੇਕਰ ਇਲੈਕਸ਼ਨ ਕਮਿਸ਼ਨ ਦਾ ਆਪਾਂ ਨੂੰ ਆਰਟੀਕਲ ਪੁੱਛ ਲੈਣ ਇੰਡੀਆ ਦਾ ਤਾਂ 324 ਨੰਬਰ ਆਰਟੀਕਲ ਆ। ਬਸ ਇਹ ਕੇਂਦਰ ਅਤੇ ਰਾਜ ਸਰਕਾਰਾਂ ਦੋਵਾਂ ਲਈ ਆਮ ਹੈ, ਠੀਕ ਆ, ਦੋਵਾਂ ਲਈ ਸੇਮ ਹੁੰਦਾ ਵਾ, ਠੀਕ ਆ। ਨੈਕਸਟ ਆਪਾਂ ਚੱਲਦੇ ਹਾਂ ਜੀ। ਤਾਂ ਜੀ ਸੰਸਦ, ਰਾਜ ਵਿਧਾਨ ਸਭਾਵਾਂ, ਰਾਸ਼ਟਰਪਤੀ ਦੇ ਦਫ਼ਤਰ, ਉਪ ਰਾਸ਼ਟਰਪਤੀ ਦੀਆਂ ਚੋਣਾਂ, ਮਤਲਬ ਆਪਾਂ ਪੜ੍ਹਿਆ ਹੋਇਆ ਨਾ, ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਨੇ, ਸਟੇਟ ਲੈਜਿਸਲੇਚਰ ਦੀਆਂ ਹੁੰਦੀਆਂ ਨੇ, ਜਿਹੜੀਆਂ ਹੁਣੇ ਵਿਧਾਨ ਸਭਾ ਦੀਆਂ ਹੋ ਕੇ ਹਟੀਆਂ ਆਪਣੀਆਂ, ਪ੍ਰੈਜ਼ੀਡੈਂਟ ਦੇ ਦਫ਼ਤਰ ਦੀਆਂ, ਵਾਈਸ ਪ੍ਰੈਜ਼ੀਡੈਂਟ ਦੇ ਦਫ਼ਤਰ ਦੀਆਂ, ਇਹ ਸਾਰੀਆਂ ਚੋਣਾਂ ਦਾ ਸਾਰੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਹੁੰਦੀ ਆ। ਹੁਣ ਜੀ ਚੋਣ ਕਮਿਸ਼ਨ ਜਿਵੇਂ ਸਿਆਸੀ ਪਾਰਟੀਆਂ ਨੂੰ ਜਾਂ ਇਹਨੇ ਕੋਈ ਵੀ ਇਲੈਕਸ਼ਨ ਸਿੰਬਲ ਪ੍ਰੋਵਾਈਡ ਕਰਦੇ ਆ ਪੋਲੀਟੀਕਲ ਪਾਰਟੀਆਂ ਨੂੰ, ਉਹ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਦਾ। ਹੁਣੇ ਰੀਸੈਂਟਲੀ PSS ਵੀ ਇਲੈਕਸ਼ਨ ਕਾਨੂੰਗੋ ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਆਹ ਕੁਐਸਚਨ ਪੁੱਛਿਆ ਹੋਇਆ ਸੀ ਕਿ ਜਿਹੜੇ ਇਲੈਕਸ਼ਨ ਸਿੰਬਲ ਆ ਪੋਲੀਟੀਕਲ ਪਾਰਟੀਜ਼ ਨੂੰ, ਉਹ ਕੌਣ ਮਤਲਬ ਪ੍ਰੋਵਾਈਡ ਕਰਦਾ, ਕੌਣ ਇਹਨੂੰ ਸਾਰਾ ਅਲਾਟ ਕਰਦਾ ਵਾ। ਕੌਣ ਅਲਾਟ ਕਰਦਾ ਜੀ? ਆਪਣਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਠੀਕ ਹੈ, ਭਾਰਤ ਦਾ ਇਲੈਕਸ਼ਨ ਕਮਿਸ਼ਨ। ਹੁਣ ਜੀ ਚੋਣ ਕਮਿਸ਼ਨ ਚੋਣਾਂ ਦੇ ਸਮੇਂ ਪਾਰਟੀਆਂ ਦੇ ਉਮੀਦਵਾਰਾਂ ਦੁਆਰਾ ਮਨਾਏ ਜਾਣ ਵਾਲੇ ਚੋਣ ਜ਼ਾਬਤੇ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੀ ਚੋਣ ਜ਼ਾਬਤਾ ਲਾਊਗਾ। ਹੁਣ ਜੀ ਕੰਪੋਜੀਸ਼ਨ, ਹੁਣ ਇਹਦੀ ਰਚਨਾ ਕਿਵੇਂ ਆ ਜੀ ਇਲੈਕਸ਼ਨ ਕਮਿਸ਼ਨ ਦੇ ਵਿੱਚ ਦੇਖੋ ਜੀ, ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਤੇ ਅਦਰ ਇਲੈਕਸ਼ਨ ਕਮਿਸ਼ਨਰ ਹੁੰਦੇ ਨੇ, ਠੀਕ ਹੈ। ਪ੍ਰੈਜ਼ੀਡੈਂਟ ਇਹਨਾਂ ਨੂੰ ਅਪਾਇੰਟ ਕਰਦਾ, ਫਿਕਸ ਕਰਦਾ ਕਿ ਨੰਬਰ ਆਫ ਇਲੈਕਸ਼ਨ ਕਮਿਸ਼ਨਰ ਕਿੰਨੇ ਹੋਣੇ ਚਾਹੀਦੇ ਆ, ਠੀਕ ਹੈ। ਚੀਫ ਤਾਂ ਹੋਣਾ ਹੀ ਹੋਣਾ ਉਦੋਂ ਬਾਅਦ, ਠੀਕ ਹੈ। ਹੁਣ ਇਸ ਟਾਈਮ ਫਿਲਹਾਲ ਕਿੰਨੇ ਨੇ ਜੀ? 3 ਨੇ ਜੀ। ਇੱਕ ਚੀਫ ਇਲੈਕਸ਼ਨ ਕਮਿਸ਼ਨਰ ਆ, ਇੱਕ 2 ਹੋਰ ਇਲੈਕਸ਼ਨ ਕਮਿਸ਼ਨਰ ਨੇ, ਠੀਕ ਹੈ ਜੀ। ਮੁੱਖ ਚੋਣ ਕਮਿਸ਼ਨਰ ਦੇ ਨਾਲ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਆਪਾਂ ਤੁਹਾਨੂੰ ਕਰਾਤਾ ਕਿ ਪ੍ਰੈਜ਼ੀਡੈਂਟ ਹੀ ਅਪਾਇੰਟ ਕਰੂਗਾ ਇਹਨਾਂ ਨੂੰ। ਨੈਕਸਟ ਆ ਗਿਆ ਜੀ, ਵਰਤਮਾਨ ਦੇ ਵਿੱਚ 1 ਚੋਣ ਕਮਿਸ਼ਨਰ ਤੇ 2 ਚੋਣ ਕਮਿਸ਼ਨਰ। ਇੱਕ ਹੋਰ ਤੁਹਾਡੇ ਲਈ ਕੁਐਸਚਨ ਆ ਗਿਆ ਜੀ, ਪੇਪਰ ਦੇ ਵਿੱਚ ਕੁਐਸਚਨ ਆਊਗਾ, 101% ਆਊਗਾ। ਇੱਕ ਤਾਂ ਤੁਸੀਂ ਇਲੈਕਸ਼ਨ ਕਮਿਸ਼ਨਰ ਜਿਹੜਾ ਆਪਣਾ ਹੈੱਡ ਆ ਇਹਨਾਂ ਦਾ, ਠੀਕ ਹੈ, ਮੁੱਖ ਚੋਣ ਕਮਿਸ਼ਨਰ, ਚੀਫ ਆ ਜਿਹੜਾ ਇਹਨਾਂ ਦਾ ਇਲੈਕਸ਼ਨ ਕਮਿਸ਼ਨ ਦਾ ਚੀਫ ਦੱਸਣਾ ਕਿਹੜਾ ਵਾ, ਤੇ ਬਾਕੀ ਜਿਹੜੇ 2 ਨੇ ਉਹਨਾਂ ਦੇ ਨਾਮ ਦੱਸਣੇ ਆ ਵੀ ਕਿਹੜੇ ਨੇ, ਠੀਕ ਹੈ ਜੀ, ਦੱਸਣਾ ਬਹੁਤ ਇੰਪੋਰਟੈਂਟ ਬਣਦਾ ਵਾ। ਇਹ ਤਿੰਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਟਾਈਮ ਦੇ ਉੱਤੇ ਕੌਣ ਆਪਣੇ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਾ ਤੇ ਚੀਫ ਆ, ਤੇ ਕਿਹੜੇ 2 ਦੂਜੇ ਨੇ ਇਲੈਕਸ਼ਨ ਕਮਿਸ਼ਨਰ। ਹਾਂਜੀ, ਚੋਣ ਕਮਿਸ਼ਨਰ ਦਾ ਕਾਰਜਕਾਲ ਜਾਂ ਤਾਂ 6 ਸਾਲ ਹੋ ਗਿਆ ਜਾਂ 65 ਸਾਲ ਦੀ ਉਮਰ ਤੱਕ ਹੋਣ ਹੋਵੇ, ਠੀਕ ਹੈ, ਜਾਂ ਤਾਂ ਜੋ ਇਹ ਤੋਂ ਪਹਿਲਾਂ ਹੋਵੇ, ਬਸ ਇੰਨਾ ਕਾਰਜਕਾਲ ਹੋ ਗਿਆ। ਵੋਟਿੰਗ ਏਜ 21 ਤੋਂ 18 ਕੀਤੀ ਸੀ ਮੱਦੇਨਜ਼ਰ। ਚੋਣ ਕਮਿਸ਼ਨ ਦੇ ਵਧੇ ਹੋਏ ਕੰਮਾਂ ਨੂੰ ਨਜਿੱਠਣ ਲਈ 2 ਚੋਣ ਕਮਿਸ਼ਨਰਾਂ ਦੀ ਨਿਯੁਕਤੀ ਹੋਰ ਕਰਤੀ ਸੀ। 1988 ਚ ਨਾ 61ਵੇਂ ਸੋਧ ਐਕਟ ਦੁਆਰਾ ਕੀਤਾ ਗਿਆ ਸੀ, 1999 ਚ ਇਹ ਲਾਗੂ ਹੋਇਆ ਸੀ। ਇਹ ਪੇਪਰ ਦੇ ਵਿੱਚ ਕੁਐਸਚਨ ਬਣ ਚੁੱਕਿਆ ਵਾ ਪੰਜਾਬ ਪੁਲਿਸ ਦੇ ਇੱਕ ਚ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲੇ ਜੀ, ਚੋਣ ਕਮਿਸ਼ਨ ਦੀਆਂ ਸ਼ਕਤੀਆਂ ਨੂੰ 3 ਵਰਗਾਂ 'ਚ ਵੰਡਿਆ ਗਿਆ, 3 ਕੈਟਾਗਰੀਆਂ 'ਚ। ਇੱਕ ਐਡਮਿਨਿਸਟ੍ਰੇਟਿਵ ਹੋ ਗਏ, ਪ੍ਰਬੰਧਕੀ ਮਾਮਲੇ ਹੋ ਗਏ, ਠੀਕ ਹੈ, ਐਡਵਾਈਜ਼ਰੀ ਸਲਾਹਕਾਰ, ਕੁਆਸੀ ਜੁਡੀਸ਼ੀਅਲ ਆਰਗਨ। ਇਹ ਆਪਾਂ ਨੂੰ ਕਰਨ ਦੀ ਜ਼ਰੂਰਤ ਨਹੀਂ, ਬਸ ਐਂ ਯਾਦ ਕਰ ਲਿਓ ਵੀ ਇਹਨੂੰ 3 ਪਾਰਟਾਂ 'ਚ ਬਣਿਆ। ਇੰਡੀਪੈਂਡੈਂਸ, ਇਹਨੂੰ ਵੀ ਕਾਰਜਕਾਲ ਦੀ ਸੁਰੱਖਿਆ ਪ੍ਰਦਾਨ ਕੀਤੀ ਆ। ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਆ ਯਾਦ ਰੱਖਣਾ, ਠੀਕ ਆ, ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਆ ਉਹਨੂੰ ਸਿਕਿਉਰਿਟੀ ਆਫ ਟੈਨਰ ਪ੍ਰਦਾਨ ਕੀਤਾ ਹੋਇਆ। ਉਹਨੂੰ ਸੁਪਰੀਮ ਕੋਰਟ ਦੇ, ਜਿਵੇਂ ਆਪਾਂ ਕੈਗ ਨੂੰ ਪੜ੍ਹਿਆ ਸੀ ਨਾ, ਜਿਹੜਾ ਕੈਗ ਆਪਣਾ ਕੰਟਰੋਲਰ ਆਡੀਟਰ ਜਨਰਲ ਆ, ਉਹਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ, ਜਿਵੇਂ ਆਪਾਂ ਸੁਪਰੀਮ ਕੋਰਟ ਦੇ ਜੱਜ ਨੂੰ ਰਿਮੂਵ ਕਰਨਾ, ਉਹ ਪ੍ਰੋਸੈਸ ਦੇ ਨਾਲ ਇਹਨੂੰ ਆਪਣਾ ਚੀਫ ਇਲੈਕਸ਼ਨ ਕਮਿਸ਼ਨਰ ਆਫ ਨੂੰ ਕੀਤਾ ਜਾ ਸਕਦਾ। ਹਾਂ ਜੀ, CEC ਦੀਆਂ ਸਿਫਾਰਸ਼ ਤੋਂ ਬਿਨਾਂ ਹੋਰ ਚੋਣ ਕਮਿਸ਼ਨਰਾਂ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾ ਸਕਦਾ। ਮੰਨ ਲਓ ਚੀਫ ਇਲੈਕਸ਼ਨ ਕਮਿਸ਼ਨਰ ਆ ਜਿਹੜਾ, ਜੇਕਰ ਇਹ ਸਿਫਾਰਸ਼ ਨਹੀਂ ਕਰਦਾ ਤਾਂ ਉਦੋਂ ਬਿਨਾਂ ਇਹਦੇ ਜਿਹੜੇ 2 ਹੋਰ ਜਿਹੜੇ ਨਾਲ ਇਹਦੇ ਸਾਥੀ ਇਲੈਕਸ਼ਨ ਕਮਿਸ਼ਨਰ ਅਪਾਇੰਟ ਕੀਤੇ ਆ ਉਹਨਾਂ ਨੂੰ ਨਹੀਂ ਹਟਾਇਆ ਜਾ ਸਕਦਾ। ਫਰਦਰ ਅਪਾਇੰਟਮੈਂਟ ਯੈਸ। ਹੁਣ ਜੀ ਸ਼ਕਤੀਆਂ,
ਹਾਂਜੀ, ਕੰਡਕਟ ਆਫ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਦੇ ਆ ਉਹਨੇ ਭਾਰਤ ਦੇ ਵਿੱਚ ਆਜ਼ਾਦ ਤੇ ਨਿਰਪੱਖ ਚੋਣਾਂ। ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ, ਕੋਈ ਵੀ ਪੋਲੀਟੀਕਲ ਪਾਰਟੀ ਨੇ ਰਜਿਸਟ੍ਰੇਸ਼ਨ ਕਰਾਉਣੀ ਆ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰੂਗਾ। ਚੋਣਾਂ ਦੀ ਨਿਗਰਾਨੀ ਉਹ ਤਾਂ ਪਤਾ ਹੀ ਆ ਆਪਾਂ ਨੂੰ, ਹੈ ਨਾ। ਦਾ ਇਲੈਕਸ਼ਨ ਕਮਿਸ਼ਨ ਆਫ ਕੰਡਕਟ, ਦੇਖੋ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਿਹੜੇ ਇਲੈਕਸ਼ਨ ਕੰਡਕਟ ਕਰਦਾ? ਪ੍ਰੈਜ਼ੀਡੈਂਟ ਦਾ, ਵਾਈਸ ਪ੍ਰੈਜ਼ੀਡੈਂਟ ਦਾ, ਲੋਕ ਸਭਾ ਦੇ ਮੈਂਬਰਾਂ ਦਾ, ਰਾਜ ਸਭਾ ਦਾ, ਸਟੇਟ ਅਸੈਂਬਲੀਜ਼ ਦਾ, ਇਹਨਾਂ ਸਾਰਿਆਂ ਦੇ ਜਿਹੜੇ ਇਲੈਕਸ਼ਨ ਹੁੰਦੇ ਨੇ ਇਹ ਆਪਣਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੰਡਕਟ ਕਰਦਾ। ਸਟੇਟ ਲੈਜਿਸਲੇਟਿਵ ਕੌਂਸਲ ਹੋ ਗਿਆ ਉਹਦੇ ਵੀ, ਠੀਕ ਆ, ਜਿਹਦੇ ਵਿੱਚ ਹੈਗੀਆਂ ਨੇ ਕੌਂਸਲ ਬਣੀਆਂ ਹੋਈਆਂ ਨੇ। ਹਾਂਜੀ, ਭਾਰਤ ਦੇ 15 ਨੰਬਰ ਪਾਰਟ ਜਿਹੜਾ ਵਾ ਉਹ ਆਪਣਾ ਭਾਰਤੀ ਸੰਵਿਧਾਨ ਦਾ, ਉਹ ਚੋਣਾਂ ਨਾਲ ਸੰਬੰਧਿਤ ਆ। ਇਹਨਾਂ ਮਾਮਲਿਆਂ ਲਈ ਇੱਕ ਕਮਿਸ਼ਨ ਦੀ ਸਥਾਪਨਾ ਕਰਦਾ ਵਾ। ਚੋਣ ਕਮਿਸ਼ਨ ਦੀ ਸਥਾਪਨਾ ਜੀ 25 ਜਨਵਰੀ 1950 ਨੂੰ ਹੋਈ ਸੀ। ਤਾਂ ਹੀ ਆਪਾਂ ਕਹਿੰਦੇ ਹਾਂ ਕਿ ਵੋਟਰ ਡੇ ਮਨਾਇਆ ਜਾਂਦਾ ਨਾ ਆਪਣਾ 25 ਜਨਵਰੀ ਨੂੰ। ਹਾਂਜੀ, ਇਹ ਵੀ ਕੁਐਸਚਨ ਬਣਿਆ ਹੋਇਆ, ਵੋਟਰ ਡੇ 25 ਜਨਵਰੀ ਨੂੰ ਮਨਾਇਆ ਜਾਂਦਾ ਵਾ, ਠੀਕ ਆ। ਨੂੰ ਸੰਵਿਧਾਨ ਅਨੁਸਾਰ ਕੀਤੀ ਗਈ ਦੀ 324 ਤੋਂ ਲੈ ਕੇ 329 ਨੰਬਰ ਆਰਟੀਕਲ ਦੇ ਵਿੱਚ ਸਾਰਾ ਕੁਝ ਦਿੱਤਾ ਹੋਇਆ ਕਿ ਹਾਂਜੀ ਕੀ ਹੋਊਗਾ ਕੀ ਨਹੀਂ, ਇਹਨਾਂ ਦੀਆਂ ਸ਼ਕਤੀਆਂ, ਕਾਰਜਕਾਲ, ਕੋਈ ਵੀ ਯੋਗਤਾ ਵਗੈਰਾ ਸਾਰਾ ਕੁਝ ਉਹਦੇ ਵਿੱਚ ਦਿੱਤਾ ਹੋਇਆ। ਤੇ ਇਹ ਵਾਲੇ ਆਰਟੀਕਲ ਨੇ, ਆ ਪੜ੍ਹ ਲਿਓ ਜੀ, ਠੀਕ ਹੈ ਜੀ। ਚੋਣਾਂ ਦੀ ਨਿਗਰਾਨੀ, ਨਿਰਦੇਸ਼ਨ, ਨਿਯੰਤਰਣ ਚੋਣ ਕਮਿਸ਼ਨ ਨੂੰ ਸੌਂਪਦਾ। 324 ਨੰਬਰ। 325 ਚ ਕੋਈ ਵੀ ਧਰਮ ਹੋ ਗਿਆ, ਜਾਤ ਹੋ ਗਿਆ, ਲਿੰਗ ਦੇ ਆਧਾਰ ਦੇ ਉੱਤੇ ਵਿਸ਼ੇਸ਼ ਸੂਚੀ ਵਿੱਚ ਸ਼ਾਮਲ ਕਰਨ ਲਈ ਅਯੋਗ ਨਹੀਂ ਹੈ ਜਾਂ ਦਾਅਵਾ ਨਹੀਂ ਕਰੇਗਾ, ਠੀਕ ਆ। 326 ਨੰਬਰ ਆਰਟੀਕਲ ਲੋਕ ਸਭਾ ਤੇ ਰਾਜ ਸਭਾ ਦੀਆਂ ਤੇ ਵਿਧਾਨ ਸਭਾ ਦੀਆਂ ਚੋਣਾਂ ਬਾਲਗ ਮਤ ਦੇ ਆਧਾਰ ਤੇ ਅਡਲਟ ਸਫਰੇਜ ਦੇ ਤਹਿਤ ਤੇ ਹੋਣੀਆਂ ਚਾਹੀਦੀਆਂ, ਜਿਵੇਂ ਵੀ 18 ਸਾਲ ਜਾਂ 18 ਸਾਲ ਤੋਂ ਵੱਧ ਵਾਲਾ ਬੰਦਾ ਹੀ ਵੋਟ ਕਰ ਸਕਦਾ। 327 ਨੰਬਰ ਆਰਟੀਕਲ ਦੇ ਵਿੱਚ ਦਿੱਤਾ ਹੋਇਆ ਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਬੰਧ ਵਿੱਚ ਵਿਵਸਥਾ ਕਰਨ ਦੀ ਜਿਹੜੀ ਸੰਸਦ ਦੀ ਸ਼ਕਤੀ ਕੀ ਆ ਉਹ ਦਿੱਤਾ ਹੋਇਆ। ਹਾਂਜੀ, 328 ਚ ਦਿੱਤਾ ਹੋਇਆ ਜੀ ਇਹਨਾਂ ਨੇ ਸਿੰਪਲ ਮਤਲਬ ਬਹੁਤ ਸੌਖੇ ਆਰਟੀਕਲ ਨੇ। ਅਜਿਹੀ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਬੰਧ ਵਿੱਚ ਵਿਵਸਥਾ ਕਰਨ ਦੀ ਕਿਸੇ ਰਾਜ ਦੀ ਵਿਧਾਨ ਸਭਾ ਦੀ ਸ਼ਕਤੀ, ਜਿਵੇਂ ਪਹਿਲਾਂ ਪਾਰਲੀਮੈਂਟ ਦੀ ਹੋਈ ਸੀ। ਚੋਣ ਮਾਮਲਿਆਂ ਵਿੱਚ ਅਦਾਲਤਾਂ ਦੁਆਰਾ ਦਖਲ ਦੇਣ ਤੇ ਰੋਕ, ਠੀਕ ਹੈ ਜੀ। ਇਹ 329 ਨੰਬਰ ਆਰਟੀਕਲ 'ਚ ਲਿਖਿਆ ਵਾ। ਸੋ ਜ਼ਿਆਦਾਤਰ ਇਹਦੇ ਵਿੱਚ ਇੰਪੋਰਟੈਂਟ ਕਿਹੜਾ ਬਣਦਾ ਵਾ? 324 ਇੰਪੋਰਟੈਂਟ ਬਣਦਾ ਵਾ, ਠੀਕ ਆ। ਹਾਂਜੀ, ਚੋਣ ਕਮਿਸ਼ਨ, ਸਟੇਟ ਇਲੈਕਸ਼ਨ ਕਮਿਸ਼ਨ ਹੋ ਗਿਆ ਜੀ, ਉਹ ਤਾਂ ਆਪਣਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸੀ। ਇਹ ਕਿਵੇਂ ਵੱਖਰਾ ਵਾ ਉਹ ਤੋਂ? ਦੇਖੋ ਜੀ, ਪੰਚਾਇਤਾਂ ਅਤੇ ਨਗਰ ਪਾਲਿਕਾ, ਆਪਾਂ ਪਿਛਲੇ ਕਲਾਸ 'ਚ ਪੜ੍ਹਿਆ ਸੀ ਕਿ ਪੰਚਾਇਤ ਅਤੇ ਮਿਊਨਿਸਪੈਲਿਟੀ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਦੇਖਦਾ, ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਹੀਂ ਦੇਖਦਾ, ਠੀਕ ਆ। ਇਹ ਯਾਦ ਰੱਖਣਾ। ਇਹੀ ਇੱਕ ਤਰ੍ਹਾਂ ਨਾਲ ਇਹ ਡਿਫਰੈਂਸ ਦੇ ਹਿਸਾਬ ਦੇ ਨਾਲ, ਇਹੀ ਡਿਫਰੈਂਸ ਦੇ ਉੱਤੇ ਪੇਪਰ ਦੇ ਵਿੱਚ ਐਗਜ਼ਾਮੀਨਰ ਤੁਹਾਨੂੰ ਕੁਐਸਚਨ ਪਾ ਕੇ ਫਸਾਊਗਾ, ਠੀਕ ਆ। ਇਹ ਯਾਦ ਹੋਣਾ ਚਾਹੀਦਾ ਤੁਹਾਨੂੰ। 243 ਕੇ ਤੇ 200 ZA ਦੇ ਵਿੱਚ, ਠੀਕ ਆ, ਇਹਦੇ ਵਿੱਚ ਮਤਲਬ ਦਿੱਤਾ ਹੋਇਆ ਪੇਂਡੂ ਜਿਹੜੀਆਂ ਚੋਣਾਂ ਹੁੰਦੀਆਂ ਨੇ, ਜਿਵੇਂ ਕਿ ਆਪਣੀਆਂ ਪੰਚਾਇਤੀ ਰਾਜ ਦੀਆਂ। ZA ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਸ਼ਹਿਰੀ ਸੰਸਥਾਨ, ਜਿਹੜੀਆਂ ਮਿਊਨਿਸਪੈਲਿਟੀ ਦੀਆਂ ਚੋਣਾਂ ਨੇ, ਲੋਕਲ ਬੋਡੀ ਦੀਆਂ, ਉਹਦੇ ਵਿੱਚ ਦਿੱਤਾ ਹੋਇਆ ਸਾਰਾ ਕੁਝ। ਹਾਂਜੀ, CEC ਰਾਜ ਚੋਣ ਕਮਿਸ਼ਨਰ ਹੁੰਦਾ ਵਾ, ਠੀਕ ਆ ਜੀ। ਸੋ ਇੱਕ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨਰ ਜਿਹਨੂੰ ਆਪਾਂ ਕਹਿ ਦਿੰਦੇ ਆ, ਠੀਕ ਆ ਜੀ, ਉਹ ਸਟੇਟ ਇਲੈਕਸ਼ਨ ਕਮਿਸ਼ਨਰ ਨੂੰ ਅਪਾਇੰਟ ਕੌਣ ਕਰਦਾ ਜੀ? ਇਹ ਕਰਦਾ ਗਵਰਨਰ, ਉਹ 'ਚ ਪ੍ਰੈਜ਼ੀਡੈਂਟ ਕਰਦਾ ਸੀ। ਰਾਜ ਚੋਣ ਕਮਿਸ਼ਨਰ ਨੂੰ ਹਟਾਉਣ ਲਈ ਹਾਈ ਕੋਰਟ, ਜਿਵੇਂ ਉਹਦੇ ਵਿੱਚ ਸੁਪਰੀਮ ਕੋਰਟ, ਜੇਕਰ ਉਹਦੇ ਮੁੱਖ ਜਿਹੜਾ ਕਮਿਸ਼ਨਰ ਆ ਆਪਣਾ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ, ਠੀਕ ਆ, ਜਿਹੜਾ ਮੁੱਖ ਆ, ਚੀਫ ਆ, ਉਹਨੂੰ ਸੁਪਰੀਮ ਕੋਰਟ ਦੇ ਜੱਜ ਵਾਂਗ ਹਟਾਇਆ ਜਾਂਦਾ, ਤਾਂ ਇਹਨੂੰ ਜਿਹੜਾ ਸਟੇਟ ਦਾ ਹਾਈ ਕਮਿਸ਼ਨਰ ਦਾ ਜਿਹੜਾ ਵਾ, ਹਨਾ, ਇਲੈਕਸ਼ਨ ਕਮਿਸ਼ਨਰ ਆ, ਉਹਨੂੰ ਕਿਹੜੇ ਤਰੀਕੇ ਨਾਲ ਹਟਾਇਆ ਜਾ ਸਕਦਾ? ਜਿਹੜਾ ਕਿ ਰਾਜ ਦਾ ਹਾਈ ਕੋਰਟ ਨੂੰ ਜਿਵੇਂ ਆਪਾਂ ਹਟਾਉਂਦੇ ਆ ਉਵੇਂ ਹਟਾਇਆ ਜਾ ਸਕਦਾ ਵਾ, ਠੀਕ। ਹਾਂਜੀ, ਫਾਈਨੈਂਸ ਕਮਿਸ਼ਨ ਤੇ ਆ ਗਏ, ਉਹ ਉੱਪਰ ਵਾਲਾ ਖਤਮ ਹੋ ਗਿਆ ਹੋਇਆ। ਹੁਣ ਆਪਣਾ ਬਹੁਤ ਹੀ ਮਤਲਬ ਘੱਟ ਰਹਿ ਗਈ ਹੋਈ ਆ ਕਲਾਸ, ਸੋ ਜਲਦੀ ਤੋਂ ਜਲਦੀ ਆਪਾਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਫਾਈਨੈਂਸ ਕਮਿਸ਼ਨ ਆਪਣਾ ਇੰਡੀਆ ਦਾ ਫਾਈਨੈਂਸ ਕਮਿਸ਼ਨ, ਸਿੱਧਾ ਕੁਐਸਚਨ ਪੁੱਛਿਆ ਜਾਂਦਾ ਕਿਹੜੇ ਨੰਬਰ ਆਰਟੀਕਲ 'ਚ ਦਰਜ ਆ ਜੀ? 280 ਨੰਬਰ ਆਰਟੀਕਲ ਦੇ ਵਿੱਚ ਇਹ ਦਰਜ ਆ ਜੀ। ਇਹ ਤੁਹਾਨੂੰ ਯਾਦ ਹੋਣਾ ਚਾਹੀਦਾ, ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਜਾਂਦੀ ਆ। ਹਾਂਜੀ, ਇਹਦੀ ਕੰਪੋਜੀਸ਼ਨ ਦੇ ਵਿੱਚ 4 ਮੈਂਬਰ ਹੁੰਦੇ ਨੇ। ਚੇਅਰਮੈਨ ਹੁੰਦਾ ਵਾ, ਠੀਕ ਆ, ਫਰਦਰ ਅਪਾਇੰਟਮੈਂਟ ਇਹਨਾਂ ਦੀ ਹੋ ਜਾਂਦੀ ਆ। ਸਿੰਪਲ ਬਸ ਇਹਨੂੰ ਅਪਾਇੰਟ ਕੌਣ ਕਰਦਾ ਜੀ? ਪ੍ਰੈਜ਼ੀਡੈਂਟ, ਠੀਕ ਆ ਜੀ। ਪ੍ਰੈਜ਼ੀਡੈਂਟ ਇਹਨੂੰ ਅਪਾਇੰਟ ਕਰਦਾ ਜੇਕਰ ਸ਼ਕਤੀਆਂ ਕੇਂਦਰ ਅਤੇ ਰਾਜਾਂ ਦੁਆਰਾ ਵੰਡੇ ਜਾਣ ਵਾਲੇ ਟੈਕਸਾਂ ਨੂੰ ਸਾਂਝਾ ਕਰਨ ਲਈ ਆਧਾਰ ਤੇ ਫੈਸਲਾ ਕਰਦਾ। ਕੋਈ ਵੀ ਟੈਕਸ ਹੋ ਗਿਆ, ਜਿਵੇਂ ਸੈਂਟਰ ਸਟੇਟ ਦੇ ਵਿੱਚ ਸ਼ੇਅਰਿੰਗ ਕਰਨੀਆਂ ਜਾਂ ਸਾਰਾ ਕੁਝ ਦੇਖਣਾ ਵਾ, ਇਹ ਫਾਈਨੈਂਸ ਕਮਿਸ਼ਨ ਦਾ ਕੰਮ ਹੁੰਦਾ। ਠੋਸ ਵਿੱਤ ਦੇ ਹਿੱਤ ਦੇ ਵਿੱਚ ਕੋਈ ਵੀ ਮਾਮਲਾ ਰਾਸ਼ਟਰਪਤੀ ਕੋਲ ਭੇਜਿਆ ਜਾ ਸਕਦਾ, ਮੰਨ ਲਓ ਕੋਈ ਦਿੱਕਤ ਵਾ। ਨੈਕਸਟ ਆ ਗਿਆ, ਜੇਕਰ ਮੰਨ ਲਓ ਕਿ ਐਵੈਲੂਏਟ ਦਾ ਰਾਈਟਸ ਆਫ, ਮਤਲਬ ਕਿ ਰਾਜ ਦੀਆਂ ਜਿਹੜੀਆਂ ਮਿਊਨਿਸਪੈਲਿਟੀਜ਼ ਹੋ ਗਈਆਂ ਜਾਂ ਪੰਚਾਇਤਾਂ ਦੇ ਸਰੋਤਾਂ ਨੂੰ ਜੋੜਨ ਲਈ ਰਾਜ ਦੇ ਸੰਯੁਕਤ ਫੰਡ ਦੇ ਵਿੱਚ, ਠੀਕ ਹੈ, ਰਾਜ ਦੇ ਮਤਲਬ ਕੰਸੋਲੀਡੇਟਡ ਫੰਡ ਦੇ ਵਿੱਚ ਆਰਡਰ ਦੇ ਵਾਧੇ ਦਾ ਮੁਲਾਂਕਣ ਕਰਦਾ ਇਹ। FCO ਫਾਈਨੈਂਸ ਕਮਿਸ਼ਨ ਦੇ ਕੋਲ ਸਿਵਲ ਅਦਾਲਤਾਂ ਦੀਆਂ ਸ਼ਕਤੀਆਂ ਹੁੰਦੀਆਂ ਹਨ, ਠੀਕ ਹੈ ਜੀ। ਹੋਰ ਇਹਦੇ ਵਿੱਚ ਕੋਈ ਖਾਸ ਬਾਹਲਾ ਜ਼ਿਆਦਾ ਹੈ ਨਹੀਂ। ਕਮਿਸ਼ਨ ਆਪਣੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪਦਾ। ਕਈ ਵਾਰ ਇੱਦਾਂ ਆ ਜਾਂਦਾ ਕਿ ਪੇਪਰ ਦੇ ਫਾਈਨੈਂਸ ਕਮਿਸ਼ਨ ਆਪਦੀ ਰਿਪੋਰਟ ਕਿਹਨੂੰ ਸੌਂਪਦਾ ਵਾ? ਰਾਸ਼ਟਰਪਤੀ ਨੂੰ ਸੌਂਪਦਾ, ਜੋ ਰਾਸ਼ਟਰਪਤੀ ਉਸ ਤੋਂ ਬਾਅਦ ਇਹਨਾਂ ਨੂੰ ਦੋਵਾਂ ਸਦਨਾਂ ਦੇ ਸਾਹਮਣੇ ਪੇਸ਼ ਕਰਦਾ ਵਾ, ਬਸ, ਠੀਕ ਹੈ ਜੀ। ਸੋ ਜਿਹੜੀ ਚੀਜ਼ ਜਿੰਨੀ ਇੰਪੋਰਟੈਂਟ ਆ ਉਨੀ ਹੀ ਕਰਨੀ। ਉੱਪਰ ਵਾਲੇ ਇੰਪੋਰਟੈਂਟ ਸੀ, ਆਪਾਂ ਵੱਧ ਜ਼ਿਆਦਾ ਚੰਗੀ ਤਰ੍ਹਾਂ ਕਰ ਲਿਆ, ਠੀਕ ਹੈ, ਕਿਉਂਕਿ ਉਹਦੇ ਵਿੱਚ ਕੁਐਸਚਨ ਘੁਮਾ ਕੇ ਪੁੱਛੇ ਜਾਂਦੇ ਨੇ, ਕਿਉਂਕਿ ਜ਼ਿਆਦਾ ਇੰਪੋਰਟੈਂਟ ਬਣਦੀਆਂ ਨੇ। ਹੁਣ ਜਿੱਦਾਂ ਸਟੇਟ ਆਪਣਾ ਫਾਈਨੈਂਸ ਕਮਿਸ਼ਨ ਆਫ ਇੰਡੀਆ ਸੀ, ਇਹ ਆ ਗਿਆ ਜੀ ਸਟੇਟ ਫਾਈਨੈਂਸ ਕਮਿਸ਼ਨ। ਕਿਸੇ ਰਾਜ ਦਾ ਰਾਜਪਾਲ, ਠੀਕ ਹੈ ਜੀ, ਪਹਿਲੀ ਗੱਲ ਤਾਂ 5 ਸਾਲ ਬਾਅਦ ਇੱਕ ਵਿੱਤ ਕਮਿਸ਼ਨ ਦਾ, ਮਤਲਬ 5 ਸਾਲਾਂ ਦੀ ਟਰਮ ਹੁੰਦੀ ਆ ਸਟੇਟ ਫਾਈਨੈਂਸ ਕਮਿਸ਼ਨ ਦੀ, ਠੀਕ ਹੈ ਜੀ। ਰਾਜ ਦਾ ਗਵਰਨਰ ਇਹਨੂੰ ਅਪਾਇੰਟ ਕਰੂਗਾ। ਤੇ ਧਾਰਾ 143I ਅਤੇ ਧਾਰਾ 243Y, ਠੀਕ ਹੈ ਜੀ, ਇਹ ਯਾਦ ਕਰਦੇ ਹਾਂ, ਠੀਕ ਹੈ ਜੀ। I ਤੇ Y ਇਸ ਸੰਸਥਾ ਦੇ ਗਠਨ ਨਾਲ ਸੰਬੰਧਿਤ ਆ
ਤੇ ਮੈਂਬਰਾਂ ਦੀ ਰਚਨਾ, ਯੋਗਤਾ, ਸਾਰਾ ਕੁਝ ਮਤਲਬ ਚੋਣ ਸੰਬੰਧ ਦਾ ਤਰੀਕਾ ਰਾਜ ਵਿਧਾਨ ਸਭਾ ਦੁਆਰਾ ਨਿਯੁਕਤ ਕੀਤਾ। ਮਤਲਬ ਸਟੇਟ ਲੈਜਿਸਲੇਚਰ ਜਿਹੜਾ ਹੁੰਦਾ ਵਾ ਉਹ ਸਾਰਾ ਕੁਝ ਇਹਦੇ ਬਾਰੇ ਕਰਦੀ ਆ ਕਿ ਹਾਂ ਸਟੇਟ ਫਾਈਨੈਂਸ ਕਮਿਸ਼ਨ ਕਿੰਨੇ ਮੈਂਬਰ ਹੋਣਗੇ, ਉਹਨਾਂ ਦੀ ਯੋਗਤਾ ਕੀ ਹੋਊ, ਚੋਣਾਂ ਕਿਵੇਂ ਕਰਨੀਆਂ, ਸਾਰਾ ਕੁਝ ਸਟੇਟ ਦੇ ਲਈ ਹੁੰਦਾ ਵਾ। ਹਾਂਜੀ ਜੀਐਸਟੀ ਬਾਰੇ ਮੈਂ ਤੁਹਾਨੂੰ ਪਿਛਲੀ ਕਲਾਸ 'ਚ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਦਾ ਸੀਗਾ। CGST ਹੋ ਗਿਆ, SGST ਹੋ ਗਿਆ, ਸਾਰਾ ਪੂਰੀ ਡਿਟੇਲ ਦੇ ਵਿੱਚ ਆਪਾਂ ਕੀਤਾ ਹੋਇਆ। ਸੋ ਜ਼ਿਆਦਾ ਹੁਣ ਆਪਾਂ ਦੁਬਾਰਾ ਇਹਦੇ ਉੱਤੇ ਜ਼ੋਰ ਨਹੀਂ ਪਾਵਾਂਗੇ। ਸੋ GST ਦੀ ਨਾ ਇੱਕ ਕੌਂਸਲ ਹੁੰਦੀ ਆ ਜਿਹਨੂੰ ਕਿ 279A ਦੇ ਤਹਿਤ ਦੇ ਬਣਾਈ ਗਈ ਸੀ। ਬਹੁਤ ਇੰਪੋਰਟੈਂਟ ਵਾ, ਠੀਕ ਆ ਜੀ। ਆਰਟੀਕਲ ਹੈ 279A। ਸਿੱਧਾ ਕੁਐਸਚਨ ਆਊਗਾ GST ਲਈ ਆਰਟੀਕਲ, GST ਕੌਂਸਲ ਲਈ ਆਰਟੀਕਲ ਕਿਹੜਾ? 279A ਆ, ਠੀਕ ਆ ਜੀ। ਇਹਦਾ ਕੰਮ ਕੀ ਹੁੰਦਾ? ਇਹਦਾ ਕੰਮ ਹੁੰਦਾ GST ਕੌਂਸਲ ਦਾ ਕਿ ਰਾਜ, ਕੇਂਦਰ ਅਤੇ ਰਾਜ ਸਰਕਾਰਾਂ ਨੂੰ GST ਦੇ ਬਾਰੇ ਸਿਫਾਰਿਸ਼ਾਂ ਕਰਦਾ ਕਿ ਹਾਂਜੀ ਵੀ GST ਦਾ ਬਾਈ ਹਾਂਜੀ ਇਹਦੇ ਉੱਤੇ ਕਿੰਨੇ % ਟੈਕਸ ਲੱਗਣਾ ਚਾਹੀਦਾ, 5 ਲੱਗਣਾ ਚਾਹੀਦਾ, 12 ਲੱਗਣਾ ਚਾਹੀਦਾ, 18 ਲੱਗਣਾ ਚਾਹੀਦਾ ਜਾਂ 28 ਲੱਗਣਾ ਚਾਹੀਦਾ, ਠੀਕ ਆ। ਇਸ ਵਿੱਚ ਕੇਂਦਰ ਅਤੇ ਰਾਜ ਦੋਵਾਂ ਦੀ ਪ੍ਰਤੀਨਿਧਤਾ ਹੁੰਦੀ ਆ, ਤਾਂ ਇਸ ਲਈ ਇੱਕ ਫੈਡਰਲ ਬੋਡੀ ਹੁੰਦੀ ਆ, ਠੀਕ ਆ। ਸੋ ਸੈਂਟਰ ਵੀ ਇਨਵੋਲਵ ਹੁੰਦੀ ਆ, ਸਟੇਟ ਵੀ ਹੁੰਦੀ ਆ। ਪਿਛਲੀ ਕਲਾਸ 'ਚ ਆਪਾਂ ਤੁਹਾਨੂੰ ਕਰਾਇਆ। GST ਕੌਂਸਲ 'ਚ ਕੌਣ ਹੁੰਦਾ ਜੀ? ਯੂਨੀਅਨ ਫਾਈਨੈਂਸ ਮਿਨਿਸਟਰ ਆਪਣਾ ਜਿਹੜੇ ਹੁੰਦੇ ਨੇ ਉਹ ਇਹਦੇ ਚੇਅਰਪਰਸਨ ਹੁੰਦੇ ਨੇ। ਹੁਣ ਤੁਸੀਂ ਮੈਨੂੰ ਇੱਕ ਕੁਐਸਚਨ ਦਾ ਆਨਸਰ ਦੇਣਾ ਵਾ ਕਿ ਇਸ ਟਾਈਮ ਦੇ ਉੱਤੇ ਆਪਣੇ ਫਾਈਨੈਂਸ ਮਿਨਿਸਟਰ ਕੌਣ ਨੇ? ਯੂਨੀਅਨ ਦੱਸਣਾ, ਇਹ ਪਤਾ ਹੋਣਾ ਚਾਹੀਦਾ, ਪੇਪਰ 'ਚ ਕੁਐਸਚਨ ਪੁੱਛਿਆ ਜਾਂਦਾ ਹੈ। ਯੂਨੀਅਨ ਮਿਨਿਸਟਰ ਆਫ ਸਟੇਟ ਇਨ ਚਾਰਜ ਆਫ ਰੈਵਨਿਊ ਐਂਡ ਫਾਈਨੈਂਸ ਐਜ਼ ਏ ਮੈਂਬਰ, ਠੀਕ ਆ ਜੀ। ਸੋ ਮਾਲੀਆ ਜਾਂ ਵਿੱਤ ਇੰਚਾਰਜ ਦੇ ਵਜੋਂ ਸਾਰਾ ਕੁਝ ਇਹ ਕਰਦਾ ਵਾ, ਠੀਕ ਆ। ਕੋਈ ਵੀ ਮੰਤਰੀ ਜਿਹੜੇ ਹੁੰਦੇ ਨੇ ਇਹਦੇ ਵਿੱਚ ਮੈਂਬਰ ਜਿਹੜੇ ਹੁੰਦੇ ਨੇ, ਠੀਕ ਆ। ਚੇਅਰਪਰਸਨ ਹੋ ਗਿਆ। ਹੁਣ ਯੂਨੀਅਨ ਮਿਨਿਸਟਰ ਹੋ ਗਿਆ ਜਿਹਨੂੰ ਸਟੇਟ ਇੰਚਾਰਜ ਰੈਵਨਿਊ ਜਾਂ ਫਾਈਨੈਂਸ ਦੇ ਐਜ਼ ਮੈਂਬਰ ਹੋਣਾ ਚਾਹੀਦਾ। ਮਿਨਿਸਟਰੀ ਇੰਚਾਰਜ ਆਫ ਰੈਵਨਿਊ ਔਰ ਫਾਈਨੈਂਸ ਔਰ ਅਦਰ ਐਨੀ ਮਿਨਿਸਟਰੀ ਨੋਮੀਨੇਟਡ ਬਾਏ ਦਾ ਸਟੇਟ ਗਵਰਨਮੈਂਟ ਐਜ਼ ਦਾ ਮੈਂਬਰ, ਠੀਕ ਹੈ ਜੀ। ਸੋ ਹੁਣ ਆ ਗਿਆ ਜੀ UPSC ਦਾ। ਨੈਕਸਟ ਆਪਾਂ UPSC ਦਾ ਕਰਦੇ ਹਾਂ ਜੀ। ਆਰਟੀਕਲ 315 ਤੋਂ ਲੈ ਕੇ 323 ਆ। ਆਪਾਂ ਨੂੰ ਸਾਰਿਆਂ ਨੂੰ ਪਤਾ UPSC ਬਾਰੇ ਕੌਣ ਨਹੀਂ ਜਾਣਦਾ, ਸੋ ਇਹਦੇ ਬਾਰੇ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਪਏਗੀ। ਸੋ ਫਿਰ ਵੀ ਆਪਾਂ ਤੁਹਾਨੂੰ ਉਹਨਾਂ ਕਰਵਾ ਦਿੰਦੇ ਹਾਂ। ਦੇਖੋ ਜੀ ਕੰਪੋਜੀਸ਼ਨ ਇਹਦੀ, ਠੀਕ ਹੈ ਜੀ। UPSC ਦੇ ਵਿੱਚ ਇੱਕ ਚੇਅਰਮੈਨ ਹੁੰਦਾ ਤੇ ਹੋਰ ਮੈਂਬਰ ਹੁੰਦੇ ਆ। ਹੋਰ ਮੈਂਬਰਾਂ ਦੀ ਗਿਣਤੀ ਪ੍ਰੈਜ਼ੀਡੈਂਟ ਤੇ ਛੱਡੀ ਜਾਂਦੀ ਹੈ ਕਿ ਹਾਂਜੀ ਕਿੰਨੇ ਆ। ਅਪਾਇੰਟ ਕੌਣ ਕਰਦਾ ਜੀ? ਇਹਨੂੰ ਪ੍ਰੈਜ਼ੀਡੈਂਟ ਕਰਦਾ ਬਸ। ਇਹਨਾਂ ਦੀ 6 ਸਾਲ ਦਾ ਕਾਰਜਕਾਲ ਹੁੰਦਾ ਜਾਂ 65 ਸਾਲ ਤੋਂ ਵੱਧ ਉਮਰ ਨਹੀਂ ਹੋਣੀ ਚਾਹੀਦੀ। ਵਿੱਚ ਚੀਜ਼ ਜਿਹੜੀ ਵੀ ਚੀਜ਼ ਅਰਲੀਅਰ ਹੋ ਗਈ ਇਹਨੂੰ ਬਾਅਦ ਚੋਂ ਹਟਾ ਦਿੰਦੇ ਆ। ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਸਿਰਫ ਪ੍ਰੈਜ਼ੀਡੈਂਟ ਹਟਾ ਸਕਦਾ ਵਾ ਬਸ। ਅੱਗੇ ਆ ਗਿਆ ਜੀ ਫਰਦਰ ਅਪਾਇੰਟਮੈਂਟ। UPSC ਚੇਅਰਮੈਨ ਇਜ਼ ਨਾਟ ਐਲੀਜੀਬਲ ਫॉर ਦਾ ਸੈਕੰਡ ਟਰਮ। ਦੂਜੀ ਵਾਰੀ ਇਹਦੀ ਨਿਯੁਕਤੀ ਨਹੀਂ ਹੋ ਸਕਦੀ। ਹੋਰ ਮੈਂਬਰ ਸਿਰਫ SPSC ਸਟੇਟ ਪਬਲਿਕ ਸਰਵਿਸ ਕਮਿਸ਼ਨ ਐਂਡ UPSC ਦੇ ਅੰਦਰ ਮੁਲਾਕਾਤ ਨਾਲ ਅਪਾਇੰਟਮੈਂਟ ਲਈ ਯੋਗ ਹੋਣਗੇ, ਠੀਕ ਆ। ਮੁਲਾਕਾਤ ਹੋ ਗਿਆ, ਅਪਾਇੰਟਮੈਂਟ ਲਈ ਯੋਗ ਹੋਣਗੇ। ਨੈਕਸਟ ਆਪਾਂ ਕਰਦੇ ਹਾਂ ਜੀ ਆਪਣਾ ਰਿਕਰੂਟਮੈਂਟ। ਔਰ ਹੁਣ ਕਿਹੜੇ ਕੋਈ ਵੀ ਆਲ ਇੰਡੀਆ ਸਰਵਿਸਿਜ਼ ਹੁੰਦੀਆਂ ਨੇ, ਠੀਕ ਆ। ਸੋ ਇਹ ਸਾਰੀ ਰਿਕਰੂਟਮੈਂਟ ਉਹ ਦੇਖਦਾ। ਹੁਣ ਆਪਾਂ ਦੇਖਦੇ ਹਾਂ IAS ਬਣਦੇ ਨੇ, ਠੀਕ ਹੈ ਜੀ। IFS ਬਣਦੇ ਨੇ। ਤੇ ਨੈਕਸਟ ਆਪਾਂ ਦੇਖਦੇ ਹਾਂ UPSC ਕਿੰਨੇ ਐਗਜ਼ਾਮ ਕੰਡਕਟ ਕਰਵਾਉਂਦੀ ਆ, ਹੈ ਨਾ। ਆਪਾਂ ਸਾਰਿਆਂ ਨੂੰ ਪਤਾ IPS ਬਣਦੇ ਨੇ। ਇਹ ਸਾਰਾ ਕੁਝ ਇੱਦਾਂ ਹੁੰਦਾ। ਹੁਣ ਸਟੇਟ ਦੇ ਵਿੱਚ ਜਿਹੜੇ ਹੁੰਦੇ ਨੇ ਐਗਜ਼ੀਕਿਊਟਿਵ ਜਿਹੜੇ ਹੁੰਦੇ ਨੇ, ਸਟੇਟ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਕਰਦਾ ਵਾ ਸਾਰਾ ਕੁਝ, ਜਿਵੇਂ ਜਿਹੜੀਆਂ ਸਟੇਟ ਦੇ ਅੰਡਰ ਹੁੰਦੀਆਂ ਨੇ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਨੈਕਸਟ ਆ ਗਿਆ ਜੀ ਹੁਣ ਆ ਗਿਆ ਜੀ ਸਟੇਟ ਪਬਲਿਕ ਸਰਵਿਸ ਕਮਿਸ਼ਨ। ਸੇਮ ਆਰਟੀਕਲ 315 ਤੋਂ ਲੈ ਕੇ 23 ਤੱਕ ਉਹੀ 6 ਸਾਲ ਤੇ 62 ਸਾਲ ਆ ਗਿਆ। ਇੱਥੇ ਆ ਗਿਆ ਸੀਗਾ ਸਾਡਾ 6 ਸਾਲ 65 ਸਾਲ, ਠੀਕ ਹੈ। ਬਸ ਇੰਨਾ ਫਰਕ ਆ। UPSC ਲਈ 6 ਸਾਲ 65 ਸਾਲ ਉਮਰ ਆ, ਇਹਦੇ ਲਈ 6 ਸਾਲ 62 ਸਾਲ ਉਮਰ ਦਿੱਤੀ ਹੋਈ ਆ, ਠੀਕ ਹੈ, ਜਿਹੜੀ ਸਟੇਟ ਪਬਲਿਕ ਕਰੋ। ਹੁਣ ਇਹਨੂੰ ਨੋਮੀਨੇਟ ਪਹਿਲੀ ਗੱਲ ਤਾਂ ਜੀ ਕੌਣ ਕਰਦਾ ਜੀ? ਇਹਨੂੰ ਕੰਸਿਸਟ ਕਰਦਾ ਵਾ ਜੀ। ਇਹ 'ਚ ਚੇਅਰਮੈਨ ਹੁੰਦਾ ਤੇ ਅਦਰ ਮੈਂਬਰ ਹੁੰਦੇ ਨੇ। ਇਹਦੀ ਨਿਯੁਕਤੀ ਕੌਣ ਕਰਦਾ ਜੀ? ਗਵਰਨਰ ਇਹਨਾਂ ਦੀ ਨਿਯੁਕਤੀ ਕਰਦਾ ਵਾ, ਠੀਕ ਹੈ। ਦਾ ਨੰਬਰ ਆਫ ਅਦਰ ਮੈਂਬਰ ਇਜ਼ ਲੈਫਟ ਆਉਂਦਾ, ਮਤਲਬ ਗਵਰਨਰ ਦੇ ਡਿਪੈਂਡ ਹੁੰਦਾ ਕਿ ਹੋਰ ਕਿੰਨੇ ਮੈਂਬਰਾਂ ਦੀ ਗਿਣਤੀ ਰੱਖਣੀ ਆ। ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਸਿਰਫ ਪ੍ਰੈਜ਼ੀਡੈਂਟ ਹੀ ਹਟਾ ਸਕਦਾ ਵਾ, ਠੀਕ ਆ। ਸੋ ਦੇਖੋ ਹੁਣ ਇਹ ਚੀਜ਼ ਯਾਦ ਰੱਖਣੀ ਆ। ਉਹਦੇ ਵਿੱਚ ਤਾਂ ਤੁਹਾਡਾ ਕਲੀਅਰ ਆ ਕਿ ਹਾਂਜੀ ਇਹਨੂੰ ਆਪਣਾ ਅਪਾਇੰਟ ਵੀ ਇਹਨੇ ਕੀਤਾ ਪ੍ਰੈਜ਼ੀਡੈਂਟ ਨੇ, ਰਿਮੂਵ ਵੀ ਪ੍ਰੈਜ਼ੀਡੈਂਟ ਨੇ ਕੀਤਾ। ਇਹਦੇ ਵਿੱਚ ਬਿਲਕੁਲ ਵੀ ਕਨਫਿਊਜ਼ ਨਾ ਹੋਇਓ। ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ ਜਿਹੜੇ ਚੇਅਰਮੈਨ ਜਾਂ ਮੈਂਬਰਾਂ ਨੂੰ ਅਪਾਇੰਟ ਦਾ ਗਵਰਨਰ ਕਰ ਦਿੰਦਾ, ਪਰ ਗਵਰਨਰ ਹਟਾ ਨਹੀਂ ਸਕਦਾ, ਉਹਨਾਂ ਨੂੰ ਕੱਢ ਨਹੀਂ ਸਕਦਾ ਗਵਰਨਰ। ਉਹਦੇ ਲਈ ਪ੍ਰੈਜ਼ੀਡੈਂਟ ਹੀ ਇਹ ਸ਼ਕਤੀ ਦਿੱਤੀ ਗਈ ਹੈ ਕਿ ਪ੍ਰੈਜ਼ੀਡੈਂਟ ਨੇ ਇਹਨੂੰ ਰਿਮੂਵ ਕਰਨਾ ਵਾ। ਇਹ ਫਰਕ ਹੈ ਇਹਨਾਂ ਦੋਨਾਂ 'ਚ, ਠੀਕ ਆ। ਹਾਂਜੀ ਨਾਨ ਕੌਂਸਟੀਟਿਊਸ਼ਨਲ ਬੋਡੀਜ਼ ਆ ਗਈਆਂ। ਕੌਂਸਟੀਟਿਊਸ਼ਨ ਬੋਡੀਜ਼ ਦੇ ਵਿੱਚ ਜਿਹੜੀ ਉੱਪਰ ਵਾਲੀਆਂ ਨੇ ਨਾ, ਬਾਕੀ ਜਿਹੜੀ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਵਾਰੀ। ਜਿਹੜੇ ਉੱਪਰ ਵਾਲੀਆਂ ਜਿਹੜੀਆਂ ਆਪਾਂ ਨਹੀਂ ਡਿਟੇਲ ਦੇ ਵਿੱਚ ਕੀਤੀਆਂ, ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦੀਆਂ। ਇੰਪੋਰਟੈਂਟ ਨਹੀਂ ਬਣਦੀਆਂ ਦਾ ਮਤਲਬ ਇਹ ਆ ਕਿ ਉਹਦੇ ਵਿੱਚ ਜਸਟ ਤੁਹਾਨੂੰ ਆਰਟੀਕਲ ਪੁੱਛੇ ਜਾਣਗੇ। ਹਾਲੇ 338 39 40 ਜਿੰਨੇ ਵੀ ਆਹ ਨੇ, ਸਿਰਫ ਇਹ ਆਰਟੀਕਲ ਯਾਦ ਕਰ ਲਓ। ਜਿਹੜੇ ਇੰਪੋਰਟੈਂਟ ਸੀ ਮੈਂ ਤੁਹਾਨੂੰ ਸਾਰੇ ਕਰਵਾਤੇ ਹੋਏ ਆ, ਠੀਕ ਆ। ਸੋ ਉਹਦੇ ਲਈ ਹੁਣ ਆਪਾਂ ਬਾਰ-ਬਾਰ ਤੁਹਾਨੂੰ ਉਹ ਕਰਨ ਦੀ ਜ਼ਰੂਰਤ ਨਹੀਂ ਪਏਗੀ। ਸੋ ਜਸਟ ਆਪਾਂ ਨਾਨ ਕੌਂਸਟੀਟਿਊਸ਼ਨਲ ਬੋਡੀਜ਼ ਜਿਹੜੀਆਂ ਨੇ ਉਹ ਕਰਦੇ। ਹੁਣ ਜੀ ਨਾਨ ਕੌਂਸਟੀਟਿਊਸ਼ਨਲ ਬੋਡੀਜ਼ ਦੇ ਵਿੱਚੋਂ ਜ਼ਿਆਦਾ ਕੁਐਸਚਨ ਨਹੀਂ ਪੁੱਛੇ ਜਾਂਦੇ, ਠੀਕ ਹੈ ਜੀ। ਸੋ ਆਪਾਂ ਥੋੜ੍ਹਾ ਜਿਹਾ ਤਰੀਕੇ ਨਾਲ ਇਹਨੂੰ ਬਹੁਤ ਘੱਟ ਸਮੇਂ 'ਚ ਨਿਬੇੜਾਂਗੇ, ਠੀਕ ਹੈ ਜੀ। ਹੁਣ ਜੀ ਨਾਨ ਕੌਂਸਟੀਟਿਊਸ਼ਨਲ ਬੋਡੀਜ਼ ਕੀ ਹੁੰਦੀਆਂ? ਸਿੱਧੀ ਗੱਲ ਆ ਜੀ। ਨਾਨ ਕੌਂਸਟੀਟਿਊਸ਼ਨਲ ਬੋਡੀਜ਼ ਜਿਹੜੀਆਂ ਹੁੰਦੀਆਂ ਨੇ ਉਹਦਾ ਉਲੇਖ ਆਪਣੇ ਸੰਵਿਧਾਨ ਦੇ ਵਿੱਚ ਨਹੀਂ ਹੁੰਦਾ, ਤਾਂ ਹੀ ਉਹਨੂੰ ਨਾਨ ਕੌਂਸਟੀਟਿਊਸ਼ਨਲ ਬੋਡੀਜ਼ ਕਹਿ ਦਿੰਦੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਇੰਪੋਰਟੈਂਟ ਨਹੀਂ ਹੁੰਦੀਆਂ। ਦੇਖੋ ਜੀ, ਇੱਕ ਹੁੰਦੀਆਂ ਨੇ ਸਟੈਚੂਏਟਰੀ ਬੋਡੀ, ਇੱਕ ਹੁੰਦੀਆਂ ਨਾਨ ਸਟੈਚੂਏਟਰੀ ਬੋਡੀ। ਹੁਣ ਜੇਕਰ ਆਪਾਂ ਨਾਨ ਸਟੈਚੂਏਟਰੀ, ਇਹਨੂੰ ਆਪਾਂ ਐਗਜ਼ੀਕਿਊਟਿਵ ਬੋਡੀਜ਼ ਵੀ ਕਹਿ ਦਿੰਦੇ ਆ। ਹੁਣ ਸਟੈਚੂਏਟਰੀ ਬੋਡੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਇਹ ਕਿਸ ਤਰ੍ਹਾਂ
ਵਗੈਰਾ ਹੁੰਦੀਆਂ ਨੇ। ਦੇਖੋ ਜੀ ਇਹਦੇ ਲਈ ਕੀ ਹੁੰਦਾ ਨਾ, ਇਹ ਇੱਕ ਲਾਅ ਦੇ ਲਾਅ ਵਜੋਂ ਹੁੰਦਾ, ਇੱਕ ਇਹਨੂੰ ਆਪਾਂ ਰੈਗੂਲੇਸ਼ਨ ਲਾਅ ਕਹਿ ਸਕਦੇ ਹਾਂ, ਠੀਕ ਆ, ਰੈਗੂਲੇਸ਼ਨ ਲਾਅ ਕਹਿ ਸਕਦੇ ਹਾਂ। ਹੁੰਦੀ ਕਿਵੇਂ ਆ, ਬਣਦੀ ਕਿਵੇਂ ਆ ਜੀ, ਇਹਦੇ ਵਿੱਚ ਕੀ ਹੁੰਦਾ ਵਾ, ਇਹਦੇ ਵਿੱਚ ਨਾ ਇੱਕ ਐਕਟ ਬਣਦਾ, ਜਿਵੇਂ ਲੋਕ ਸਭਾ, ਰਾਜ ਸਭਾ ਤੇ ਨੈਕਸਟ ਆਪਣਾ ਲਗਾ ਲਓ ਕਿ ਆਪਣਾ ਪ੍ਰੈਜ਼ੀਡੈਂਟ ਬਾਅਦ 'ਚ ਉਹਦੀ ਪਰਮਿਸ਼ਨ ਦਿੰਦਾ ਵਾ, ਐਜੈਂਟ ਕਰਦਾ ਵਾ, ਠੀਕ ਆ। ਸੋ ਉਹ ਸਾਰੀ ਚੀਜ਼ ਆ ਜਿਹੜੀ, ਇਹ ਸਾਰੀ ਚੀਜ਼ ਦੇ ਤਹਿਤ ਇੱਕ ਸਟੈਚੂਐਟਰੀ ਬੋਡੀਜ਼ ਬਣਦੀਆਂ ਨੇ, ਜਿਵੇਂ ਕਿ ਲੋਕਪਾਲ ਹੋ ਗਿਆ, ਲੋਕਪਾਲ ਦਾ ਦਫ਼ਤਰ ਹੋ ਗਿਆ, ਲੋਕਾਯੁਕਤ ਹੋ ਗਿਆ, ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ ਨੇ, ਇਹ ਇੱਕ ਬਿੱਲ ਦੇ ਤਹਿਤ ਬਣੀਆਂ ਸੀ, ਠੀਕ ਆ। ਇੱਕ ਬਿੱਲ ਮਤਲਬ ਇੱਕ ਐਕਟ ਕਹਿ ਸਕਦੇ ਹਾਂ ਆਪਾਂ ਕਿ ਐਕਟ ਦੇ ਤਹਿਤ, ਪਰ ਇਹਦਾ ਮਤਲਬ ਇਹ ਨਹੀਂ ਕਿ ਜੇਕਰ ਐਕਟ ਬਣਿਆ ਤਾਂ ਆਪਣੇ ਸੰਵਿਧਾਨ 'ਚ ਦਰਜ ਹੋ ਗਿਆ, ਸੰਵਿਧਾਨ ਦੇ ਵਿੱਚ ਜ਼ਰੂਰੀ ਨਹੀਂ, ਇਹ ਜਸਟ ਇੱਕ ਐਕਟ ਆ, ਮਤਲਬ ਇਹਨੂੰ ਸਿੱਧਾ ਗਵਰਨਮੈਂਟ ਦਾ ਐਗਜ਼ੀਕਿਊਟਿਵ ਫੰਕਸ਼ਨ ਨਹੀਂਗਾ। ਹੁਣ ਜੇਕਰ ਦੂਜਾ ਆਪਾਂ ਗੱਲ ਕਰੀਏ ਤਾਂ ਇੱਕ ਹੁੰਦੀ ਹੈ ਐਗਜ਼ੀਕਿਊਟਿਵ ਬੋਡੀਜ਼। ਐਗਜ਼ੀਕਿਊਟਿਵ ਬੋਡੀਜ਼ ਕੀ ਹੁੰਦੀਆਂ ਨੇ, ਐਗਜ਼ੀਕਿਊਟਿਵ ਬੋਡੀਜ਼ ਦੇ ਵਿੱਚ ਜਿੱਦਾਂ ਕਿ ਪਲੈਨਿੰਗ ਕਮਿਸ਼ਨ ਹੋ ਗਿਆ ਜਾਂ ਨੀਤੀ ਆਯੋਗ ਹੋ ਗਿਆ, ਇਹ ਹੁੰਦੀਆਂ ਨੇ ਐਗਜ਼ੀਕਿਊਟਿਵ ਬੋਡੀਜ਼। ਇਹਦੇ ਲਈ ਕੋਈ ਐਕਟ ਵਗੈਰਾ ਨਹੀਂ ਬਣਾਉਣਾ ਪੈਂਦਾ, ਮਤਲਬ ਇਹਦੇ ਲਈ ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ ਦੀ ਉਹ ਨਹੀਂ ਕਰਨੀ ਪੈਂਦੀ ਗੀ, ਠੀਕ ਆ। ਸੋ ਇਹਦੇ ਲਈ ਕੀ ਕਰਨਾ ਪੈਂਦਾ, ਇਹਦੇ ਲਈ ਜਸਟ ਇੱਕ ਮੋਦੀ, ਜਿਵੇਂ ਹੁਣ ਆਪਾਂ ਸਭ ਤੋਂ ਬੈਸਟ ਐਗਜ਼ਾਮਪਲ ਕਿਹੜੀ ਆ, ਪਲੈਨਿੰਗ ਕਮਿਸ਼ਨ ਤੇ ਨੀਤੀ ਆਯੋਗ ਦੀ। ਹੁਣ ਪਲੈਨਿੰਗ ਕਮਿਸ਼ਨ ਆਪਾਂ ਦੇਖਦੇ ਸੀਗੇ 1951 ਤੋਂ ਚੱਲਦਾ ਆ ਰਿਹਾ ਵਾ, ਹਨਾ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਇੱਕਦਮ ਆਇਆ ਮੋਦੀ ਸਰਕਾਰ ਆਈ, ਮੋਦੀ ਸਰਕਾਰ ਨੇ ਆਉਂਦੇ ਸਾਰੀ ਪਲੈਨਿੰਗ ਕਮਿਸ਼ਨ ਨੂੰ ਨੀਤੀ ਆਯੋਗ ਨਾਲ ਰਿਪਲੇਸ ਕਰਤਾ। ਮੋਦੀ ਸਰਕਾਰ ਨੇ ਆਉਣ ਤੋਂ ਪਹਿਲਾਂ ਹੀ ਇਹ ਚੀਜ਼ ਕਹਿ ਰਿਹਾ ਸੀ ਨਾ, ਮੋਦੀ ਕਈ ਵਾਰ ਭਾਸ਼ਣ ਦੇ ਵਿੱਚ ਕਹਿ ਰਿਹਾ ਸੀ ਕਿ ਜਦੋਂ ਮੈਂ ਆ ਗਿਆ ਸਭ ਤੋਂ ਪਹਿਲਾਂ ਮੈਂ ਪਲੈਨਿੰਗ ਕਮਿਸ਼ਨ ਖਤਮ ਕਰਨਾ, ਕਿਉਂਕਿ ਇਹਦਾ ਮਤਲਬ ਜੇ ਉਹ ਸਿੱਧਾ ਐਂ ਕਹਿ ਰਿਹਾ ਕਿ ਮੈਂ ਆ ਗਿਆ, ਸਾਡੀ ਸਰਕਾਰ ਆ ਗਈ, ਇਹਦਾ ਮਤਲਬ ਉਹ ਐਗਜ਼ੀਕਿਊਟਿਵ ਫੰਕਸ਼ਨ ਹੋ ਗਿਆ, ਇਹਨੂੰ ਮੋਦੀ ਖੁਦ ਕਰ ਸਕਦਾ ਸੀ, ਤਾਂ ਮੋਦੀ ਨੇ ਆ ਕੇ ਕਰ ਵੀ ਦਿੱਤਾ ਬਾਅਦ ਚੋਂ ਨੀਤੀ ਆਯੋਗ। ਇਹ ਚੀਜ਼ ਹੁੰਦੀ ਆ ਵੀ ਜਿਹੜੀ ਚੀਜ਼ ਮਤਲਬ ਕਿ ਆਪਾਂ ਕਹਿ ਸਕਦੇ ਹੁੰਦੇ ਹਾਂ ਕਿ ਹਾਂ ਗੌਰਮੈਂਟ ਦਾ ਐਗਜ਼ੀਕਿਊਟਿਵ ਫੰਕਸ਼ਨ ਆ, ਗੌਰਮੈਂਟ ਆਪਦੇ ਤਰੀਕੇ ਦੇ ਨਾਲ, ਇਹਦੇ ਲਈ ਕੋਈ ਐਕਟ ਵਗੈਰਾ ਨਹੀਂ ਪਾਸ ਕਰਨਾ ਪੈਂਦਾ, ਜਸਟ ਇੱਕ ਆਰਡਰ ਕੱਢਣਾ ਇਹਨਾਂ ਨੇ ਆਪਦੀ ਮੰਤਰੀਆਂ ਦੇ ਕੌਂਸਲ ਦੇ ਵਿੱਚ, ਉਹ ਕਰਕੇ ਤਾਂ ਸਿੱਧਾ ਉਹ ਹੋ ਜਾਂਦੀ ਆ। ਇਹਨੂੰ ਆਪਾਂ ਕਹਿ ਦਿੰਦੇ ਹਾਂ ਆਪਣੀਆਂ ਐਗਜ਼ੀਕਿਊਟਿਵ ਬੋਡੀਜ਼। ਤਾਂ ਨੈਕਸਟ ਆਪਾਂ ਕਰਦੇ ਹਾਂ ਹੁਣ, ਠੀਕ ਹੈ ਜੀ। ਹੁਣ ਇਹਨੂੰ ਦੋ ਪ੍ਰਕਾਰ 'ਚ ਡਿਵਾਈਡ ਆ, ਨੈਕਸਟ ਆਪਾਂ ਤੁਹਾਨੂੰ ਕਰਵਾ ਦਿੰਦੇ ਹਾਂ। ਹੁਣ ਸਟੈਚੂਐਟਰੀ ਬੋਡੀਜ਼ ਹੋ ਗਈਆਂ ਜਿਹੜੀਆਂ ਕਿ ਦੇ ਗੈਟ ਦਾ ਪਾਵਰ ਫਰੋਮ ਐ ਸਟੈਚੂ, ਜਿਵੇਂ ਕਿ ਐਕਟ ਐਨੈਕਟ ਹੋਊਗਾ, ਬਾਏ ਲਾਅ ਆਏਗਾ, ਠੀਕ ਹੈ ਜੀ। ਇੱਕ ਲਾਅ ਮਤਲਬ ਕਾਲਡ, ਜਿਹਨੂੰ ਰੈਗੂਲੇਸ਼ਨ ਲਾਅ ਆਪਾਂ ਕਹਿ ਦਿੰਦੇ ਹਾਂ, ਉਹਦੇ ਤਹਿਤ ਆਏਗਾ। ਪਰ ਇਹਦਾ ਮਤਲਬ ਇਹ ਨਹੀਂ ਵੀ ਇਹ ਜੇ ਲਾਅ ਬਣ ਗਿਆ ਤਾਂ ਇਹ ਆਪਣੇ ਸੰਵਿਧਾਨ ਦੇ ਵਿੱਚ ਦਰਜ ਹੋ ਗਈਆਂ, ਤਾਂ ਹੀ ਇਹਨੂੰ ਨਾਨ ਕਨਸਟੀਟਿਊਸ਼ਨਲ ਬੋਡੀਜ਼ ਕਹਿੰਦੇ ਆ। ਹੁਣ ਜਿਵੇਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੋ ਗਈ, ਇਹ ਜਸਟ ਇੱਕ ਲਾਅ ਦੇ ਨਾਲ ਬਣੀ ਹੋਈ ਆ। ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਹੋ ਗਿਆ, ਇਹ ਵੀ ਇੱਕ ਲਾਅ ਦੇ ਨਾਲ ਬਣਿਆ ਹੋਇਆ ਵਾ, ਠੀਕ ਆ। ਸੋ ਐਕਟ ਦੇ ਤਹਿਤ ਬਣਿਆ ਹੋਇਆ। ਲੋਕਪਾਲ, ਲੋਕਾਯੁਕਤ, ਠੀਕ ਹੈ, ਅੱਗੇ ਆਪਾਂ ਪੜ੍ਹਦੇ ਹਾਂ ਕਿ ਇਹ ਕੌਣ ਹੁੰਦੇ ਆ, ਲੋਕਪਾਲ ਤੇ ਲੋਕਾਯੁਕਤ। ਤੇ ਨਾਨ ਸਟੈਚੂਐਟਰੀ ਬੋਡੀਜ਼ ਜਿਹੜੀਆਂ ਹੁੰਦੀਆਂ ਦੇ ਯੂਜ਼ਲੀ ਗੈਟ ਦਾ ਪਾਵਰ ਫਰੋਮ ਐਗਜ਼ੀਕਿਊਟਿਵ ਆਰਡਰ। ਉਹੀ ਆਪਾਂ ਕਿਹਾ ਨਾ ਕਿ ਐਗਜ਼ੀਕਿਊਟਿਵ ਆਰਡਰ ਹੁੰਦੇ ਆ। ਜਿਵੇਂ ਮੋਦੀ ਗਵਰਨਮੈਂਟ ਨੇ ਇੱਕ ਆਰਡਰ ਦਿੱਤਾ ਸੀ ਤੇ ਪਲੈਨਿੰਗ ਕਮਿਸ਼ਨ ਨੂੰ ਇਹਨਾਂ ਨੇ ਕੀ ਕੀਤਾ, 5 ਈਅਰ ਪਲਾਨ ਜਿਹੜਾ ਹੁੰਦਾ, 5 ਈਅਰ ਪਲਾਨ ਜਿਹੜੇ ਹੁੰਦੇ ਆ, 5 ਈਅਰ ਪਲਾਨ ਚੱਲਦੇ ਹੁੰਦੇ ਸੀ ਪਹਿਲਾਂ, ਆਪਾਂ ਨੂੰ ਪਤਾ ਹੀ ਆ, ਹੈ ਨਾ। ਤਾਂ 5 ਈਅਰ ਪਲਾਨ ਨੂੰ ਸਿੱਧਾ ਚੱਕ ਕੇ ਇਹਨਾਂ ਨੇ ਨੀਤੀ ਆਯੋਗ ਦੇ ਨਾਲ ਚੇਂਜ ਕਰਤਾ ਸੀ। ਨੈਕਸਟ ਚੱਲਦੇ ਹਾਂ ਆਪਾਂ। ਸੋ ਆਹ ਦੇਖੋ ਜੀ, ਨਾਲ ਦਿੱਤਾ ਹੋਇਆ ਆਪਣਾ ਐਗਜ਼ੀਕਿਊਟਿਵ ਆਰਡਰ, ਨੀਤੀ ਆਯੋਗ ਹੋ ਗਿਆ, NDC ਹੋ ਗਿਆ, ਠੀਕ ਆ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਇਹ ਆਪਣੀਆਂ ਐਗਜ਼ੀਕਿਊਟਿਵ ਬੋਡੀਜ਼ ਨੇ। ਨੈਕਸਟ ਆ ਗਿਆ ਹੁਣ ਸਟੈਚੂਐਟਰੀ ਬੋਡੀ ਦੇ ਵਿੱਚ ਆਪਾਂ ਥੋੜਾ ਜਿਹਾ ਕਰਦੇ ਕੈਨ ਵੀ ਫਰਦਰ ਕਲਾਸੀਫਾਈਡ। ਹੁਣ ਸਟੈਚੂਐਟਰੀ ਬੋਡੀ ਵੀ ਗਾਂ ਦੋ ਤਰੀਕੇ 'ਚ ਦਰਜ ਆ, ਜਿਵੇਂ ਰੈਗੂਲੇਟਰੀ ਬੋਡੀ ਹੋ ਗਿਆ ਤੇ ਕੁਆਸੀ ਜੁਡੀਸ਼ੀਅਲ ਬੋਡੀ ਹੋ ਗਿਆ, ਜਿਵੇਂ ਬਾਇਓਡਾਇਵਰਸਿਟੀ ਅਥਾਰਟੀ ਆਫ ਇੰਡੀਆ ਹੋ ਗਈ, ਪੈਨਸ਼ਨ ਫੰਡ ਰੈਗੂਲੇਟਰੀ ਹੋ ਗਏ, ਡਿਵੈਲਪਮੈਂਟ ਅਥਾਰਟੀ ਹੋ ਗਈ। ਇਹ ਸਾਰੀਆਂ ਕਿਹੜੀਆਂ ਨੇ, ਰੈਗੂਲੇਟਰੀ ਬੋਡੀ। ਤੇ ਕੁਆਸੀ ਜੁਡੀਸ਼ੀਅਲ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋ ਗਿਆ, ਆਪਣਾ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਹੋ ਗਿਆ, ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਹੋ ਗਿਆ। ਇਹ ਜਸਟ ਇੱਕ ਐਗਜ਼ਾਮਪਲ ਆ, ਕਈ ਵਾਰ ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਜਾਂਦੀ ਆ, ਵੈਸੇ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ। ਹੁਣ ਪਲੈਨਿੰਗ ਕਮਿਸ਼ਨ ਤੇ ਆ ਜਾਂਦੇ ਆ ਜੀ। ਪਲੈਨਿੰਗ ਕਮਿਸ਼ਨ ਕੀ ਕਹਿੰਦਾ ਵਾ ਜੀ, ਪਲੈਨਿੰਗ ਕਮਿਸ਼ਨ ਪਹਿਲੀ ਗੱਲ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ 15 ਮਾਰਚ 1950 ਨੂੰ ਫਾਰਮ ਹੋਇਆ ਸੀ। ਜਵਾਹਰ ਲਾਲ ਨਹਿਰੂ ਚੇਅਰਮੈਨ ਸੀਗੇ ਇਹਦੇ, ਠੀਕ ਹੈ। ਜਵਾਹਰ ਲਾਲ ਨਹਿਰੂ ਉਸ ਟਾਈਮ ਦੇ ਉੱਤੇ ਬਿਲਕੁਲ ਉਹਦੀ ਲੀਡਰਸ਼ਿਪ ਦੇ ਵਿੱਚ ਇਹ ਚੀਜ਼ ਹੋਈ ਸੀ। 15 ਮਾਰਚ 1950 ਨੂੰ ਫਾਰਮ ਹੋਇਆ ਸੀ। ਇਹ ਪੇਪਰ ਦੇ ਵਿੱਚ ਕੁਐਸਚਨ ਬਣ ਚੁੱਕਿਆ, ਸ਼ਾਇਦ PSSB ਦੇ ਇੱਕ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ। ਸੋ ਤੁਹਾਨੂੰ ਇਹ ਚੀਜ਼ ਯਾਦ ਹੋਣੀ ਚਾਹੀਦੀ ਆ। ਡਿਜ਼ੋਲਵ ਕਦੋਂ ਕੀਤਾ ਸੀ, ਅਗਸਤ 2014 'ਚ ਆਪਾਂ ਨੂੰ ਪਤਾ ਕਿ ਇਹਨੂੰ ਡਿਜ਼ੋਲਵ ਕੀਤਾ, ਡਿਜ਼ੋਲਵ ਕਰਕੇ ਨੀਤੀ ਆਯੋਗ ਦੇ ਨਾਲ ਇਹਨੂੰ ਰਿਪਲੇਸ ਕਰਤਾ ਸੀ, ਠੀਕ ਹੈ। ਪਲੈਨਿੰਗ ਕਮਿਸ਼ਨ ਵਾਸ ਫਾਰਮ 15 ਮਾਰਚ ਕਰਾਤਾ, ਜਵਾਹਰ ਲਾਲ ਨਹਿਰੂ ਇਹਦੇ ਚੇਅਰਮੈਨ ਸੀਗੇ। ਇਹਦੇ ਤਹਿਤ ਦੇ ਉੱਤੇ 5 ਸਾਲੇ ਪਲਾਨ ਜਿਹੜੇ ਕਿ 5 ਈਅਰ ਪਲਾਨਸ ਰੈਗੂਲੇਟ ਹੋਏ ਸੀ। 5 ਈਅਰ ਪਲਾਨ ਜਿਹੜਾ ਰੈਗੂਲੇਟ ਹੋਇਆ ਸੀ, ਪਹਿਲਾ 5 ਈਅਰ ਪਲਾਨ ਕਈ ਵਾਰ ਪੁੱਛ ਲੈਂਦੇ ਆ ਕਿ ਕਦੋਂ ਹੋਇਆ ਸੀ, 1951 ਤੋਂ ਲੈ ਕੇ 56 ਤੱਕ ਰਿਹਾ ਸੀ, ਅੰਡਰ ਦੀ ਲੀਡਰਸ਼ਿਪ ਆਫ ਜਵਾਹਰ ਲਾਲ ਨਹਿਰੂ। 2014 ਦੇ ਵਿੱਚ ਇਹਨੂੰ ਡਿਜ਼ੋਲਵ ਕਰਤਾ ਪਲੈਨਿੰਗ ਕਮਿਸ਼ਨ ਨੂੰ ਮੋਦੀ ਗਵਰਨਮੈਂਟ ਨੇ, ਤੇ ਇਹਨੂੰ ਨੀਤੀ ਆਯੋਗ ਥਿੰਕ ਟੈਂਕ ਪਾਲਿਸੀ ਦੇ ਨਾਲ ਰਿਪਲੇਸ ਕਰਤਾ, ਠੀਕ ਹੈ ਜੀ। ਸੋ ਇਹਦੇ ਉੱਤੇ ਕੋਈ ਟੈਨਸ਼ਨ ਨਾ ਲਓ ਤੁਸੀਂ, ਇਹਦੇ ਉੱਤੇ ਨਾ ਆਪਾਂ ਇੱਕ ਕਲਾਸ ਬਣਾ ਦਾਂਗੇ ਤੁਹਾਨੂੰ। ਤੁਹਾਡੀ ਬਾਰ-ਬਾਰ ਮੈਸੇਜ ਵੀ ਆ ਰਹੇ ਸੀ, ਕਮੈਂਟ ਵੀ ਆ ਰਹੇ ਸੀ ਪਲੈਨਿੰਗ ਕਮਿਸ਼ਨ ਤੇ। ਅਜੇ ਫਿਲਹਾਲ ਆਪਣੀ ਪੋਲਿਟੀ ਦੀ ਕਲਾਸ ਫਿਰ ਬਹੁਤ ਲੰਬੀ ਹੋ ਜਾਏਗੀ, ਤਾਂ ਕਰਕੇ ਇਹਦੇ ਵਿੱਚ ਆਪਾਂ ਜਸਟ ਜਿਹੜੇ ਪੋਲਿਟੀ ਲਈ ਇੰਪੋਰਟੈਂਟ ਆ, ਜਿਹੜੀ ਚੀਜ਼ ਤੁਹਾਨੂੰ ਸਮਝਣੀ ਚਾਹੀਦੀ ਆ, ਉਹ ਚੀਜ਼ ਜ਼ਰੂਰ ਕਰੋ, ਠੀਕ ਆ। ਸੋ ਇਹਦੇ 'ਚ 5 ਈਅਰ ਪਲਾਨ ਦੀ ਲਿਸਟ ਮੈਂ ਤੁਹਾਨੂੰ ਜ਼ਰੂਰ ਇਹਦੇ ਵਿੱਚ ਦਿੱਤੀ ਹੋਈ ਆ ਕਿ ਇਹਦੇ ਤਹਿਤ ਦੇ ਉੱਤੇ ਜਿਹੜੇ 5 ਈਅਰ ਪਲਾਨ ਸੀਗੇ, ਆਹ 5 ਈਅਰ ਪਲਾਨ ਨੇ ਜੀ। ਪਹਿਲਾ ਪਲਾਨ ਇਹਦੇ 'ਚ ਆਇਆ ਸੀ, ਠੀਕ ਆ ਜੀ, 51, 56, 56, 61 ਤੇ ਆਹ। ਹੁਣ ਇਹਦੇ ਤਿੰਨਾਂ ਤੋਂ ਬਾਅਦ ਨਾ ਇੱਕ 3 ਸਾਲਾ ਪਲਾਨ ਆਇਆ ਸੀ, ਪਲਾਨ ਹੌਲੀਡੇ। ਪੇਪਰ ਦੇ ਵਿੱਚ ਆਹ ਬਹੁਤ ਵਾਰ ਪੁੱਛਿਆ ਜਾਂਦਾ ਕਿ ਕਦੋਂ ਆਇਆ ਸੀ, ਠੀਕ ਆ। ਸੋ 1966 ਤੋਂ ਲੈ ਕੇ 69 ਤੱਕ ਆਇਆ ਸੀ।
ਚੌਥਾ ਪਲਾਨ ਫਿਰ 5 ਸਾਲਾ, ਫਿਰ ਆਪਣਾ ਆ ਗਿਆ ਪੰਜਵਾਂ ਪਲਾਨ, ਫਿਰ ਆ ਗਿਆ ਸਾਲ ਆ ਗਿਆ। ਹੁਣ ਇਹਦੇ ਵਿੱਚ ਨਾ ਕਈ ਵਾਰ ਆ ਜਿੱਦਾਂ ਹੁਣ ਉਸ ਤੋਂ ਬਾਅਦ ਕੀ ਹੋਇਆ ਜੀ, ਉਸ ਤੋਂ ਬਾਅਦ 2 ਸਾਲਾ ਪਲਾਨ ਆਇਆ, ਇੱਕ ਰੋਲਿੰਗ ਪਲਾਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ 1978 ਤੋਂ ਲੈ ਕੇ 80 ਤੱਕ। ਉਸ ਤੋਂ ਬਾਅਦ ਫਿਰ 6ਵਾਂ ਪਲਾਨ ਆ ਗਿਆ। ਉਸ ਤੋਂ ਬਾਅਦ ਕੀ ਹੋਇਆ ਜੀ, 7ਵਾਂ ਪਲਾਨ ਫਿਰ ਆਇਆ, ਫਿਰ ਐਨੂਅਲ ਪਲਾਨ ਆਇਆ ਜਿਹੜੇ ਕਿ 2 ਸਾਲਾ ਪਲਾਨ ਇੱਕ ਹੋਰ ਆ ਗਿਆ, ਠੀਕ ਆ। 12 ਮਤਲਬ 5 ਸਾਲੀ ਯੋਜਨਾ ਆ ਗਈ। 3 ਜਿਹੜੀਆਂ ਮਤਲਬ ਇੱਕ ਸਾਲ 2-2 ਸਾਲ ਜਾਂ 3-3 ਸਾਲ ਦੀਆਂ ਯੋਜਨਾਵਾਂ ਸੀਗੀਆਂ। ਜਿਵੇਂ ਐਨੂਅਲ ਪਲਾਨ ਜਿਹੜਾ ਸੀ 1990-92 ਦੇ ਵਿੱਚ ਆਇਆ, ਜਿਵੇਂ ਗੌਰਮੈਂਟ ਆਉਂਦੀ ਸੀ ਆਪਦੇ ਤਰੀਕੇ ਨਾਲ ਐਡਜਸਟ ਕਰਕੇ ਕਰ ਦਿੰਦੀ ਸੀ ਵੀ ਹਾਂਜੀ ਜੀ ਹੁਣ ਨਹੀਂ 5 ਸਾਲੇ ਪਲਾਨ ਚੱਲਣੇ, ਵੀ ਅਸੀਂ ਆਹ ਰੋਲਿੰਗ ਪਲਾਨ ਇੰਟਰੋਡਿਊਸ ਕਰਦਾ। ਇਹਨਾਂ ਨੇ ਜਿਵੇਂ ਗੌਰਮੈਂਟ ਚੇਂਜ ਹੋਈ ਤਾਂ ਇਹਨਾਂ ਨੇ ਪਲਾਨ ਹੌਲੀਡੇ ਕਰਤਾ। ਉਦੋਂ ਬਾਅਦ ਫਿਰ ਗੌਰਮੈਂਟ ਉਹ ਚੇਂਜ ਹੋਈ, ਇਹਨਾਂ ਨੇ ਚੱਕ ਕੇ ਉਹ ਕਹਿੰਦੇ ਨਹੀਂ ਜੀ 5 ਸਾਲੀ ਯੋਜਨਾ ਚੱਲੂਗੀ। ਹੁਣ ਜਿਵੇਂ ਇਸ ਤੋਂ ਬਾਅਦ 5ਵਾਂ ਪਲਾਨ 2012 ਦੇ ਵਿੱਚ ਸ਼ੁਰੂ ਹੋਇਆ ਸੀ, ਤਾਂ 2014 ਦੇ ਵਿੱਚ ਆ ਕੇ ਮੋਦੀ ਗੌਰਮੈਂਟ ਕਹਿੰਦੀ ਨਹੀਂ ਇਹ ਨਹੀਂ ਵਧੀਆ ਕਿ ਅਸੀਂ ਨੀਤੀ ਆਯੋਗ ਚਲਾਉਣਾ ਵਾ। ਇਹ ਚੀਜ਼ ਹੁੰਦੀ ਆ ਵੀ ਇਹ ਜਸਟ ਗੌਰਮੈਂਟ ਦੇ ਅੰਡਰ ਆ, ਇੱਕ ਐਗਜ਼ੀਕਿਊਟਿਵ ਬੋਡੀ ਹੋ ਗਿਆ, ਠੀਕ ਆ ਆਪਣਾ। ਤਾਂ ਨੈਕਸਟ ਆ ਗਿਆ ਜੀ ਇਹ। ਤਾਂ ਹੁਣ ਆਪਾਂ ਕਰ ਲਿਆ, ਠੀਕ ਹੈ। ਪਲੈਨਿੰਗ ਕਮਿਸ਼ਨ ਇੰਨਾ ਕਰਾਂਗੇ। 5 ਈਅਰ ਪਲਾਨ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰਵਾ ਦਾਂਗਾ, ਟੈਨਸ਼ਨ ਨਾ ਲਓ। ਥੋੜਾ ਜਿਹਾ ਨਾ ਆਪਣਾ MCQ ਵੀ ਕਰਾਉਣੇ ਆ ਤੁਹਾਡੇ ਤੇ ਦੂਜੇ ਸਬਜੈਕਟ ਵੀ, ਆਪਾਂ ਸਟੈਪ ਬਾਏ ਸਟੈਪ ਹੀ ਚੱਲਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਇੱਕ ਕਲਾਸ ਦੇ ਵਿੱਚ ਮੈਂ ਤੁਹਾਨੂੰ ਪੂਰੇ 5 ਈਅਰ ਪਲਾਨ ਡਿਟੇਲ ਦੇ ਵਿੱਚ ਕਰਵਾ ਦੂੰਗਾ ਕਿ ਇਹਦੇ ਵਿੱਚ ਕਿਹੜੇ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਸੋ ਫਿਲਹਾਲ ਤੁਸੀਂ ਇੰਨਾ ਜ਼ਰੂਰ ਕਰ ਲਓ ਕਿਉਂਕਿ ਇਹਦੇ ਵਿੱਚੋਂ ਸਿੱਧੇ ਡਾਇਰੈਕਟ PSSB ਦੇ ਵਿੱਚ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ ਤੇ ਜਾਂਦੇ ਰਹਿਣਗੇ। ਸੋ ਆਹ ਚੀਜ਼ਾਂ ਯਾਦ ਕਰ ਲਓ ਜਿੰਨੀਆਂ ਕਿ ਮੈਂ ਤੁਹਾਨੂੰ ਕਰਵਾਈਆਂ ਅਜੇ ਫਿਲਹਾਲ। ਹਾਂਜੀ, ਨੀਤੀ ਆਯੋਗ ਆਪਾਂ ਕਰ ਲੈਂਦੇ ਹਾਂ ਜੀ, ਠੀਕ ਆ। ਸੋ ਇਹ ਵੀ ਆਪਾਂ ਪੜ੍ਹਿਆ ਹੀ ਹੋਇਆ ਹੈਗਾ ਜੀ ਕਿ ਨਾਨ ਸਟੈਚੂਏਟਰੀ ਬੋਡੀ ਹੋ ਗਿਆ। ਨੀਤੀ ਆਯੋਗ 1 ਜਨਵਰੀ 2015 ਨੂੰ ਫਾਰਮ ਹੋਇਆ ਸੀ। ਪੇਪਰ 'ਚ ਸਿੱਧਾ ਕੁਐਸਚਨ ਬਣਦਾ, ਇਹਦੀ ਫੁੱਲ ਫਾਰਮ ਯਾਦ ਹੋਣੀ ਚਾਹੀਦੀ ਆ, ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ। ਸਿੱਧਾ ਕੁਐਸਚਨ ਬਣਦਾ। ਪ੍ਰਾਈਮ ਮਿਨਿਸਟਰ ਇਹਦਾ ਐਕਸ ਅਫੀਸ਼ੀਓ ਚੇਅਰਮੈਨ ਹੁੰਦਾ। ਗਵਰਨਿੰਗ ਕੌਂਸਲ ਦੇ ਵਿੱਚ ਆਲ ਸਟੇਟ ਦੇ ਚੀਫ ਮਿਨਿਸਟਰ ਤੇ ਲੈਫਟੀਨੈਂਟ ਗਵਰਨਰ ਹੁੰਦੇ ਆ UT ਦੇ। ਵਾਈਸ ਚੇਅਰਮੈਨ ਨੂੰ ਨੋਮੀਨੇਟ ਕਰਦਾ ਪ੍ਰਾਈਮ ਮਿਨਿਸਟਰ। ਇਨ ਐਡੀਸ਼ਨ ਆਫ ਫੁੱਲ ਟਾਈਮ ਮੈਂਬਰ ਹੁੰਦੇ ਨੇ ਤੇ ਪਾਰਟ ਟਾਈਮ ਮੈਂਬਰ ਹੁੰਦੇ ਨੇ। 4 ਐਕਸ ਅਫੀਸ਼ੀਓ ਮੈਂਬਰ ਹੁੰਦੇ ਨੇ। ਇੱਕ CEO ਹੁੰਦਾ, ਚੀਫ ਐਗਜ਼ੀਕਿਊਟਿਵ ਆਫਿਸਰ ਹੁੰਦਾ। ਟੈਂਪਰੇਰੀ ਮੈਂਬਰਸ ਆਰ ਸਿਲੈਕਟਡ ਫਰੋਮ ਦਾ ਲੀਡਿੰਗ ਯੂਨੀਵਰਸਿਟੀ ਐਂਡ ਰਿਸਰਚ ਇੰਸਟੀਟਿਊਸ਼ਨ। ਬਸ ਇੰਨੀ ਚੀਜ਼ ਯਾਦ ਕਰ ਲਓ, ਠੀਕ ਹੈ ਜੀ। ਸੋ ਇੱਕ ਕੁਐਸਚਨ ਦਾ ਤੁਸੀਂ ਆਨਸਰ ਦੇਣਾ, ਦੇਖਦੇ ਹਾਂ ਕਿ ਹਾਂਜੀ ਤੁਸੀਂ ਪਹਿਲਾਂ ਹੀ ਪੜ੍ਹਿਆ ਹੋਇਆ ਕਿ ਨਹੀਂ। ਇੱਕ ਹੁੰਦਾ ਟੌਪ ਟੂ ਬੋਟਮ ਅਪਰੋਚ, ਇੱਕ ਹੁੰਦੀ ਆ ਬੋਟਮ ਟੂ ਟੌਪ ਅਪਰੋਚ। ਤੁਸੀਂ ਮੈਨੂੰ ਆਨਸਰ ਦੇਣਾ ਵਾ ਕਿ ਇਹਨਾਂ ਚੋਂ ਟੌਪ ਟੂ ਬੋਟਮ ਅਪਰੋਚ ਕਿਹੜੀ ਆ, ਕਿ ਆਪਣੇ 5 ਈਅਰ ਪਲਾਨ ਜਾਂ ਪਲੈਨਿੰਗ ਕਮਿਸ਼ਨ ਆ ਜਿਹੜੀ ਆ, ਜਾਂ ਬੋਟਮ ਟੂ ਅਪਰੋਚ ਕਿਹੜੀ ਆ ਜਿਹੜੀ ਕਿ ਮਤਲਬ ਕਿ ਆਪਾਂ ਨੀਤੀ ਆਯੋਗ ਦਾ ਸੰਬੰਧ ਕਿਹਦੇ ਨਾਲ ਆ, ਤੇ ਜਿਹੜੀ ਆਪਣੀ ਪਲੈਨਿੰਗ ਕਮਿਸ਼ਨ 5 ਸਾਲੀ ਯੋਜਨਾ ਵਾ ਉਹਦਾ ਸੰਬੰਧ ਕਿਹਦੇ ਨਾਲ ਆ। ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ, ਹੋਮਵਰਕ ਆ ਜੀ ਤੁਹਾਡਾ ਇਹ। ਨੀਤੀ ਆਯੋਗ ਕਰ ਲਿਆ ਜੀ। ਹੁਣ NDC ਬਸ ਹੁਣ ਆਪਣੀ ਕਲਾਸ ਦੇ ਵਿੱਚ ਕੁਝ ਨਹੀਂ, ਇਹਦੇ ਵਿੱਚ NDC ਬਾਰੇ ਵੀ ਆਪਾਂ ਇਕਨੋਮਿਕਸ ਦੇ ਵਿੱਚ ਚੰਗੀ ਤਰ੍ਹਾਂ ਪੜਾਂਗੇ। ਫਿਲਹਾਲ ਤੁਸੀਂ ਫਾਰਮ ਕਦੋਂ ਹੋਈ ਸੀ, ਫਾਰਮ ਇਹ 6 ਅਗਸਤ 1952 ਨੂੰ ਹੋਈ ਸੀ। ਸਿੱਧਾ ਕੁਐਸਚਨ ਸਟੈਟਿਕ GK 'ਚ ਬਣਦਾ ਵਾ। ਸੋ ਹੁਣ ਆਪਣੀ ਕਲਾਸ ਬਹੁਤ ਜ਼ਿਆਦਾ ਲੰਬੀ ਹੋਈ, ਉਹ ਇਹ ਆਪਾਂ ਇਕਨੋਮਿਕਸ ਦੇ ਵਿੱਚ ਮੈਂ ਤੁਹਾਨੂੰ ਕਿਹਾ ਇੱਕ ਕਲਾਸ ਜਿਹੜੀ ਮੈਂ ਤੁਹਾਨੂੰ 5 ਈਅਰ ਪਲਾਨ ਦੇ ਉੱਤੇ ਦੇਵਾਂਗਾ, ਠੀਕ ਹੈ। ਉਹ 5 ਈਅਰ ਪਲਾਨ ਦੇ ਉੱਤੇ ਤੁਹਾਡੀ NDC ਵੀ ਕਵਰ ਕਰਵਾ ਦਾਂਗੇ ਤੇ ਦੂਸਰਾ ਵੀ ਕਵਰ ਕਰਾ ਦਾਂਗੇ। ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੀ ਕਈ ਵਾਰ ਸਥਾਪਨਾ ਪੁੱਛ ਲੈਂਦੇ ਨੇ, 12 ਅਕਤੂਬਰ 1993 ਨੂੰ ਹੋਈ ਸੀ। ਹੁਣ CBI ਦਾ ਹੈੱਡਕੁਆਟਰ ਜੀ ਦਿੱਲੀ 'ਚ ਫਾਊਂਡ ਕਦੋਂ ਹੋਇਆ ਸੀ ਜੀ, ਆਪਣਾ 1963 ਦੇ ਵਿੱਚ। ਹੁਣ ਜੀ ਆ ਗਿਆ ਲੋਕਪਾਲ ਤੇ ਲੋਕ ਯੁਕਤ। ਹੁਣ ਇਹ ਵਾਲੀ ਜਿਹੜੀ ਚੀਜ਼ ਨਾ, ਇਹ ਸਟੈਚੂਏਟਰੀ ਬੋਡੀ ਆ ਜਿਹੜੀ ਕਿ ਇਹ ਇੱਕ ਲਾਅ ਦੇ ਤਰੀਕੇ ਦੇ ਨਾਲ ਇਹ ਬਣੀ ਸੀ ਜੀ। ਲੋਕਪਾਲ ਅਤੇ ਲੋਕਾਯੁਕਤ ਐਕਟ ਜਿਹੜਾ 2013 ਦੇ ਵਿੱਚ ਆਇਆ ਸੀ, ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਐਸਟੈਬਲਿਸ਼ ਕੀਤਾ ਕਿ ਯੂਨੀਅਨ ਲਈ ਮਤਲਬ ਕਿ ਸੈਂਟਰ ਲਈ ਕੌਣ ਹੁੰਦਾ, ਲੋਕਪਾਲ ਹੁੰਦਾ। ਯੂਨੀਅਨ ਲਈ ਲੋਕਾਯੁਕਤ ਸਟੇਟ ਦੇ ਵਿੱਚ ਹੁੰਦਾ। 2013 ਦੇ ਵਿੱਚ ਇਹ ਸਾਰੀ ਚੀਜ਼ ਪ੍ਰੋਵਾਈਡ ਕੀਤੀ ਇਹਨਾਂ ਨੇ। ਤਾਂ ਇਹ ਸੰਸਥਾਵਾਂ ਬਿਨਾਂ ਕਿਸੇ ਸੰਵਿਧਾਨਕ ਦਰਜੇ ਦੇ ਵਿਧਾਨਕ ਸੰਸਥਾਵਾਂ ਹੁੰਦੀਆਂ ਨੇ, ਠੀਕ ਹੈ। ਕਨਸਟੀਟਿਊਸ਼ਨਲ ਸਟੇਟਸ ਰੱਖਦੀਆਂ ਨੇ, ਪਰ ਇਹਨਾਂ ਨੂੰ ਇਸ ਤਰ੍ਹਾਂ ਮਤਲਬ ਵਿਦਆਊਟ ਐਨੀ ਕਨਸਟੀਟਿਊਸ਼ਨ ਇਹ ਸਟੈਚੂਏਟਰੀ ਬੋਡੀਜ਼ ਹੁੰਦੀਆਂ ਨੇ, ਠੀਕ ਹੈ। ਬਸ ਠੀਕ ਹੈ, ਕਨਸਟੀਟਿਊਸ਼ਨਲ ਸਟੇਟਸ ਨਹੀਂ ਮਿਲਿਆ, ਮਤਲਬ ਆਪਣੇ ਸੰਵਿਧਾਨ ਦੇ ਵਿੱਚ ਨਹੀਂ ਦਰਜ। ਉਹ ਇੱਕ ਅੰਬਰਸਨ ਦਾ ਕੰਮ ਕਰਦੇ ਨੇ। ਇਹ ਸ਼ਾਇਦ ਨਾ ਸਵੀਡਨ ਨੇ ਸ਼ੁਰੂ ਕੀਤੀ ਸੀ, ਮੈਨੂੰ ਪੱਕਾ ਨਹੀਂ ਯਾਦ ਹੈਗਾ, ਸ਼ਾਇਦ ਸਵੀਡਨ ਨੇ ਇਹ ਚੀਜ਼ ਲਿਆਂਦੀ ਸੀ, ਸ਼ੁਰੂ ਕੀਤੀ ਸੀ ਦਾ ਕੰਮ ਕਰਦਾ। ਤੇ ਹੋਰ ਜਨਤਕ ਕਾਰਜਕਰਤਾਵਾਂ ਦੇ ਸੰਬੰਧ ਦਾ ਮਾਮਲਾ ਭ੍ਰਿਸ਼ਟਾਚਾਰ, ਐਂਟੀ ਕਰਪਸ਼ਨ ਦਾ ਇਹ ਕੰਮ ਕਰਦੇ ਆ। ਕੋਈ ਵੀ ਮੰਨ ਲਓ ਕਰਪਸ਼ਨ ਹੋ ਰਹੀ ਹੈ ਕਿਸੇ ਵੀ ਕੇਸ ਦੇ ਵਿੱਚ, ਉਹਦੇ ਵਿੱਚ ਕਰਦੀ ਹੈ। ਜਿਵੇਂ ਕਿ ਮੰਨ ਲਓ ਸੈਂਟਰ ਦੇ ਵਿੱਚ ਜਿਹੜੇ ਸੈਂਟਰ ਪਬਲਿਕ ਸਰਵੈਂਟ ਨੇ, ਉਹਨਾਂ ਦੀ ਪੂਰੀ ਇਹ ਕਰਦੇ ਆ ਕਿ ਹਾਂਜੀ ਕਿਤੇ ਕਰਪਸ਼ਨ ਵਗੈਰਾ ਹੋ ਰਹੀ ਆ, ਉਹਦੀ ਜਾਂਚ ਕਰਦਾ ਇਹ ਆਫਿਸ। ਸਟੇਟਸ ਦੇ ਵਿੱਚ ਪਬਲਿਕ ਸਰਵੈਂਟ ਜਿਹੜੇ ਹੋ ਗਏ, ਕੋਈ ਕਰਪਸ਼ਨ ਵਗੈਰਾ ਹੋ ਰਹੀ ਆ ਤਾਂ ਉਹਦੀ ਜਾਂਚ ਕਰਦਾ ਵਾ। ਸੋ ਜੀ ਹੁਣ ਨਾ ਇੱਕ ਆਹ ਹੁੰਦੇ ਆ ਜੀ ਸਮ ਇੰਪੋਰਟੈਂਟ ਹੋਰ ਕਨਸਟੀਟਿਊਸ਼ਨ ਬੋਡੀ, ਜਨਰਲ ਕੌਂਸਲ ਹੋ ਗਿਆ, ਸਟੇਟ ਕਮਿਸ਼ਨ ਹਿਊਮਨ ਰਾਈਟ ਕਮਿਸ਼ਨ, ਸੈਂਟਰ CIC ਹੋ ਗਿਆ ਜੀ, ਠੀਕ ਹੈ ਜੀ। ਸਟੇਟ ਇਨਫੋਰਮੇਸ਼ਨ ਕਮਿਸ਼ਨ, ਸੈਂਟਰਲ ਵਿਜੀਲੈਂਸ ਕਮਿਸ਼ਨ, ਇਹ ਜ਼ਿਆਦਾ ਕਈ ਵਾਰ ਨਾ ਸਿੱਧਾ ਪੁੱਛ ਲੈਂਦੇ ਨੇ। ਹੁਣ ਨਾ ਥੋੜ੍ਹਾ ਜਿਹਾ ਮੈਂ ਤੁਹਾਨੂੰ ਲੋਕਾਪਾਲ ਤੇ ਲੋਕਾਯੁਕਤ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਮੈਂ ਕਿ ਹਾਂਜੀ ਇਹ ਚੀਜ਼ ਹੁੰਦੀ ਕੀ ਆ। ਦੇਖੋ ਜੀ, ਜਿਹੜੇ ਲੋਕਪਾਲ ਨੇ, ਲੋਕਪਾਲ ਦਾ ਮਤਲਬ ਕੀ ਹੁੰਦਾ ਜੀ, ਲੋਕ ਦਾ ਮਤਲਬ ਲੋਕ ਤੁਹਾਨੂੰ ਪਤਾ ਹੀ ਆ। ਪਾਲ ਦਾ ਮਤਲਬ ਕੀ ਹੁੰਦਾ, ਪ੍ਰੋਟੈਕਸ਼ਨ ਜਾਂ ਕੇਅਰ ਟੇਕਰ। ਮਤਲਬ ਲੋਕਾਂ ਦੀ ਪ੍ਰੋਟੈਕਸ਼ਨ ਜਾਂ ਕੇਅਰ ਟੇਕਰ ਲਈ ਇਹ ਚੀਜ਼ ਰੱਖੀ ਆ। ਇਹ ਚੀਜ਼ ਨਾ 2013 ਦੇ ਵਿੱਚ ਐਕਟ ਪਾਸ ਹੋਇਆ ਸੀ। ਆਪਾਂ ਸਾਰਿਆਂ ਨੂੰ ਪਤਾ ਲੋਕਪਾਲ ਸਭ ਤੋਂ ਪਹਿਲਾਂ ਕੁਆਇੰਡ ਕਦਾ ਹੋਇਆ ਸੀ, ਟਰਮ ਇਹਦੀ ਜਿਹੜੀ ਲੋਕਪਾਲ ਦੀ
ਕੁਆਇਨ ਕਦੋਂ ਹੋਈ ਸੀ? ਇਹ ਨਾ 1963 ਦੇ ਵਿੱਚ ਇੱਕ 1963 ਦੇ ਵਿੱਚ LM ਸੰਘਵੀ ਸੀਗੇ, ਲਿਖ ਲਿਓ ਠੀਕ ਆ ਜੀ, ਇਹਨੂੰ LM ਸੰਘਵੀ ਸੀਗੇ, ਇਹਨਾਂ ਨੇ ਇਹ ਟਰਮ ਉਹ ਕੀਤੀ ਸੀ ਠੀਕ ਆ, ਕੁਆਇਨ ਕੀਤੀ ਸੀ। ਹੁਣ ਨਾ ਕੀ ਹੋਇਆ ਜੀ, 2011 ਦੇ ਵਿੱਚ ਅੰਨਾ ਹਜ਼ਾਰੇ ਨੇ ਇੱਕ ਅੰਦੋਲਨ ਕੀਤਾ ਸੀ, ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਅੰਨਾ ਹਜ਼ਾਰੇ ਨੇ ਜਨ ਲੋਕਪਾਲ ਮੂਵਮੈਂਟ ਚਲਾਈ ਸੀ, ਜਨ ਲੋਕਪਾਲ ਮੂਵਮੈਂਟ ਚਲਾਈ ਸੀ। ਸੋ ਇਦੋਂ ਬਾਅਦ ਲੋਕਾਂ ਨੂੰ ਪਤਾ ਲੱਗਣ ਲੱਗਿਆ ਸੀ ਵੀ ਹਾਂ ਯਾਰ ਲੋਕਪਾਲ ਬਿੱਲ ਕੀ ਹੁੰਦਾ, ਜਾਂ ਲੋਕਪਾਲ ਲੋਕਾਯੁਕਤ ਕੀ ਹੁੰਦੇ ਆ, ਇਹਨਾਂ ਦੇ ਫਾਇਦੇ ਕੀ ਨੇ, ਇਹਦਾ ਉਹ ਕੀ ਨੇ, ਠੀਕ ਹੈ ਜੀ। ਫਿਰ 2013 ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 2013 ਦੇ ਵਿੱਚ ਐਕਟ ਬਣਿਆ, ਲੋਕਪਾਲ ਲੋਕਾਯੁਕਤ ਐਕਟ ਬਣਿਆ 2013 ਦੇ ਵਿੱਚ, ਠੀਕ ਆ। ਸੋ ਪੇਪਰ ਦੇ ਵਿੱਚ ਕਈ ਵਾਰ ਕੁਐਸਚਨ ਆਉਂਦਾ ਕਿ ਇਹ ਐਕਟ ਕਦੋਂ ਆਇਆ, ਹੋਇਆ ਸੀ 2013-14 ਐਕਟ ਆ, ਤੇ ਇਹਦੇ ਤਹਿਤ ਦੇ ਉੱਤੇ 2019 ਦੇ ਵਿੱਚ ਆਪਣਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਗਿਆ। ਫਸਟ ਲੋਕਪਾਲ ਜਿਹੜਾ ਆਪਣਾ ਚੀਫ ਹੁੰਦਾ ਵਾ ਨਾ, ਵੈਸੇ ਇਹਦੇ ਵਿੱਚ 8 ਮੈਂਬਰ ਹੁੰਦੇ ਨੇ, ਤਾਂ ਜਿਹੜੇ ਆਪਣਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਗਿਆ ਸੈਂਟਰ ਦੇ ਵਿੱਚ, ਇਹ ਸੀਗਾ ਜੀ ਮੋਹੰਤੀ ਕਰਕੇ ਸੀਗਾ, ਕੀ ਨਾਮ ਸੀਗਾ ਇਹਦਾ, ਮੋਹੰਤੀ ਕਰਕੇ ਸੀਗਾ, ਠੀਕ ਹੈ ਜੀ। ਪਿੰਕਾਈ ਚੰਦਰ ਘੋਸ਼ ਸੀ, ਪਤਾ ਨਹੀਂ ਸ਼ਾਇਦ, ਨਹੀਂ ਸੌਰੀ, ਹਾਂ ਪਿੰਕਾਈ ਚੰਦਰ ਘੋਸ਼ ਸੀਗਾ, ਠੀਕ ਹੈ ਜੀ, ਪਿੰਕਾਈ ਚੰਦਰ ਘੋਸ਼ ਨੇ, ਠੀਕ ਹੈ ਜੀ। ਇਹ ਪਹਿਲੇ ਆਪਣੇ ਲੋਕਪਾਲ ਨੇ, ਠੀਕ ਹੈ, 2019 ਦੇ ਵਿੱਚ ਅਪੁਆਇੰਟ ਹੋਏ ਨੇ ਇਹ, ਠੀਕ ਹੈ। ਇਹ ਚੀਜ਼ ਯਾਦ ਰੱਖਣੀ ਆ। ਹੁਣ ਤੁਸੀਂ ਮੈਨੂੰ ਦੱਸਣਾ ਵਾ, ਤੁਹਾਡਾ ਇੱਕ ਆਪਣਾ ਕੁਐਸਚਨ ਆ ਕਿ ਤੁਸੀਂ ਮੈਨੂੰ ਦੱਸਣਾ ਕਿ ਇਸ ਟਾਈਮ ਦੇ ਉੱਤੇ ਆਪਣੇ ਲੋਕਪਾਲ ਦਾ ਚੇਅਰਮੈਨ ਕੌਣ ਆ, ਠੀਕ ਹੈ ਜੀ, ਲੋਕਪਾਲ ਚੇਅਰਮੈਨ ਕੌਣ ਆ, ਠੀਕ ਹੈ ਜੀ। ਸੋ ਇੱਕ ਚੀਜ਼ ਹੋਰ ਦੱਸੋ ਜੀ, ਤਾਂ ਜੀ ਇੱਕ ਚੀਜ਼ ਹੋਰ ਹੁੰਦੀ ਆ, ਜਿਹੜਾ ਲੋਕਾਯੁਕਤ, ਜਿੱਦਾਂ ਕਿ ਇਹ ਹੁੰਦਾ ਕਿ ਨੌਨ ਕਰਪਸ਼ਨ ਦੇ ਮਾਮਲੇ ਦੇ ਵਿੱਚ ਐਂਟੀ ਕਰਪਸ਼ਨ ਬੋਡੀ ਹੋ ਗਈ ਹੈ ਨਾ, ਐਂਟੀ ਕਰਪਸ਼ਨ ਦੇ ਮਾਮਲੇ ਦੇ ਵਿੱਚ ਇਹ ਜਾਂਚ ਵਗੈਰਾ ਕਰਦੀ ਆ। ਇਹ ਇਸ ਤਰ੍ਹਾਂ ਨਹੀਂ ਕਿ ਇਹ ਪਹਿਲਾਂ ਨਹੀਂ ਹੁੰਦਾ ਸੀ ਇਹ ਆਫਿਸ, ਜਿੱਦਾਂ ਕਿ ਲੋਕਾਯੁਕਤ ਹੋ ਗਿਆ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮਹਾਰਾਸ਼ਟਰ ਦੇ ਵਿੱਚ ਨਾ 1971 ਮਹਾਰਾਸ਼ਟਰ ਇਹੋ ਜਿਹੀ ਸਟੇਟ ਸੀ, ਜਿਹੜੀ ਪਹਿਲੀ ਸਟੇਟ ਸੀ ਜਿਹੜਾ ਲੋਕਾਯੁਕਤ ਦਾ ਆਫਿਸ ਲੈ ਕੇ ਆਈ ਸੀ ਸਟੇਟ ਲੈਵਲ 'ਤੇ। ਇਸ ਤਰ੍ਹਾਂ ਨਹੀਂ ਸੀ ਕਿ ਨਹੀਂ ਹੁੰਦਾ ਸੀ, ਪਰ ਫਿਰ ਇਹਨੂੰ ਇੱਕ ਐਕਟ ਦੇ ਤਹਿਤ ਇੰਟਰੋਡਿਊਸ ਕੀਤਾ ਗਿਆ 2013 ਦੇ ਵਿੱਚ। ਤਾਂ ਹੁਣ ਤੁਸੀਂ ਮੈਨੂੰ ਇੱਕ ਚੀਜ਼ ਐਂ ਦੱਸਣੀ ਆ ਕਿ ਪੰਜਾਬ ਦਾ ਪਹਿਲਾ ਫਸਟ ਲੋਕਪਾਲ ਕੌਣ, ਇਹ ਤੁਸੀਂ ਮੈਨੂੰ ਦੱਸਣੀ ਆ, ਤੇ ਪੰਜਾਬ ਦਾ ਪ੍ਰੈਜ਼ੈਂਟ ਲੋਕਪਾਲ ਕੌਣ ਆ। ਇਹ ਚੀਜ਼ ਬਹੁਤ ਇੰਪੋਰਟੈਂਟ ਬਣਦੀ ਆ। ਮੈਂ ਬਾਰ-ਬਾਰ ਕਹਿ ਰਿਹਾ ਵਾਂ ਕਿ ਪੇਪਰ ਦੇ ਵਿੱਚ ਲਈ ਇਹ ਚੀਜ਼ ਇੰਪੋਰਟੈਂਟ ਆ। ਪੁੱਛਿਆ ਵੀ ਗਿਆ ਵਾ 2021 'ਚ ਇੱਕ ਪੇਪਰ ਦੇ ਵਿੱਚ ਕਿ ਫਸਟ ਲੋਕਪਾਲ ਕੌਣ ਸੀ ਪੰਜਾਬ ਦਾ, ਇਹ ਚੀਜ਼ ਯਾਦ ਹੋਣੀ ਚਾਹੀਦੀ ਆ, ਠੀਕ ਹੈ। ਇਹ ਚੀਜ਼ ਇਸ ਤਰ੍ਹਾਂ ਹੁੰਦਾ ਵਾ ਵੀ ਇਹਦੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਤਰ੍ਹਾਂ ਨਾਲ ਰਿਲੇਟ ਕਰਕੇ ਪੜ੍ਹੋਗੇ, ਥੋੜ੍ਹਾ ਜਿਹਾ ਖੁਦ ਵੀ ਮਿਹਨਤ ਕਰੋ। ਜਿਹੜੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦਿਓ, ਚਾਹੇ ਆਨਸਰ ਨਾ ਹੀ ਦਿਓ, ਪਰ ਤੁਸੀਂ ਉਹਨੂੰ ਜਦੋਂ ਤੁਸੀਂ ਨੈੱਟ ਦੇ ਉੱਤੇ ਸਰਚ ਮਾਰੋਗੇ ਤਾਂ ਉਹ ਚੀਜ਼ ਤੁਹਾਡੇ ਦਿਮਾਗ ਦੇ ਉੱਤੇ ਹਮੇਸ਼ਾ ਰਹੇਗੀ। ਤੇ ਜਦੋਂ ਉਹਨੂੰ ਤੁਸੀਂ ਨੈੱਟ ਦੇ ਉੱਤੋਂ ਸਰਚ ਮਾਰਨਾ ਤਾਂ ਉਹਨੂੰ ਲਿਖ ਜ਼ਰੂਰ ਲਿਆ ਕਰੋ, ਠੀਕ ਹੈ ਜੀ। ਉਹਨੂੰ ਲਿਖਣਾ ਵਾ, ਇਸ ਤਰ੍ਹਾਂ ਨਹੀਂ ਕਿ ਹਾਂ ਵੀ ਦੇਖ ਲਿਆ, ਦੇਖ ਕੇ ਤੁਸੀਂ ਕਮੈਂਟ ਬਾਕਸ 'ਚ ਆਨਸਰ ਦਿੱਤਾ, ਬਸ ਕੰਮ ਸਰ ਗਿਆ। ਤੁਹਾਨੂੰ ਮੈਂ ਹਮੇਸ਼ਾ ਕਹਿੰਦਾ ਕਿ ਇੱਕ ਛੋਟੀ ਜਿਹੀ ਕਾਪੀ ਲਗਾ ਲਓ, ਛੋਟੀ ਜਿਹੀ ਕਾਪੀ ਲਗਾ ਕੇ ਉਹਦੇ ਵਿੱਚ ਤੁਸੀਂ ਕੀ ਕਰਨਾ ਵਾ, ਉਹਦੇ ਵਿੱਚ ਤੁਸੀਂ ਚੁੱਪਚਾਪ ਤੁਸੀਂ ਕੀ ਕਰਨਾ ਵਾ, ਉਹਦੇ ਉੱਤੇ ਇਹ ਚੀਜ਼ਾਂ ਲਿਖਣੀਆਂ ਹੁੰਦੀਆਂ ਨੇ। ਜਿਹੜੀ ਚੀਜ਼ਾਂ ਜਾਂ ਮੈਂ ਅਲੱਗ ਤੋਂ ਪੁਆਇੰਟ ਕਵਰ ਕਰਾਉਂਦਾ ਹੁੰਦਾ, ਜਾਂ ਮੈਂ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਥਿਊਰੀ 'ਚ ਕਵਰ ਨਹੀਂ ਹੋ ਸਕਦੀਆਂ, ਬੋਲ ਕੇ ਕਰ। ਵੈਸੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਲਗਭਗ ਮੇਰੀ ਕੋਸ਼ਿਸ਼ ਹੁੰਦੀ ਹੈ ਕਿ 80-90% ਤੁਹਾਨੂੰ ਥਿਊਰੀ ਦੇ ਵਿੱਚ ਹੀ ਐਡ ਕਰ ਦੇਵਾਂ, ਕਿ ਅਲੱਗ ਤੋਂ ਤੁਹਾਨੂੰ ਬਾਅਦ ਵਿੱਚ ਕਿਤੇ ਜ਼ਿਆਦਾ ਆਪ ਤੋਂ ਮਿਹਨਤ ਨਾ ਕਰਨੀ ਪਵੇ, ਠੀਕ ਆ। ਇਸੇ ਲਈ ਮੈਂ ਜ਼ਿਆਦਾ ਚੀਜ਼ਾਂ ਐਡ ਕਰਕੇ ਲੈ ਕੇ ਆਉਂਦਾ ਹੁੰਦਾ ਵਾ, ਜ਼ਿਆਦਾ ਮਿਹਨਤ ਲੱਗਦੀ ਆ ਉਹਦੇ ਵਿੱਚ, ਠੀਕ ਆ। ਬੋਲ ਕੇ ਕਰਾਉਣਾ ਸੌਖਾ, ਬੋਲ ਕੇ ਤਾਂ ਮੈਂ ਤੁਹਾਨੂੰ ਜਿੱਦਾਂ ਕਿ ਇੱਕ ਛੋਟਾ ਜਿਹਾ ਟੌਪਿਕ ਲੈ ਆਊਂਗਾ, ਉੱਪਰ ਲਿਖ ਕੇ ਆਹ ਦੇਖੋ ਜੀ। ਹੁਣ ਜੇ ਮੰਨ ਲਓ ਉਹਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਮਿਹਨਤ ਲੱਗੂਗੀ। ਮੰਨ ਲਓ ਮੈਂ ਕੋਈ ਵੀ ਚੀਜ਼, ਮੰਨ ਲਓ ਮੈਂ ਨੀਤੀ ਯੋਗ ਹੁੰਦਾ, ਨੀਤੀ ਯੋਗ ਲਿਖ ਕੇ ਲੈ ਆਉਂਦਾ ਕਿ ਉਹਦੀ ਫਾਰਮੇਸ਼ਨ ਇੰਨੀ ਆ, ਥੱਲੇ ਕੁਝ ਵੀ ਨਾ ਲਿਖਦਾ, ਇੱਥੇ ਮੈਂ ਤੁਹਾਨੂੰ ਬੋਲ ਕੇ ਵੀ ਕਰਾ ਸਕਦਾ ਸੀ, ਪਰ ਉਹ 'ਚ ਮਿਹਨਤ ਤੁਹਾਨੂੰ ਆਪ ਕਰਨੀ ਪੈਣੀ ਸੀ, ਠੀਕ ਆ। ਹੁਣ ਤੁਹਾਨੂੰ PDF ਮਿਲ ਜਾਂਦੀ ਆ, ਤਾਂ ਇਹੀ ਫਾਇਦਾ ਮੈਂ ਕੋਸ਼ਿਸ਼ ਕਰਦਾ ਹਾਂ ਕਿ ਵੱਧ ਤੋਂ ਵੱਧ ਤੁਹਾਨੂੰ ਲਿਖ ਕੇ ਹੀ ਲੈ ਕੇ ਆਵਾਂ, ਜਿਹਦਾ ਬੈਨੀਫਿਟ ਤੁਹਾਨੂੰ ਅੱਗੇ ਜਦੋਂ ਮੈਂ ਤੁਹਾਨੂੰ PDF ਦੇਵਾਂਗਾ ਤਾਂ PDF ਜਦੋਂ ਤੁਹਾਨੂੰ ਸ਼ੇਅਰ ਹੋਏਗੀ ਤਾਂ ਬੈਨੀਫਿਟ ਹੋਵੇ, ਬਾਅਦ ਵਿੱਚ ਨਾ ਰਿਵੀਜ਼ਨ ਕਰਨੀ ਥੋੜੀ ਸੌਖੀ ਹੋ ਜਾਂਦੀ ਆ। ਪਰ ਜਿਹੜੀਆਂ ਚੀਜ਼ਾਂ ਮੈਂ ਬੋਲਦਾ ਹੁੰਦਾ ਜਾਂ ਜਿਹੜੀ ਚੀਜ਼ ਮੈਂ ਤੁਹਾਨੂੰ ਕੁਐਸਚਨ ਪੁੱਟ ਕਰਦਾ ਹੁੰਦਾ, ਉਹਨੂੰ ਪਲੀਜ਼ ਉਹਨੂੰ ਲਿਖ ਲਿਆ ਕਰੋ। ਮੈਂ ਬਾਰ-ਬਾਰ ਕਹਿ ਰਿਹਾ ਵਾਂ, ਇਹ ਤੁਹਾਡੇ ਪੇਪਰ ਲਈ ਬਹੁਤ ਇੰਪੋਰਟੈਂਟ ਚੀਜ਼ ਆ, ਠੀਕ ਹੈ ਜੀ। ਬਾਕੀ ਤੁਸੀਂ ਆਪਣੀ ਕਲਾਸ ਦੇਖੋ ਜੀ, ਠੀਕ ਹੈ ਜੀ। ਆਪਾਂ MCQ ਸ਼ੁਰੂ ਕਰਤੇ ਹੋਏ ਨੇ, ਆਪਣੀ ਥਿਊਰੀ ਦੀਆਂ ਹੁਣ ਆਪਣੀਆਂ ਕਲਾਸਾਂ ਖਤਮ ਹੋਣ ਵਾਲੀਆਂ ਨੇ, ਠੀਕ ਹੈ ਜੀ। ਪੋਲਿਟੀ ਦੀ 27 ਨੰਬਰ ਕਲਾਸ ਆਪਾਂ ਅਮੈਂਡਮੈਂਟ ਕਰਨੀ ਆ। 28 ਨੰਬਰ ਕਲਾਸ ਆਪਣੀ ਹੋਏਗੀ ਜੀ ਪੋਲਿਟੀ ਦੇ ਇੰਪੋਰਟੈਂਟ ਸ਼ਡਿਊਲ ਕਰਾਂਗੇ ਤੇ ਆਰਟੀਕਲ ਕਰਾਂਗੇ। ਇਹ ਆਪਾਂ 2 ਕਲਾਸਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਇਹ ਫਿਨਿਸ਼ ਕਰ ਦਾਂਗੇ। ਹੁਣ ਆਪਣੀ ਪੋਲਿਟੀ ਮੈਕਸਿਮਮ ਮੇਰੇ ਅਕੋਰਡਿੰਗ ਆਪਣੀ ਪੋਲਿਟੀ 85 ਤੋਂ 90% ਖਤਮ ਆ। 85% ਆਪਣੀ ਪੋਲਿਟੀ ਖਤਮ ਆ, ਜਿਹੜੀ 15% ਰਹਿ ਗਈ ਆਪਾਂ 2-3 ਕਲਾਸਾਂ ਦੇ ਵਿੱਚ ਖਤਮ ਕਰ ਦਾਂਗੇ, ਠੀਕ ਹੈ। ਇਸੇ ਵੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਹਫ਼ਤੇ ਦੇ ਵਿੱਚ। ਤਾਂ ਜੀ ਹੁਣ ਨੈਕਸਟ ਆਪਣੀ ਜਿਹੜੀ ਕਲਾਸ ਹੋਏਗੀ, ਅੱਜ ਹੀ ਆਪਾਂ ਕੰਟੈਂਟ ਤਿਆਰ ਕਰਾਂਗੇ। ਕਲਾਸ ਨੂੰ ਕੰਟੈਂਟ ਨੂੰ ਤਿਆਰ ਕਰਨ ਲਈ ਬਹੁਤ ਟਾਈਮ ਲੱਗਿਆ, ਰਾਤ ਵੀ ਪੂਰਾ ਟਾਈਮ ਮੈਂ ਪੂਰੀ ਕਲਾਸ ਤਿਆਰ ਕਰਕੇ ਪਿਆ ਵਾਂ। ਸੋ ਪਲੀਜ਼ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ ਜੀ, ਠੀਕ ਹੈ ਜੀ। ਸਬਸਕ੍ਰਾਈਬ ਨਹੀਂ ਕੀਤਾ ਜੇ ਸਬਸਕ੍ਰਾਈਬ ਕਰੋ। ਇਹਦੀ ਤੁਹਾਨੂੰ PDF ਬਹੁਤ ਜਲਦੀ ਕੱਲ੍ਹ ਨੂੰ ਜਾਂ ਪਰਸੋਂ ਨੂੰ ਆਪਾਂ ਆਪਣੇ ਚੈਨਲ ਦੇ ਉੱਤੇ ਅਪਲੋਡ ਕਰ ਦਾਂਗੇ। ਥੋੜ੍ਹੀ ਸੈਟਿੰਗ ਕਰਨ ਵਾਲੀ ਹੁੰਦੀ ਆ, ਤਾਂ ਸੈਟਿੰਗ ਕਰਕੇ ਆਪਾਂ ਤੁਹਾਨੂੰ ਅਪਲੋਡ ਕਰ ਦਾਂਗੇ। ਫਿਲਹਾਲ ਆਪਣੀ ਜਿਹੜੀ MCQ ਸੀਰੀਜ਼, ਜਿਹੜੀ MCQ ਮਿਕਸ ਸੀਰੀਜ਼ ਚੱਲ ਰਹੀ ਆ ਨਾ,
ਮਿਕਸ ਸੀਰੀਜ਼ ਚੱਲ ਰਹੀ ਹੈ MCQ, ਤਾਂ ਉਹ ਜ਼ਰੂਰ ਅਟੈਂਪਟ ਕਰਿਆ ਕਰੋ, ਜਿਹਦੇ ਵਿੱਚ ਕਿ ਆਪਾਂ ਹਿਸਟਰੀ ਹੋ ਗਿਆ, ਪੋਲਿਟੀ ਹੋ ਗਿਆ, ਪੰਜਾਬ ਜੀਕੇ ਹੋ ਗਿਆ, ਸਟੈਟਿਕ ਜੀਕੇ, ਇਕਨੋਮਿਕਸ, ਸਾਇੰਸ, ਇਹਦੇ ਆਪਾਂ ਟੌਪ 500 MCQ ਕਰਾਂਗੇ, ਜਿਹੜੇ ਕਿ ਪੇਪਰ ਦੇ ਵਿੱਚ ਜ਼ਿਆਦਾਤਰ ਰਿਪੀਟ ਹੁੰਦੇ ਨੇ। 500 MCQ ਤਾਂ ਕਰਨੇ ਆ, ਜਿਹੜੀ ਉਹਦੀ ਐਕਸਪਲੇਨੇਸ਼ਨ ਹੋਊਗੀ ਤਾਂ ਤੁਹਾਡੇ 1000 ਤੋਂ 1500 MCQ ਤੁਹਾਡੇ ਉਹ 500 ਦੇ ਵਿੱਚ ਹੀ ਪੂਰੇ ਕਰ ਦੇਣੇ ਆ, ਠੀਕ ਹੈ ਜੀ। ਆਪਾਂ 100 ਕੁਐਸਚਨ ਆਪਾਂ ਸਾਰੇ ਸਬਜੈਕਟਾਂ ਦੇ ਕਰਾਂਗੇ। ਸੋ ਜਿੱਦਾਂ ਕਿ ਅੱਜ 20 ਕੁਐਸਚਨ ਦੂਜੇ ਕਰ ਲਏ, 30 ਫੇਰ ਕਰ ਲਾਂਗੇ, 20 ਕਰ ਲਏ, 30 ਕਰ ਲਏ, ਇਸ ਤਰ੍ਹਾਂ ਕਰਕੇ ਆਪਾਂ ਬਹੁਤ ਜਲਦੀ ਇਹ 500 MCQ ਕਰ ਲਾਂਗੇ। ਤਾਂ ਤੁਹਾਡੀ ਬਾਕੀ ਟੈਲੀਗ੍ਰਾਮ ਤੇ ਆਪਾਂ ਕੁਇਜ਼ ਕਰ ਹੀ ਰਹੇ ਹਾਂ, 1000-1500 ਕੁਐਸਚਨ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਵੀ ਕਰਵਾਇਆ ਹੋਇਆ ਵਾ ਕੁਇਜ਼ ਦੇ ਰੂਪ 'ਚ, ਉਹਨੂੰ ਜ਼ਰੂਰ ਅਟੈਂਪਟ ਕਰੋ, ਠੀਕ ਹੈ ਜੀ। ਸੋ ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਲਈ ਜੀ। ਟੈਲੀਗ੍ਰਾਮ ਜ਼ਰੂਰ ਜੁਆਇਨ ਕਰੋ ਜੇਕਰ ਤੁਹਾਨੂੰ PDF ਚਾਹੀਦੀ ਆ। ਧੰਨਵਾਦ ਜੀ।